ਤੁਸੀਂ ਹੈਰਾਨ ਹੋ ਜਾਓਗੇ ਕਿ ਕਿੰਨੀਆਂ ਵੱਡੀਆਂ ਉਪਲਬਧੀਆਂ ਇਸ ਸੰਸਥਾ ਨੇ ਜਿਹੜੀਆਂ ਉਹ ਕਰ ਲਈਆਂ ਨੇ। ਜਿਹੜਾ ਬੱਚਾ 50-60 ਹਜ਼ਾਰ ਰੁਪਈਆ ਇੱਥੇ ਕਮਾਊਗਾ ਉਹ ਕਦੀ ਵੀ ਬਾਹਰ ਦਾ ਨਾਂ ਨਹੀਂ ਲਊਗਾ। ਕਿ ਜਿੰਨੇ ਵੀ ਪ੍ਰੋਡਕਟ ਨੇ ਸਾਡੇ ਪੂਰੀ ਤਰ੍ਹਾਂ ਸ਼ੁੱਧ ਨੇ, ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ। ਸਾਰੇ ਦੇ ਸਾਰੇ ਪ੍ਰੋਡਕਟ ਜਿਹੜੇ ਖੇਤੀਬਾੜੀ ਤੇ ਆਧਾਰਿਤ ਨੇ। ਸਾਡਾ ਇੱਕੋ ਹੀ ਮਿਸ਼ਨ ਆ ਇਹ ਸਾਡੀ ਫੈਪਰੋ ਸੰਸਥਾ ਦਾ ਕਿ ਪਿਓਰਿਟੀ ਇਜ਼ ਦਾ ਬੈਸਟ ਪਾਲਿਸੀ। ਪਿਓਰ ਚੀਜ਼ ਲੋਕਾਂ ਨੂੰ ਖਵਾਉਣੀ ਆ। ਗੱਲ ਦੱਸਿਓ, ਅਸੀਂ ਤਾਂ ਦੋ ਬੰਦੇ ਇਕੱਠੇ ਹੋ ਕੇ ਤੁਰਨਾ ਹੋਵੇ ਤਾਂ ਸਾਨੂੰ ਬਹੁਤ ਔਖਾ ਹੈ, ਤੁਸੀਂ 300 ਤੋਂ ਵੱਧ ਇਕੱਠੇ ਕਰੀ ਫਿਰਦੇ ਹੋ। ਜਾਣੀ ਇਹ ਕਿਵੇਂ ਹੋ ਗਿਆ? ਇੱਥੇ ਕੋਈ ਲੜਾਈ ਨਹੀਂ, ਇੱਥੇ ਲੜਾਈ ਆ ਕਿ ਕਿਵੇਂ ਆਪਾਂ ਕਿਸਾਨਾਂ ਨੂੰ, ਨੌਜਵਾਨਾਂ ਨੂੰ ਕਿਸਾਨੀ ਦੇ ਕਿੱਤੇ ਨੂੰ ਕਿਵੇਂ ਅੱਗੇ ਵਧਾਉਣਾ। ਇਹਦਾ ਸੇਵਨ ਕਰਨ ਦੇ ਨਾਲ ਹਾਜਮਾ ਠੀਕ ਰਹਿੰਦਾ। ਬੜੀ ਸਮੱਸਿਆ ਪੰਜਾਬ ਦੇ ਲੋਕਾਂ ਨੂੰ ਕਿ ਭਾਈ ਹਾਂ ਹਾਜਮਾ ਨਹੀਂ ਠੀਕ ਰਹਿੰਦਾ, ਭੈਣ ਜੀ ਕਰੀਏ ਕੀ? ਤੇ ਭੈਣ ਜੀ ਹੁਣ ਗੁੜ ਖਾਣ। ਤੁਸੀਂ ਬਾਜ਼ਾਰ ਦੀ ਹਲਦੀ ਜਿਹੜੀ ਕੋਈ ਖਰੀਦੋਗੇ ਉਹਦਾ ਇੱਕ ਚਮਚਾ ਪਾ ਕੇ ਹਲਦੀ ਦੀ ਸਬਜ਼ੀ ਬਣਾਓਗੇ, ਇਹ ਚੌਥਾ ਹਿੱਸਾ ਚਮਚਾ ਇਸਤੇਮਾਲ ਹੋਣਾ। ਇੱਕ ਹੁੰਦਾ ਐਸਿਡਿਕ, 14 ਹੁੰਦਾ ਬੇਸਿਕ। 6.5 ਮਤਲਬ ਨਿਊਟਰਲ। ਇਹਦਾ ਮਤਲਬ ਇਸ ਇਲਾਕੇ 'ਚ ਪੈਦਾ ਹੋਣ ਵਾਲਾ ਜਿਹੜਾ ਗੁੜ ਹੈਗਾ ਉਹ ਨਿਊਟਰਲ ਜ਼ਮੀਨ ਤੋਂ ਪੈਦਾ ਹੋਇਆ, ਬਿਲਕੁਲ ਸ਼ੁੱਧ ਹੈਗਾ ਤੇ ਉਹ ਬਹੁਤ ਜ਼ਿਆਦਾ ਸਿਹਤਮੰਦ ਹੈਗਾ। ਸਾਨੂੰ ਵਹਿਮ ਨੂੰ ਜਿਹੜਾ ਬਿਲਕੁਲ ਦੂਰ ਕਰ ਦੇਣਾ ਚਾਹੀਦਾ ਕਿ ਜੰਮਿਆ ਸ਼ਾਇਦ ਪਿਓਰ ਨਹੀਂ ਹੁੰਦਾ। ਚੜਾਲਾ ਸਾਹਿਬ ਘਰੇ ਵੀ ਇਹੀ ਖਾਂਦੇ ਕਿ ਆਪ ਹੋਰ ਕਿਉਂ ਲਿਆਉਂਦੇ ਹੋ? ਨਾ ਘਰੇ ਇਹੋ ਹੀ ਸਾਰੇ ਮੈਂਬਰ 350 ਬੰਦਾ ਘਰੇ ਇਹੋ ਹੀ ਖਾਂਦਾ। ਬੇਸਣ ਵੀ ਇਹਨਾਂ ਦਾ, ਤੇਲ ਵੀ ਇਹਨਾਂ ਦਾ, ਸੋ ਕੋਈ 100% ਪਿਓਰਟੀ ਹੈ ਇੱਥੇ। ਇੱਥੇ ਕੋਈ ਪ੍ਰਧਾਨਗੀ ਨਹੀਂ, ਸਾਰੇ ਪ੍ਰਧਾਨ ਆ। ਠੀਕ ਆ, ਅਸੀਂ ਇੱਕ ਬਤੌਰ ਸੇਵਾਦਾਰ ਇੱਥੇ ਸੇਵਾ ਕਰਦੇ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਪਰਮਵੀਰ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਪੰਜਾਬ ਬਹੁਤ ਵੱਡੇ ਸੰਕਟ ਦੇ ਵਿੱਚੋਂ ਗੁਜ਼ਰ ਰਿਹਾ। ਸੰਕਟ ਇੱਕ ਤਾਂ ਇਸ ਕਰਕੇ ਆ ਕਿ ਸਾਨੂੰ ਇਕੱਠੇ ਹੋਣਾ ਥੋੜ੍ਹਾ ਜਿਹਾ ਘੱਟ ਆਉਂਦਾ। ਸੰਕਟ ਇਸ ਕਰਕੇ ਆ ਕਿਉਂਕਿ ਅਸੀਂ ਇਕੱਠੇ ਹੋ ਕੇ ਕੋਈ ਹੰਭਲਾ ਮਾਰਨ ਦੀ ਜਿਹੜੀ ਜੁਗਤ ਹੈ ਉਹਨੂੰ ਹੌਲੀ ਹੌਲੀ ਭੁੱਲਦੇ ਜਾਂਦੇ ਆ। ਦੂਸਰਾ, ਖੇਤੀਬਾੜੀ ਨੂੰ, ਖੇਤੀਬਾੜੀ ਦੇ ਸਹਾਇਕ ਧੰਦਿਆਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਨੇ, ਬਹੁਤ ਸਾਰੀਆਂ ਸਮੱਸਿਆਵਾਂ ਨੇ। ਭਾਵੇਂ ਉਹ ਵੱਡੀਆਂ ਸਰਮਾਏਦਾਰੀ ਕੰਪਨੀਆਂ ਤੋਂ ਹੋਵੇ ਤੇ ਭਾਵੇਂ ਕਿਤੇ ਕਿਤੇ ਥੋੜ੍ਹੀਆਂ ਸੁੰਗੜਦੀਆਂ, ਥੋੜ੍ਹੀਆਂ ਤਿੜਕਦੀਆਂ ਸਰਕਾਰੀ ਨੀਤੀਆਂ ਕਰਕੇ ਹੋਵੇ। ਪਰ ਜਿਸ ਜਗ੍ਹਾ ਦੇ ਉੱਤੇ ਅਸੀਂ ਖੜੇ ਹਾਂ, ਕੰਗਮਾਈ ਘੁਗਿਆਲ ਫੈਪਰੋ, ਉਸ ਸੁਸਾਇਟੀ ਦੇ ਵਿੱਚ ਜਿਸ ਸੁਸਾਇਟੀ ਨੇ ਪੰਜਾਬ ਨੂੰ ਇੱਕ ਰਾਹ ਦਿਖਾਉਣਾ ਕਿ ਭਾਈ ਇਸ ਤਰੀਕੇ ਵੀ, ਪਹਿਲੀ ਗੱਲ ਹੈ ਕਿ ਭਾਈਚਾਰਕ ਸਾਂਝ ਕਾਇਮ ਰੱਖੀ ਜਾ ਸਕਦੀ ਹੈ। ਦੂਸਰੀ ਗੱਲ ਹੈ ਕਿ ਇਕੱਠੇ ਹੋ ਕੇ ਉਹ ਮਾਰਕਾ ਮਾਰਿਆ ਜਾ ਸਕਦਾ ਹੈ ਜਿਸ ਮਾਰਕੇ ਦੀ ਆਮ ਬੰਦਾ ਕਲਪਨਾ ਵੀ ਨਹੀਂ ਕਰਦਾ। ਤੀਸਰੀ ਗੱਲ ਹੈ ਕਿ ਫੈਪਰੋ ਵਰਗੀਆਂ ਜਿਹੜੀਆਂ ਸੰਸਥਾਵਾਂ ਨੇ ਜਿੱਥੇ ਆਮ ਕਿਸਾਨ ਇਕੱਠੇ ਹੋ ਕੇ ਕਈ ਤਰ੍ਹਾਂ ਦੇ ਹੰਭਲੇ ਮਾਰ ਰਹੇ ਨੇ, ਜੇ ਉਹਨਾਂ ਨੂੰ ਬਹੁਤ ਸਾਰੀ ਸਪੋਰਟ ਆਮ ਲੋਕਾਂ ਤੋਂ, ਸਾਡੇ ਪ੍ਰਵਾਸੀ ਪੰਜਾਬੀਆਂ ਤੋਂ ਤੇ ਨਾਲ ਦੀ ਨਾਲ ਸਰਕਾਰ ਵਾਲੇ ਪਾਸੇ ਤੋਂ ਮਿਲੇ ਤਾਂ ਇਹ ਜਿਹੜੀਆਂ ਸੰਸਥਾਵਾਂ ਨੇ ਇਹ ਆਪਣਾ ਦਾਇਰਾ, ਇਹ ਆਪਣਾ ਵਿਹੜਾ, ਇਹ ਆਪਣਾ ਘੇਰਾ ਬਹੁਤ ਜ਼ਿਆਦਾ ਵਿਸ਼ਾਲ ਕਰ ਸਕਦੀਆਂ ਨੇ। ਜਦੋਂ ਬਾਰ-ਬਾਰ ਐਕਸਪਰਟ ਕਹਿੰਦੇ ਨੇ, ਮਾਹਿਰ ਕਹਿੰਦੇ ਨੇ ਕਿ ਭਾਈ ਪੰਜਾਬ ਦੇ ਵਿੱਚ ਕਿਉਂਕਿ ਕਿਸਾਨਾਂ ਦੀ ਖੇਤੀ ਦੀ ਜੋਤ ਛੋਟੀ ਹੈ, ਉਹਨਾਂ ਦੇ ਕੋਲੇ ਖੇਤੀ ਦਾ ਆਕਾਰ ਥੋੜ੍ਹਾ ਹੈ, ਉਹਨਾਂ ਦੇ ਕੋਲੇ ਭੂਮੀ ਤੇ ਜ਼ਮੀਨ ਥੋੜ੍ਹੀ ਹੈ ਤੇ ਸਾਡਾ ਇਕੱਠੇ ਹੋ ਕੇ ਗਰੁੱਪ ਦੇ ਵਿੱਚ ਸਮੂਹਿਕ ਤੌਰ ਦੇ ਉੱਤੇ ਕੰਮ ਕੀਤੇ ਤੋਂ ਬਿਨਾਂ ਗੁਜ਼ਾਰਾ ਨਹੀਂ। ਅਸੀਂ ਇਕੱਠੇ ਹੋ ਕੇ ਕੰਮ ਕਰਾਂਗੇ ਤਾਂ ਬਹੁਤ ਸਾਰੇ ਛੋਟੇ ਪ੍ਰੋਡਕਟ ਉੱਥੇ ਬਣਾ ਸਕਾਂਗੇ, ਸਾਡੀ ਖੇਤੀਬਾੜੀ ਦੀ ਉਪਜ ਸਾਂਭੀ ਜਾ ਸਕੂਗੀ, ਸਾਡਾ ਮੰਡੀਕਰਨ ਭੋਰਾ ਕੁ ਸੁਖਾਲਾ ਹੋ ਸਕੂਗਾ। ਤੇ ਜੇ ਇਸ ਫੈਪਰੋ ਦੇ ਵਿੱਚ ਘੁਗਿਆਲ ਦੇ ਨੇੜੇ ਅਸੀਂ ਖੜੇ ਹਾਂ, ਉਸ ਜ਼ਮੀਨ ਦੇ ਉੱਤੇ ਖੜੇ ਹਾਂ ਤੇ ਨਾਲ ਦੀ ਨਾਲ ਕੰਗਮਾਈ, ਉਸ ਪਿੰਡ ਦਾ ਜਿਹੜਾ ਜ਼ਿਕਰ ਕਰਨਾ ਜ਼ਰੂਰੀ ਹੈ ਜਿਹੜਾ ਕਿ ਬੜਾ ਪ੍ਰਸਿੱਧ ਹੈ, ਜ਼ਿਲ੍ਹਾ ਹੁਸ਼ਿਆਰਪੁਰ ਹੈ, ਭੁੰਗਾ ਹਰਿਆਣਾ ਦੇ ਕੋਲ ਹੈ ਤੇ ਜ਼ਿਲ੍ਹਾ ਹੁਸ਼ਿਆਰਪੁਰ ਵੈਸੇ ਵੀ ਪੜ੍ਹੇ ਲਿਖਿਆਂ ਦੀ ਧਰਤੀ ਹੈ। ਤੇ ਇਸ ਥਾਂ ਦੇ ਉੱਤੇ ਤੁਸੀਂ ਹੈਰਾਨ ਹੋ ਜਾਓਗੇ ਕਿ ਕਿੰਨੀਆਂ ਵੱਡੀਆਂ ਉਪਲਬਧੀਆਂ ਇਸ ਸੰਸਥਾ ਨੇ ਜਿਹੜੀਆਂ ਉਹ ਕਰ ਲਈਆਂ ਨੇ। 20 ਸਾਲ ਤੋਂ ਉੱਪਰ ਦੀ ਜਿਹੜੀ ਉਮਰ ਹੋ ਚੁੱਕੀ ਹੈ ਇਸ ਸੰਸਥਾ ਦੀ ਤੇ ਨਾਲ ਦੀ ਨਾਲ ਕਿੰਨੇ ਪ੍ਰੋਡਕਟ ਬਣਾ ਕੇ ਜਿਹੜੇ ਵੇਚੇ ਜਾ ਰਹੇ ਨੇ। ਪਰ ਇਹਨਾਂ ਨੇ ਲੀਕ ਖਿੱਚ ਦਿੱਤੀ ਹੈ ਕਿ ਜਿੰਨੇ ਵੀ ਪ੍ਰੋਡਕਟ ਨੇ ਸਾਡੇ ਪੂਰੀ ਤਰ੍ਹਾਂ ਸ਼ੁੱਧ ਨੇ, ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ।
ਸਾਰੇ ਦੇ ਸਾਰੇ ਪ੍ਰੋਡਕਟ ਜਿਹੜੇ ਖੇਤੀਬਾੜੀ ਤੇ ਆਧਾਰਿਤ ਨੇ, ਤੇ ਖੇਤੀਬਾੜੀ ਤੇ ਆਧਾਰਿਤ ਜਿਹੜੇ ਪ੍ਰੋਡਕਟ ਨੇ ਉਹ ਜਿਹੜੇ ਪ੍ਰੋਡਕਟ ਸਾਡੀ ਰਸੋਈ ਦੇ ਵਿੱਚ ਜਿਹੜੇ ਉਹ ਵਰਤੇ ਜਾਂਦੇ ਆ, ਤੇ ਰਸੋਈ ਸਾਡੀ ਸਿਹਤ ਦੇ ਨਾਲ ਸੰਬੰਧ ਰੱਖਦੀ ਹੈ। ਤੇ ਸਾਡੇ ਲਈ ਇੱਕ ਬਹੁਤ ਵੱਡੀ ਚੁਣੌਤੀ ਹੁੰਦੀ ਹੈ ਕਿ ਭਾਈ ਅਸੀਂ ਚੰਗੀ ਚੀਜ਼ ਆਪਣੀ ਰਸੋਈ ਦੇ ਵਿੱਚ ਕਿਵੇਂ ਲੈ ਕੇ ਜਾਈਏ ਤੇ ਉਸ ਚੀਜ਼ ਦੀ ਵਰਤੋਂ ਕਿਵੇਂ ਕਰੀਏ ਜਿਹਦੇ ਨਾਲ ਕਿ ਅਸੀਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਸਾਡੇ ਬਜ਼ੁਰਗ ਜਿਹੜੇ ਆ ਉਹ ਤੰਦਰੁਸਤ ਰਹਿਣ। ਸੋ ਫੈਪਰੋ ਦੀ ਕਹਾਣੀ, ਫੈਪਰੋ ਦੀ ਇਸ ਸਾਰੀ ਮੈਨੇਜਮੈਂਟ, ਉਹਦੇ ਮੈਂਬਰ ਸਾਹਿਬਾਨ, ਅਹੁਦੇਦਾਰ ਸਾਹਿਬਾਨ, ਬਾਨੀ ਮੈਂਬਰ, ਉਹਨਾਂ ਦੀ ਜ਼ੁਬਾਨੀ ਅੱਜ ਆਪਾਂ ਸੁਣਨੀਆਂ ਤੇ ਸਾਰੀਆਂ ਚੀਜ਼ਾਂ ਦੇਖਣੀਆਂ। ਪਰ ਪੰਜਾਬ ਦਾ ਭਵਿੱਖ ਫੈਪਰੋ ਵਰਗੀਆਂ ਸੰਸਥਾਵਾਂ ਦੇ ਉੱਤੇ ਨਿਰਭਰ ਕਰਦਾ। ਚੌਟਾਲਾ ਸਾਹਿਬ, ਮੈਂ ਤੁਹਾਡੇ ਤੋਂ ਸ਼ੁਰੂ ਕਰਨਾ ਇਸ ਕਰਕੇ ਕਿ ਤੁਸੀਂ ਸਿੱਧੇ ਤੌਰ ਦੇ ਉੱਤੇ ਮੈਨੂੰ ਇੱਥੇ ਜਾਣੀ ਲੈ ਕੇ ਆਏ, ਸਮਾਂ ਨਿਰਧਾਰਿਤ ਕਰਾਇਆ। ਬਾਕੀ ਸੱਜਣਾ ਦਾ ਵੀ ਧੰਨਵਾਦ। ਕੀ ਹਾਲ ਚਾਲ ਨੇ ਜੀ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਬਾਠ ਸਾਹਿਬ, ਤੁਹਾਡਾ ਪਹਿਲਾਂ ਜੀ ਆਇਆਂ ਕਹਿੰਦੇ ਆ। ਤੁਸੀਂ ਆਏ ਹੋ ਸਾਡੀ ਇਹ ਸੰਸਥਾ ਲਈ, ਔਰ ਇਹਦੇ ਬਾਰੇ ਤੁਸੀਂ ਸਾਨੂੰ, ਤੁਹਾਡੇ ਤੇ ਮਾਣ ਆ ਕਿ ਤੁਸੀਂ ਇਸ ਸੰਸਥਾ ਨੂੰ ਥਰੂ ਆਊਟ ਵਰਲਡ ਇਹਦੀ ਗੱਲ ਕਰੋਗੇ, ਕਿਉਂਕਿ ਇਹ ਕਿਸਾਨਾਂ ਦੀ ਇੱਕ ਸੰਸਥਾ ਆ ਜੀ। ਚੌਟਾਲਾ ਸਾਹਿਬ, ਮੈਂ ਕਿਉਂਕਿ ਤੁਸੀਂ ਇਲਾਕੇ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਵਿੱਚ, ਸੰਸਥਾਵਾਂ ਦੇ ਵਿੱਚ ਵਿਚਰਦੇ ਹੋ, ਕਿੰਨਾ ਕੁ ਲੱਗਦਾ ਕਿ ਕਿੰਨੇ ਕੁ ਕਿਸਾਨ ਜਿਹੜੇ ਨੇ ਇਸ ਸੰਸਥਾ ਦੇ ਨਾਲ, ਫੈਪਰੋ ਦੇ ਨਾਲ ਜੁੜੇ ਹੋਏ ਨੇ, ਆਪਣੀ ਪ੍ਰੋਡਕਟ ਜਿਹੜੀ ਹੈ ਉਹ ਇੱਥੇ ਲੈ ਕੇ ਆਉਂਦੇ ਆ, ਜਾਂ ਇਸ ਸੰਸਥਾ ਨੂੰ ਅੱਗੇ ਲਿਜਾਣ ਦੇ ਵਿੱਚ ਜਿਹੜਾ ਉਹ ਕੋਸ਼ਿਸ਼ ਕਰਦੇ? ਕਿੰਨੇ ਕੁ ਬੰਦੇ ਜਿਹੜੇ ਜੁੜੇ ਹੋਏ ਆ? ਸਾਡਾ 300 ਮੈਂਬਰ ਆ ਜੀ ਇੱਥੇ। ਸਾਰਾ ਇਲਾਕੇ ਦੇ ਵਿੱਚ ਕੰਢੀ ਏਰੀਆ ਪੈਂਦਾ ਇੱਥੇ। ਫਿਰ ਸ਼ਹਿਦ ਦੀ ਪ੍ਰੋਡਕਸ਼ਨ, ਕਿਉਂਕਿ ਕੰਢੀ ਦੇ ਵਿੱਚ ਸ਼ਹਿਦ ਬਹੁਤ ਆ, ਸ਼ਹਿਦ ਦੀ ਪ੍ਰੋਡਕਸ਼ਨ। ਫਿਰ ਗੰਨਾ ਇੱਥੇ ਜਿਹੜਾ ਵਧੀਆ ਪੀਐਚ ਵਾਲਾ ਗੰਨਾ ਜਿਹੜਾ ਉਹ ਹੁੰਦਾ, ਕਣ ਬੜਾ ਹੁੰਦਾ ਉਹਦੇ ਵਿੱਚ। ਇਸ ਕਰਕੇ ਅਸੀਂ ਸਰਕਾਰ ਪੰਜਾਬ ਦੇ ਧੰਨਵਾਦੀ ਵੀ ਹਾਂ ਜਿਨ੍ਹਾਂ ਨੇ ਸਾਨੂੰ ਇੱਕ ਇਹ ਗੰਨੇ ਦਾ ਜਿਹੜਾ ਪਲਾਂਟ ਦਿੱਤਾ ਆ, ਔਰ ਉਹ ਹਾਈਜੈਨਿਕ ਤੌਰ 'ਤੇ ਜਿਹੜਾ ਗੰਨਾ ਇੱਥੇ ਪੈਦਾ ਕੀਤਾ, ਔਰ ਗੁੜ ਬਣਿਆ। ਗੁੜ ਅਤੇ ਸ਼ੱਕਰ ਜਿਹੜੀ ਆ ਉਹ ਲਾ ਮਿਸਾਲ ਹੋਊਗੀ ਕਿ ਕੋਈ ਉਹਦੇ ਵਿੱਚ ਕੋਈ ਕੁਆਲਿਟੀ 'ਚ ਕੋਈ ਫਰਕ ਨਹੀਂ, ਔਰ ਕੋਈ ਕਣ 'ਚ ਫਰਕ ਨਹੀਂ। ਅਤੇ ਥਰੂ ਆਊਟ ਇੰਡੀਆ ਜਿਹੜਾ ਅੱਗੇ ਸਾਡੇ, ਅਸੀਂ ਕਾਫੀ ਪੰਜਾਬ ਪੱਧਰ 'ਤੇ ਸਾਡੇ ਜਿਹੜੇ ਆਊਟਲੈਟਸ ਹੈਗੇ ਆ। ਬਾਕੀ ਹਲਦੀ, ਸ਼ਹਿਦ ਅਤੇ ਗੁੜ ਜਿਹੜਾ, ਅਤੇ ਫਿਰ ਮਸਾਲੇ ਪਲੱਸ ਜਿਹੜੀਆਂ ਦਾਲਾਂ ਆ ਉਹ ਸਾਡਾ ਕੰਢੀ ਦੇ ਵਿੱਚੋਂ ਅਸੀਂ ਆਪ ਖਰੀਦਦੇ ਹਾਂ। ਤੇਲ ਵੀ ਈਵਨ ਜਿਹੜਾ ਅਸੀਂ ਇੱਥੇ ਤੇਲ ਸਪਲਾਈ ਕਰਦੇ ਹਾਂ ਉਹ ਬਕਾਇਦਾ ਤੌਰ 'ਤੇ ਰਾਜਸਥਾਨ ਤੋਂ ਜਾ ਕੇ ਸਰੋਂ ਲਿਆਂਦੀ ਜਾਂਦੀ ਆ। ਇੱਥੇ ਆਪਣੇ ਜਿਹੜੇ ਲਾਏ ਅਸੀਂ ਉਹਦੇ ਲਈ ਕੋਹਲੂ ਲਾਏ ਆ, ਔਰ ਇੱਥੋਂ ਪਿਓਰਿਟੀ ਆ। ਔਰ ਅਸੀਂ ਕੋਈ ਚੈਲੰਜ ਨਹੀਂ ਇਹਨੂੰ ਵੀ ਇਹ ਸਾਡੀ ਪਿਓਰਿਟੀ ਜਿਹੜੀ ਆ, ਸਾਡਾ ਇੱਕੋ ਹੀ ਮਿਸ਼ਨ ਆ ਇਹ ਸਾਡੀ ਫੈਪਰੋ ਸੰਸਥਾ ਦਾ ਕਿ ਪਿਓਰਿਟੀ ਇਜ਼ ਦਾ ਬੈਸਟ ਪੋਲਿਸੀ। ਪਿਓਰ ਚੀਜ਼ ਲੋਕਾਂ ਨੂੰ ਖਵਾਉਣੀ ਆ, ਕਿਉਂਕਿ ਲੋਕਾਂ ਦੀ ਸਿਹਤ ਦੇ ਵਿੱਚ ਤੰਦਰੁਸਤੀ ਆ ਤਦੇ ਹੀ ਆ। ਨਹੀਂ ਤੇ ਤੁਸੀਂ ਲਾ ਲਓ ਦੁੱਧ ਦੇ ਵਿੱਚ ਮਿਲਾਵਟ, ਪਨੀਰ ਦੇ ਵਿੱਚ ਮਿਲਾਵਟ, ਹਰ ਤਰ੍ਹਾਂ ਮਿਲਾਵਟ। ਪਰ ਅਸੀਂ ਇੱਕ ਸਾਡੇ ਸੰਸਥਾ ਪ੍ਰਧਾਨ ਸਾਹਿਬ, ਸਾਡੇ ਜਨਰਲ ਸਕੱਤਰ ਹਰਪ੍ਰੇਮ ਜੀ, ਸਾਡੇ ਮੰਤਰੀ ਜੀ ਸਰਪ੍ਰਸਤ ਨੇ, ਸਾਰੇ ਅਸੀਂ ਇੱਥੇ ਆ। ਸਾਡਾ ਇਹ ਹੁੰਦਾ ਕਿ ਇਹਦੇ ਪਿਓਰਿਟੀ 'ਚ ਕੋਈ ਫਰਕ ਨਾ ਪਵੇ। ਚੌਟਾਲਾ ਸਾਹਿਬ, ਮੈਨੂੰ ਇੱਕ ਗੱਲ ਦੱਸਿਓ, ਅਸੀਂ ਤਾਂ 2 ਬੰਦੇ ਇਕੱਠੇ ਹੋ ਕੇ ਤੁਰਨਾ ਹੋਵੇ ਤਾਂ ਸਾਨੂੰ ਬਹੁਤ ਔਖਾ ਹੈ, ਤੁਸੀਂ 300 ਤੋਂ ਵੱਧ ਇਕੱਠੇ ਕਰੀ ਫਿਰਦੇ ਹੋ, ਜਾਣੀ ਇਹ ਕਿਵੇਂ ਹੋ ਗਿਆ? ਇਹ ਦੇਖੋ ਜੀ, ਇਹ ਪੜ੍ਹੇ ਲਿਖਿਆਂ ਦਾ ਇਲਾਕਾ, ਸਾਰੇ ਪੜ੍ਹੇ ਲਿਖੇ ਲੋਕ ਆ, ਔਰ ਉਹ ਇੱਕ ਦੂਸਰੇ ਨਾਲ ਕੋਆਰਡੀਨੇਸ਼ਨ। ਸਾਡਾ ਕਦੀ ਕੋਈ ਚੌਧਰ ਦੀ ਲੜਾਈ ਨਹੀਂ ਇੱਥੇ। ਜਿਹਨੂੰ ਮਰਜ਼ੀ ਸਾਰਿਆਂ 'ਚੋਂ ਕਹਿ ਦਈਦਾ, ਜਿਹਦਾ ਜੀ ਕਰਦਾ ਪ੍ਰਧਾਨ ਬਣ ਜਾਓ ਜੀ, ਜਿਹਦਾ ਜੀ ਕਰਦਾ ਸੈਕਟਰੀ ਬਣ ਜਾਓ। ਸਾਡੀ ਕੋਈ ਚੌਧਰ ਦੀ ਲੜਾਈ ਹੁੰਦੀ ਆ ਇੱਥੇ? ਕੋਈ ਲੜਾਈ ਨਹੀਂ। ਇੱਥੇ ਲੜਾਈ ਆ ਕਿ ਕਿਵੇਂ ਆਪਾਂ ਕਿਸਾਨਾਂ ਨੂੰ, ਨੌਜਵਾਨਾਂ ਨੂੰ, ਕਿਸਾਨੀ ਦੇ ਕਿੱਤੇ ਨੂੰ ਕਿਵੇਂ ਅੱਗੇ ਵਧਾਉਣਾ, ਕਿਸ ਤਰ੍ਹਾਂ ਮਤਲਬ ਇਹਨੂੰ ਅਸੀਂ ਹਾਈਲਾਈਟ ਕਰਨਾ, ਔਰ ਰੁਜ਼ਗਾਰ ਦਾ ਜਿਹੜਾ ਬਾਹਰ ਜਿਹੜਾ ਪ੍ਰਵਾਸ ਹੋ ਰਿਹਾ ਆ ਉਹਨੂੰ ਵੀ ਅਸੀਂ ਰੋਕਣ ਦੀ ਆ ਵੀ, ਕਿਉਂਕਿ ਜੇ ਬੱਚਿਆਂ ਨੂੰ ਇੱਥੇ ਰੁਜ਼ਗਾਰ ਮਿਲੂਗਾ, ਜਿਹੜਾ ਬੱਚਾ 50-60 ਹਜ਼ਾਰ ਰੁਪਈਆ ਇੱਥੇ ਕਮਾਊਗਾ ਉਹ ਕਦੀ ਵੀ ਬਾਹਰ ਦਾ ਨਾਂ ਨਹੀਂ ਲਊਗਾ। ਸੋ ਇਸ ਕਰਕੇ ਅਸੀਂ ਸਾਨੂੰ ਤੁਹਾਡੇ ਤੋਂ ਸਹਿਯੋਗ ਦੀ ਵੀ ਲੋੜ ਆ, ਤਾਂ ਜੋ ਪੰਜਾਬ ਦੇ ਵਿੱਚ ਬ੍ਰੇਨ ਡਰੇਨੇਜ ਹੋ ਰਹੀ ਜਿਹੜੀ ਆ। ਪੰਜਾਬ ਇੱਕ ਭਾਰਤ ਹੈ ਇੱਕ ਮੁੰਦਰੀ ਵਿੱਚ, ਨਗ ਪੰਜਾਬ ਦਾ। ਇਹ ਨਾ ਹੋਵੇ ਸਾਡਾ ਨਗ ਜਿਹੜਾ ਆ ਉਹ ਨਗ ਹੀ ਵਿਚਾਰਾ ਖਿੱਲਰ ਪੁੱਲਰ ਜਾਵੇ। ਤੁਸੀਂ ਸੰਸਥਾਵਾਂ ਜਿਹੜੇ ਉਹ ਤੁਸੀਂ ਬਹੁਤ, ਤੁਹਾਡੀ ਵਰਲਡ ਦੇ ਵਿੱਚ ਆਵਾਜ਼ ਆ, ਔਰ ਪੰਜਾਬ ਸਰਕਾਰ ਦੇ ਵਿੱਚ ਵੀ ਜਿੱਥੇ ਵੀ ਕੋਈ ਸੁਣਦਾ ਹੋਵੇ ਸਾਡੀ ਸੰਸਥਾ ਨੂੰ ਮਦਦ ਕਰਨ, ਕਿਉਂਕਿ ਸਾਡੇ ਇਲਾਕੇ ਵਿੱਚ ਕਿੰਨੂ ਬਹੁਤ ਵਧੀਆ। ਸਾਰੇ ਪੰਜਾਬ 'ਚੋਂ ਟੌਪ ਦਾ ਕਿੰਨੂ ਇੱਥੇ ਹੁੰਦਾ। ਲੇਕਿਨ ਜਿਵੇਂ ਮੈਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਜਾਣ ਦਾ ਮੌਕਾ ਮਿਲਿਆ, ਉੱਥੇ ਫਰੈਸ਼ ਜੂਸ ਜਿਹੜਾ ਮਿਲਦਾ, ਫਰੈਸ਼ ਜੂਸ ਲਈ ਸਾਨੂੰ ਇੱਥੇ ਕਾਰਖਾਨਾ ਦੇਵੇ ਪੰਜਾਬ ਸਰਕਾਰ। ਇੱਥੇ ਕਾਰਖਾਨਾ ਲਾਵਾਂਗੇ, ਕਿੰਨੂ ਸਾਨੂੰ ਰਾ ਮਟੀਰੀਅਲ ਉਪਲਬਧ ਆ। ਇੱਥੇ ਲੋਕਾਂ ਨੂੰ ਪੈਕਿੰਗ ਕਰਕੇ ਡੱਬਾ ਬੰਦ, ਜੇ ਅਮਰੀਕਾ, ਆਸਟ੍ਰੇਲੀਆ, ਕੈਨੇਡਾ ਵਾਲੇ ਤਾਜ਼ਾ ਜੂਸ ਪੀ ਸਕਦੇ, ਵਾਈ ਨੋਟ ਵੀ। ਪਰ ਉਹ ਆ ਵੀ ਸਰਕਾਰ ਦੇਊਗੀ ਮਦਦ ਤਾਂ ਹੀ ਹੈ, ਕਿਉਂਕਿ ਸਾਡੀ ਸੰਸਥਾ ਕੋਲ ਮਾਇਆ ਹੈ ਨਹੀਂ, ਕਮੀ ਮਾਇਆ ਦੀ ਆ। ਸਰਕਾਰ ਦੇ ਦੇਵੇ। ਜਿਵੇਂ ਇਹ ਪਹਿਲਾਂ ਘਗਿਆਲ ਪਿੰਡ ਦੀ ਪੰਚਾਇਤ ਨੇ ਸਾਨੂੰ ਜਗ੍ਹਾ ਦਿੱਤੀ, ਪਲੱਸ ਕੰਗਮਾਈ ਪਿੰਡ ਦੇ ਸਾਰਾ ਹੀ ਸਾਨੂੰ ਕੋਆਪਰੇਸ਼ਨ ਦਿੱਤੀ, ਇੱਥੋਂ ਦੀ ਸਾਰੀ ਸੰਗਤ ਨੇ ਨਾਲ ਰਲ ਕੇ ਤੇ ਇਹ ਸੰਸਥਾ ਬਣੀ ਹੈ। ਇਸੇ ਤਰ੍ਹਾਂ ਜੇ ਸਰਕਾਰ ਸਾਨੂੰ ਉਸ ਪਲਾਂਟ ਲਈ ਦੇ ਦੇਵੇ ਤੇ ਅਸੀਂ ਇੱਥੇ ਸਾਡੇ ਕੋਲ ਜਗ੍ਹਾ ਉਪਲਬਧ ਆ, ਉਹ ਖੋਲ੍ਹ ਸਕਦੇ ਹਾਂ। ਇੱਥੋਂ ਫਰੈਸ਼ ਜੂਸ ਲੋਕਾਂ ਨੂੰ ਮਿਲੂਗਾ ਤੇ ਲੋਕਾਂ ਦੀ ਸਿਹਤ ਜਿਹੜੀ ਆ, ਵਿਟਾਮਿਨ ਸੀ ਉਹਦੇ ਵਿੱਚ, ਨਾ ਕੈਂਸਰ ਹੋਵੇ। ਦੇਖੋ ਤੁਹਾਨੂੰ ਇੱਕ ਗੱਲ ਮੈਂ ਦੱਸਾਂ ਕਿ ਜਿਹੜਾ ਕਿੰਨੂ ਆ ਇਹਦੇ ਵਿੱਚ ਇੱਕ ਲਿਮੋਨਿਨ ਗਲੂਕੋਸਾਈਡ ਆ, ਉਹ ਜਿਹੜਾ ਉਹ ਕੈਂਸਰ ਨੂੰ ਰੋਕਦਾ।
ਔਰ ਇਹ ਜਿਹੜਾ ਸਿਆਲ ਦੇ ਵਿੱਚ ਲੋਕੀ ਕਿਉਂਕਿ ਆਹ ਮਹੀਨੇ 3-4 ਜਿਹੜਾ ਜਿਹਨੇ ਜੂਸ ਪੀ ਜਾਣਾ ਉਹ ਜ਼ਿੰਦਗੀ 'ਚ ਕੈਂਸਰ ਬਾਰੇ ਸੋਚੇ ਹੀ ਨਾ ਵੀ ਕੋਈ ਕਿਸੇ ਕਿਸਮ ਦੀ ਕੈਂਸਰ ਹੋ ਜਾਊ। ਪਰ ਇਹ ਜੇ ਉਪਰਾਲਾ ਸਰਕਾਰ ਦਾ, ਕਿਉਂਕਿ ਅਸੀਂ ਜੇ ਪੈਸੇ ਅਸੀਂ ਕਰੋੜਾਂ ਰੁਪਏ ਨਹੀਂ ਕੱਢ ਸਕਦੇ। ਮੇਰਾ ਖਿਆਲ ਹੈ ਵੀ ਕਰੋੜ ਕੁ ਰੁਪਈਏ ਦਾ ਉਹ ਖਰਚਾ ਆ, ਤੇ ਕਰੋੜ ਕੁ ਰੁਪਈਏ ਦੇ ਵਿੱਚ ਸਾਡਾ ਇੱਥੇ ਜਿਹੜੇ ਉਹ ਬਣ ਜਾਵੇ 1 ਕਰੋੜ ਸਰਕਾਰ ਲਈ ਕੁਝ ਵੀ ਨਹੀਂ। ਉਹ ਮੈਨੂੰ ਬੇਨਤੀ ਕਰਨ ਦਿਓ, ਫਰੈਸ਼ ਜੂਸ ਅਸੀਂ ਲੋਕਾਂ ਨੂੰ ਦੇ ਸਕਦੇ ਜੀ। ਲਓ ਜੀ, 1 ਕਰੋੜ ਰੁਪਈਆ ਪੰਜਾਬ ਸਰਕਾਰ ਨੂੰ ਫੈਪਰ ਵਾਲੇ ਕਹਿੰਦੇ ਆ ਕਿ ਭਾਈ ਪਲਾਂਟ ਲਾ ਦਿਓ ਤੇ ਕਿੰਨੂ ਬਥੇਰਾ ਤੇ ਜੂਸ ਜਿਹੜਾ ਧੜਾ ਧੜ ਚੱਲੂਗਾ ਤੇ ਡਿਮਾਂਡ ਵੀ ਉਹਦੀ ਕਾਫੀ ਹੋ ਜਾਣੀ ਹੈ। ਸੋ 1 ਕਰੋੜ ਰੁਪਈਆ ਤਾਂ ਮੈਨੂੰ ਨਹੀਂ ਲੱਗਦਾ ਕੋਈ ਬਹੁਤ ਵੱਡੀ ਚੀਜ਼ ਹੈ। ਸੋ ਅਸੀਂ ਉਮੀਦ ਕਰਦੇ ਹਾਂ ਇਸ ਤਾਂ ਇਲਾਕੇ ਦੇ ਨਾਲ ਸੰਬੰਧਿਤ ਬਹੁਤ ਸਾਰੇ ਮੰਤਰੀ ਵੀ ਹੈਗੇ ਆ, ਪ੍ਰੈਸ਼ਰ ਦਬਾਅ ਜਿਹੜਾ ਉੱਥੇ ਤੱਕ ਪਹੁੰਚਣਾ ਚਾਹੀਦਾ, ਗੱਲਬਾਤ ਤੁਰਨੀ ਚਾਹੀਦੀ ਹੈ, ਕਿਉਂਕਿ ਜੇ ਬਾਕੀ ਸਾਰੀਆਂ ਚੀਜ਼ਾਂ ਇਹ ਪ੍ਰੋਸੈਸ ਕਰਕੇ ਅੱਗੇ ਤੋਰ ਸਕਦੇ ਆ ਤੇ ਜੂਸ ਵਾਲਾ ਕੰਮ ਵੀ। ਪ੍ਰਧਾਨ ਜੀ ਕੀ ਹਾਲ ਨੇ? ਬਹੁਤ ਵਧੀਆ ਜੀ। ਠੀਕ ਠਾਕ ਪਹਿਲਾਂ ਦੱਸੋ ਤਨਖਾਹ ਕਿੰਨੀ ਮਿਲਦੀ ਆ? ਤਨਖਾਹ ਕੋਈ ਨਹੀਂ ਮਿਲਦੀ ਜੀ, ਫ੍ਰੀ ਇੱਥੇ ਸੇਵਾ ਕਰਨੀ ਪੈਂਦੀ ਆ। ਪੈਟਰੋਲ ਸਾਨੂੰ ਕੋਲੋਂ ਫੂਕਣਾ ਪੈਂਦਾ। ਦੇਖੋ ਇਹ ਇੱਕ ਮੰਦਿਰ ਆ, ਇਹ ਮੰਦਿਰ ਦੇ ਅਸੀਂ ਸਾਰੇ ਰਲ ਕੇ ਸੇਵਾ ਕਰਦੇ ਆ। ਦੂਸਰੀ ਗੱਲ ਆ ਜਿਹੜੀ ਤੁਸੀਂ ਕਹੀ ਵੀ ਇਕੱਠੇ ਕਾਉਣਾ, ਇਕੱਠੇ ਇੱਥੇ ਕੋਈ ਪ੍ਰਧਾਨਗੀ ਨਹੀਂ, ਸਾਰੇ ਪ੍ਰਧਾਨ ਆ। ਠੀਕ ਆ, ਅਸੀਂ ਇੱਕ ਬਤੌਰ ਸੇਵਾਦਾਰ ਇੱਥੇ ਸੇਵਾ ਕਰਦੇ ਆ, ਨਾ ਕਿ ਅਸੀਂ ਪ੍ਰਧਾਨਗੀ ਲੈ ਕੇ ਬੈਠੇ ਆ। ਇਹੀ ਸਾਡੀ ਸੰਸਥਾ ਦਾ ਮੁੱਖ ਉਦੇਸ਼ ਆ ਵੀ ਅਸੀਂ ਪਿਓਰ ਚੀਜ਼ ਪੈਦਾ ਕਰਕੇ ਪਬਲਿਕ ਨੂੰ ਪਿਓਰ ਚੀਜ਼ ਦੇਈਏ। ਠੀਕ ਆ, ਜੇ ਅਸੀਂ ਸਰਕਾਰ ਨੂੰ ਦਿੰਦੇ ਜਾਂ ਪਬਲਿਕ ਨੂੰ ਦਿੰਦੇ ਆ, ਪਬਲਿਕ ਨੂੰ ਇਹ ਸਾਡੇ ਚੀਜ਼ਾਂ ਵੱਧ ਤੋਂ ਵੱਧ ਵਰਤਣੀਆਂ ਚਾਹੀਦੀਆਂ। ਇਹਦੇ ਵਿੱਚ ਪਿਓਰਟੀ ਆ, 100% ਪਿਓਰ ਆ ਚੀਜ਼ਾਂ ਬਣਦੇ ਅਸੀਂ ਦਿੰਦੇ ਆ। ਤੁਸੀਂ ਗਾਰੰਟੀ ਲੈਂਦੇ ਹੋ ਕਿ ਤੁਹਾਡੇ, ਕਿਉਂਕਿ ਬਹੁਤ ਸਾਰੇ ਆਊਟਲੈਟ ਨੇ, ਸਟੋਰ ਨੇ, ਇੱਧਰ ਉੱਧਰ ਤੁਸੀਂ ਚੀਜ਼ਾਂ ਵੇਚਦੇ ਹੋ, ਸਟਾਲ ਵੀ ਤੁਹਾਡੇ ਲੱਗਦੇ ਮੇਲਿਆਂ ਦੇ ਵਿੱਚ, ਵੀ ਜਿਹੜਾ ਬੰਦਾ ਤੁਹਾਡਾ ਸਮਾਨ ਲੈ ਕੇ ਜਾਊ ਪਿਓਰ ਹੀ ਹੋਊਗਾ? ਬਿਲਕੁਲ ਜੀ, 100% ਪਿਓਰ ਆ। ਅਸੀਂ ਇਹ ਨਾਲ ਦੀ ਨਾਲ ਇਹ ਚੈਲੰਜ ਵੀ ਕਰਦੇ ਆ, ਅਗਰ ਸਾਡੇ ਪ੍ਰੋਡਕਟ 'ਚ ਕੋਈ ਕੰਪਲੇਂਟ ਆਵੇ ਸਾਨੂੰ ਆ ਕੇ ਦੱਸੋ। ਅਸੀਂ ਕੋਈ ਮਤਲਬ ਇੱਦਾਂ ਦੀ ਕੋਈ ਮਿਲਾਵਟ ਨਹੀਂ ਕਰਦੇ। ਸਾਡਾ ਸੰਸਥਾ ਦਾ ਮੁੱਖ ਉਦੇਸ਼ ਹੀ ਇਹ ਆ ਵੀ ਲੋਕਾਂ ਨੂੰ ਪਿਓਰ ਚੀਜ਼ ਦੇਣੀ ਆ। ਠੀਕ ਆ, ਔਰ ਪਿਓਰ ਖਾਣਾ। ਠੀਕ ਆ, ਜੇ ਅਗਰ ਚੰਗਾ ਖਾਣਾ ਖਾਵਾਂਗੇ, ਅਸੀਂ ਵੀ ਖੁਦ ਚੰਗਾ ਖਾਵਾਂਗੇ, ਤੇ ਸਾਡੇ ਜਿਹੜੇ ਬੱਚੇ ਵੀ ਆਉਣ ਵਾਲਾ ਭਵਿੱਖ ਜਿਹੜਾ ਉਹ ਵਧੀਆ ਹੋਊਗਾ। ਹਾਂ ਸਰਪ੍ਰਸਤ ਸਾਹਿਬ, ਮੈਂ ਤੁਹਾਡੇ ਕੋਲ ਆਉਣਾ ਹੁਣ ਇਸ ਕਰਕੇ ਤੁਹਾਡੇ ਕੋਲ ਆਉਣ ਲੱਗਿਆ ਕਿ ਜਦੋਂ ਪਿਓਰਟੀ ਦੀ ਗੱਲ ਆਉਂਦੀ ਨਾ ਕਿ ਸ਼ੁੱਧ ਚੀਜ਼ ਚਾਹੀਦੀ ਆ, ਮਾੜੀ ਮੋਟੀ ਨਿਗਾਹ ਨੂਗਾ ਰੱਖਦੇ ਹੋ ਜਦੋਂ ਬਣਦੀ ਹੈ ਚੀਜ਼ ਇੱਧਰਲੇ ਪਾਸੇ, ਜਦੋਂ ਬਾਕੀਆਂ ਨੂੰ ਕੋਈ ਰਿਸ਼ਤੇਦਾਰਾਂ ਨੂੰ ਕੋਈ ਹੋਰ ਸੰਗਤ ਆਉਂਦੀ ਆਲੇ ਦੁਆਲੇ, ਉਹਨਾਂ ਨੂੰ ਕਹਿੰਦੇ ਹੋ ਕਿ ਭਾਈ ਉੱਥੋਂ ਚੰਗੀ ਚੀਜ਼ ਮਿਲਦੀ ਲੈ ਜਾਓ? ਇੱਥੇ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੀ ਤੁਸੀਂ ਸ਼ੁੱਧ ਤੇ ਅਸ਼ੁੱਧ ਦੀ ਪਰਿਭਾਸ਼ਾ ਵਰਤੀ ਹੈਗੀ, ਇੱਥੇ ਪਰ ਅਸ਼ੁੱਧ ਦੀ ਪਰਿਭਾਸ਼ਾ ਕੰਮ ਹੀ ਨਹੀਂ ਕਰਦੀ। ਠੀਕ ਹੈ, ਸਾਰਾ ਕੁਝ ਹੀ ਸ਼ੁੱਧ ਆ, ਕਿਉਂ ਜਦੋਂ ਰॉ ਮਟੀਰੀਅਲ ਆਣਾ ਹੈਗਾ ਇੱਥੇ ਪ੍ਰੋਸੈਸ ਹੁੰਦਾ ਹੈ ਸਾਡੀ ਨਿਗਾਹ ਦੇ ਸਾਹਮਣੇ। ਜੀ, ਉਹਦੇ ਵਿੱਚ ਮਿਲਾਵਟ ਦੇ ਵਿੱਚ ਪਾਣਾ ਕੀ ਹੈਗਾ ਸਾਨੂੰ ਇਹ ਅੱਜ ਤੱਕ ਇਹੀ ਨਹੀਂ ਪਤਾ। ਠੀਕ ਹੈ ਜੀ। ਸੋ ਸਾਰੀਆਂ ਹੀ ਚੀਜ਼ਾਂ ਸ਼ੁੱਧ ਨੇ। ਜਿਸ ਤਰ੍ਹਾਂ ਕਿ ਸ਼ਹਿਦ ਹੈਗਾ ਹੁਣ ਸ਼ਹਿਦ ਦੇ ਵਿੱਚੋਂ ਜੇ ਅਸੀਂ ਇੱਥੇ ਡਰਮ ਮੁਹੱਈਆ ਕਰਦੇ ਹਾਂ ਕਿ ਉਹਨਾਂ ਕਿਸਾਨਾਂ ਨੂੰ ਜਿਹੜੇ ਸ਼ਹਿਦ ਲੈ ਕੇ ਆਣਗੇ, ਉਹ ਕੀ ਪਾ ਕੇ ਆਣਗੇ ਸ਼ਹਿਦ ਦੇ ਵਿੱਚ? ਕੁਝ ਵੀ ਨਹੀਂ। ਸ਼ਹਿਦ ਦੀਆਂ ਮੱਖੀਆਂ ਜਿਹੜਾ ਸ਼ਹਿਦ ਬਣਾਉਂਦੀਆਂ ਹੈਗੀਆਂ ਉਹੀ ਉਹਨਾਂ ਕੰਟੇਨਰ 'ਚ ਤੇ ਆਉਂਦਾ ਹੈ। ਇੱਥੇ ਉਹ ਸਾਫ਼ ਸੁਥਰਾ ਹੁੰਦਾ, ਪ੍ਰੋਸੈਸ ਹੁੰਦਾ ਆ। ਠੀਕ ਹੈ ਜੀ। ਔਰ ਉਹਦੀ ਬੋਟਲਿੰਗ ਹੋ ਜਾਂਦੀ ਆ। ਸੋ ਇੱਥੇ ਕੋਈ ਮਿਲਾਵਟ ਨਹੀਂ ਹੈਗੀ, ਨਾ ਕਿਸਾਨ ਵੱਲੋਂ ਤੇ ਨਾ ਸੁਸਾਇਟੀ ਵੱਲੋਂ। ਕਿਉਂ ਸੁਸਾਇਟੀ ਦਾ ਹੱਥ ਦਿੰਦੀ ਆ, ਕਹਿੰਦੇ ਕਿਸਾਨ ਨੂੰ ਆਪਣੇ ਹੱਥਾਂ 'ਤੇ ਰੱਖ ਕੇ ਕਿਸਾਨ ਨੂੰ ਲੈ ਕੇ ਆਉਂਦੀ, ਉਹਦਾ ਪ੍ਰੋਡਕਟ ਲੈ ਕੇ ਆਉਂਦੀ ਆ, ਔਰ ਇੱਥੇ ਉਹਨੂੰ ਬੋਟਲਿੰਗ ਕਰ ਦਿੰਦੀ ਆ, ਔਰ ਉਹੀ ਚੀਜ਼ ਆਊਟਲੈਟਸ ਦੇ ਰਾਹੀਂ ਬਾਹਰ ਲੋਕਾਂ ਦੇ ਹੱਥਾਂ ਤੱਕ ਪਹੁੰਚ ਜਾਂਦੀ ਆ ਜਿਹੜੇ ਇਸਤੇਮਾਲ ਕਰਦੇ ਆ। ਹੁਣ ਰਹੀ ਗੱਲ ਹਲਦੀ ਦੀ, ਹਲਦੀ ਪਿਓਰ ਆ, 100% ਪਿਓਰ ਆ। ਤੁਸੀਂ ਬਾਜ਼ਾਰ ਦੀ ਹਲਦੀ ਜਿਹੜੀ ਕੋਈ ਖਰੀਦੋਗੇ, ਉਹਦਾ 1 ਚਮਚਾ ਪਾ ਕੇ ਹਲਦੀ ਦੀ ਸਬਜ਼ੀ ਬਣਾਓਗੇ, ਇਹ ਚੌਥਾ ਹਿੱਸਾ ਚਮਚਾ ਇਸਤੇਮਾਲ ਹੋਣਾ। ਇਹਦਾ ਮਤਲਬ ਸ਼ੁੱਧ ਤਦ ਹੀ ਚੌਥਾ ਹਿੱਸਾ ਚਮਚਾ ਲੱਗਾ ਨਾ। ਸੋ ਪਹਿਲਾਂ ਖਾ ਕੇ ਦੇਖੋਗੇ ਤਾਂ ਹੀ ਲੱਗੂ ਨਾ ਪਤਾ। ਗੱਲਾਂ ਤਾਂ ਕਰਨੀਆਂ ਬੜੀਆਂ ਸੌਖੀਆਂ ਨੇ ਵੀ ਅਸ਼ੁੱਧ ਆ, ਪਰ ਕੋਈ ਬੰਦਾ ਪ੍ਰੂਵ ਕਰੇ ਕਿ ਅਸ਼ੁੱਧ ਹੈਗੀ ਹੈ। ਅੱਜ ਤੱਕ ਕੋਈ ਸ਼ਿਕਾਇਤ ਅੱਜ ਤੱਕ ਆਈ ਨਹੀਂ, ਕੋਈ ਕਸਰ ਨਹੀਂ ਛੱਡੀ, ਅਸੀਂ ਨਹੀਂ ਛੱਡੀ। ਕਿੰਨਾ ਚਿਰ ਹੋ ਗਿਆ ਸੁਸਾਇਟੀ ਬਣੀ ਨੂੰ? 2001 ਦੇ ਵਿੱਚ ਅਸਲ ਤੌਰ ਤੇ ਇੰਸਟਾਲ ਹੋਈ ਸੀਗੀ। 22-23 ਸਾਲ ਹੋ ਗਏ ਜੀ। ਠੀਕ ਹੈ। ਤੇ ਉਦੋਂ ਦਾ ਹੀ ਇਹ ਪਲਾਂਟ ਹੈਗਾ ਆਪਣੇ ਭਰ ਜਵਾਨੀ 'ਚ ਹੁਣ ਪੈਦਾ ਹੋਇਆ। ਪਹਿਲਾਂ ਤਾਂ ਜੰਮਿਆ, ਫਿਰ ਹੌਲੀ ਹੌਲੀ ਵਧਿਆ, ਫਿਰ ਹੁਣ ਜਵਾਨ ਹੋ ਗਿਆ ਜੀ। ਠੀਕ ਹੈ ਜੀ। ਔਰ ਉਸ ਜਵਾਨੀ ਦੇ ਵਿੱਚ ਅਸੀਂ ਸਦਾ ਹੀ ਉਹ 300-350 ਜਿਹੜੇ ਕਿਸਾਨ ਇਹ ਤਸੱਵਰ ਕਰਦੇ ਹੈਗੇ ਕਿ ਸਾਨੂੰ ਜਿਹੜੀ ਕੋਈ ਵੀ ਸੋ ਕਾਲ ਜਿਹੜੀ ਹੈਗੀ ਆ ਤੁਹਾਡੀਆਂ ਬਣਦੀਆਂ ਹੈਗੀਆਂ, ਸਾਡੀਆਂ ਤੁਹਾਡੀਆਂ ਬਣਦੀਆਂ ਹੈਗੀਆਂ ਇਹ ਸਰਕਾਰਾਂ, ਇਹ ਸਾਡੀ ਮਦਦ ਕਰਨ, ਸਾਡਾ ਹੱਥ ਫੜਨ ਚੰਗੀ ਤਰ੍ਹਾਂ ਤੇ ਤੁਸੀਂ ਕਰ ਸਕਦੇ ਹੋ। ਅਸੀਂ ਤਾਂ ਚੱਕ ਦੇਵਾਂਗੇ ਫੱਟੇ। ਲਓ ਜੀ, ਜਨਰਲ ਸਕੱਤਰ ਸਾਹਿਬ ਆਓ ਜੀ, ਜਰਾ ਇੱਧਰ ਅੱਗੇ ਆਓ ਜਰਾ। ਮੈਂ ਇੱਕ ਵਾਰ ਫੇਰ ਦੱਸ ਦਿਆਂ ਕਿ ਅਸੀਂ ਘਗਿਆਲ ਕੰਗਮਈ ਫੈਪਰੋ ਦੇ ਵਿੱਚ ਹਾਂ। ਉਹ ਸੰਸਥਾ ਜਿਹੜੀ 23 ਸਾਲ ਦੀ ਉਮਰ ਤੱਕ ਪਹੁੰਚ ਚੁੱਕੀ ਹੈ। 350 ਦੇ ਕਰੀਬ ਕਿਸਾਨ ਇਹਦੇ ਮੈਂਬਰ ਨੇ ਤੇ ਆਪਣੇ ਤੌਰ ਦੇ ਉੱਤੇ ਟਿੱਲ ਇਹਨਾਂ ਨੇ ਪੂਰਾ ਲਾਇਆ ਕਿ ਭਾਈ ਚੰਗੀ ਚੀਜ਼ ਜਿਹੜੀ ਹੈ ਉਹ ਲੋਕਾਂ ਤੱਕ ਉਪਲਬਧ ਕਰਾਉਣੀ ਹੈ। ਜੇ ਕੈਨੇਡਾ ਅਮਰੀਕਾ ਵਾਲੇ, ਆਸਟ੍ਰੇਲੀਆ ਨਿਊਜ਼ੀਲੈਂਡ ਵਾਲੇ, ਇੰਗਲੈਂਡ ਤਾਂ ਯੂਰਪ ਵਾਲੇ ਤੁਹਾਡੇ ਕੋਲੋਂ ਮੰਗ ਕਰਨਗੇ ਭਾਈ ਸਾਨੂੰ ਸਹੀ ਗੁੜ ਚਾਹੀਦਾ, ਜਿਹੜੀ ਕੱਲ ਨੂੰ ਚਾਹ ਵੀ ਬਣਾਉਣ ਤਾਂ ਚਾਹ ਖਰਾਬ ਨਾ ਹੋਵੇ,
ਜੇ ਰੋਟੀ ਤੋਂ ਬਾਅਦ ਵੀ ਮਾੜਾ ਮੋਟਾ ਕੋਈ ਖਾਣਾ ਹੋਵੇ ਤਾਂ ਸਾਡਾ ਹਾਜ਼ਮਾ ਦਰੁਸਤ ਰਹੇ। ਗਰੰਟੀ ਕਰਦੇ ਹੋ ਕਿ ਭਾਈ ਇੱਥੇ ਦਾ ਗੁੜ ਠੀਕ ਹੋਊਗਾ? ਬਿਲਕੁਲ, ਮਤਲਬ ਆ ਜਿਹੜਾ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਜਿਹੜੀ ਆ ਸਾਡੀ ਹੈ ਕੰਢੀ ਦੀ ਬੈਲਟ ਹੈ, ਇਹਦੀ ਪੀਐਚ ਵੈਲਿਊ ਜਿਹੜਾ ਹੈ ਗੰਨੇ ਦੇ ਇੰਨੀ ਫਿੱਟ ਹੈ ਕਿ ਆਪਣੇ ਸੈਂਟਰ ਸਰਕਾਰ ਨੇ ਜਿਹੜਾ ਹੈਗਾ ਸਾਡਾ ਮੇਨ ਜਿਹੜਾ ਪ੍ਰੋਡਕਟ ਇਸ ਇਲਾਕੇ ਦਾ ਰੱਖਿਆ ਉਹ ਗੁੜ ਰੱਖਿਆ। ਉਹਦੇ ਵਾਸਤੇ ਜਿਹੜੇ ਹੈ ਹੁਣ ਸਾਨੂੰ ਵੀ ਜਿਹੜੀ ਹੈ ਕਿ ਇੱਕ ਗ੍ਰਾਂਟ ਦਿੱਤੀ ਹੈਗੀ ਉਹ 12 ਕੁ ਲੱਖ ਰੁਪਏ ਦੀ ਕਿ ਅਸੀਂ ਜਿਹੜਾ ਹੈਗਾ ਇਸ ਪਲਾਂਟ ਨੂੰ ਕਰੀਏ। ਤੇ ਇਹਦੇ ਬਿਲਕੁਲ ਮਤਲਬ ਦੂਰ ਆਇਆ ਨਹੀਂ ਕਿ ਅਸੀਂ ਜਿਹੜਾ ਹੈਗਾ ਸਟੈਂਡਰਡ ਦਾ ਗੁੜ, ਸ਼ੱਕਰ ਤੇ ਵੈਲਿਊ ਐਡਡ ਗੁੜ ਨਾ ਜਿਹੜਾ ਹੈਗਾ ਸਪਲਾਈ ਕਰ ਪਾਵਾਂਗੇ। ਬਿਲਕੁਲ ਵਧੀਆ ਢੰਗ ਦਾ ਜਿਹੜਾ ਹੈਗਾ ਸਟੈਂਡਰਡ ਦਾ ਅਸੀਂ ਹਰ ਫੁੱਟੇ ਨੂੰ ਜਿਹੜਾ ਹੈਗਾ ਆ ਮੇਚ ਖਾਂਦਾ ਜਿਹੜਾ ਕੁਆਲਿਟੀ ਦਾ ਗੁੜ ਜਿਹੜਾ ਹੈ ਉਹ ਸਪਲਾਈ ਕਰਾਂਗੇ। ਸੈਕਟਰੀ ਸਾਹਿਬ ਗੱਲ ਪਤਾ ਕੀ ਆ, ਜਦੋਂ ਤਾਂ ਅਸੀਂ ਘਰ ਲਈ ਕੋਈ ਚੀਜ਼ ਬਣਾਉਂਦੇ ਆ ਅਸੀਂ ਸਫਾਈ ਦਾ ਵੀ ਧਿਆਨ ਰੱਖਦੇ ਆ, ਕੋਈ ਮੱਖੀ ਮੁੱਖੀ ਵੀ ਨਾ ਉੱਥੇ ਆਵੇ, ਕਿਉਂਕਿ ਘਰ ਖਾਣੀ ਨਾ ਚੀਜ਼। ਤੇ ਹੁਣ ਤੁਸੀਂ ਕਰਨੀ ਆ ਸਪਲਾਈ, ਤੁਸੀਂ ਤਾਂ ਇੱਥੇ ਆਪਣੇ ਸਟੋਰ ਦੇ ਉੱਤੇ ਅੱਗੇ ਵੇਚਣੀ ਵੀ ਹੈ, ਚਾਹੇ ਪੈਸੇ ਦੇ ਘਰ ਨੂੰ ਨਹੀਂ ਲੈ ਕੇ ਜਾਣੇ, ਉੱਥੇ ਫਿਰ ਸਫਾਈ ਤਾਂ ਬਹੁਤ ਜ਼ਿਆਦਾ ਹੁੰਦੀ ਨਹੀਂ ਨਾ। ਨਹੀਂ, ਆ ਤੁਹਾਡੇ ਸਾਹਮਣੇ ਦੇਖੋ 12 ਕਰੋੜ। ਹਾਂ ਬਿਲਕੁਲ ਤੁਹਾਨੂੰ ਆ ਦਿਖਾਵਾਂਗੇ ਕਿ ਅਸੀਂ ਬਿਲਕੁਲ ਜਾਲੀ ਉਹਨੂੰ ਬਿਲਕੁਲ ਜਿਹੜਾ ਹੈਗਾ ਆ ਕਲੈਨਲੀਨੈਸ ਦੇ ਪਾਸਿਓਂ ਕਿਸ ਤਰ੍ਹਾਂ ਵੀ ਕੋਈ ਕਮੀ ਨਹੀਂ ਛੱਡੀ ਉਹ, ਤੇ ਤੁਹਾਨੂੰ ਮੈਂ ਦਿਖਾਵਾਂਗਾ ਵੀ। ਇਸ ਕਰਕੇ ਬਿਲਕੁਲ ਤੁਸੀਂ ਯਕੀਨ ਕਰੋ ਕਿ ਅਸੀਂ ਇਹਨਾਂ ਦੋ ਮਿਸ਼ਨਸ ਨੂੰ ਲੈ ਕੇ ਤੁਰੇ ਆ। ਨੰਬਰ 1 ਤੇ ਤਾਂ ਸਾਡਾ ਹੈ ਕਿ ਸਮੂਹਿਕ ਤੌਰ ਤੇ ਅਸੀਂ ਜਿਹੜਾ ਹੈਗਾ ਆ ਇਸ ਇਲਾਕੇ ਦੇ ਵਿੱਚ ਪੰਜਾਬ ਸਟੇਟ ਦੇ ਵਿੱਚ ਇੱਕ ਪਾਇਲਟ ਪ੍ਰੋਜੈਕਟ ਅਸੀਂ ਬਣਾਇਆ ਹੈ, ਜਿਹੜਾ ਕਿ ਇਹ ਦਰਸਾਉਂਦਾ ਹੈ ਕਿ 350 ਤੋਂ 400 ਕਿਸਾਨ ਜਿਹੜੇ ਹੈਗੇ ਆ ਰਲ ਕੇ ਕਿਸ ਤਰ੍ਹਾਂ ਕੰਮ ਕਰ ਰਹੇ ਨੇ। ਤੇ ਦੂਸਰਾ ਮਤਲਬ ਸਾਡਾ ਮੇਨ ਮਿਸ਼ਨ ਹੈ ਕਿ ਇਸ ਵੇਲੇ ਅਡਲਟਰੇਸ਼ਨ ਜਿਹੜੀ ਹੈ ਜਾਂ ਫਰਟੀਲਾਈਜ਼ਰ ਦਾ ਜਾਂ ਇਨਸੈਕਟੀਸਾਈਡ ਦਾ ਜਾਂ ਵੀਡੀਸਾਈਡ ਦਾ ਇੰਨਾ ਜਿਹੜਾ ਹੈਗਾ ਆ ਪ੍ਰਕੋਪ ਵੱਧ ਗਿਆ ਕਿ ਮਾਂ ਦੇ ਗਰਭ ਵਿੱਚ ਬੱਚੇ ਨੂੰ ਜਿਹੜੀ ਖੁਰਾਕ ਹੈਗੀ ਆ ਉਹ ਵੀ ਜਿਹੜੀ ਹੈਗੀ ਆ ਪਿਓਰ ਨਹੀਂ ਮਿਲ ਰਹੀ। ਅਸੀਂ ਇਹਨੂੰ ਇਹ ਬਤੌਰ ਚੈਲੰਜ ਲਿਆ ਹੈ ਕਿ ਅਸੀਂ ਜੋ ਵੀ ਪ੍ਰੋਡਕਟ ਜਿਹੜਾ ਹੈ ਇੱਥੇ ਤਿਆਰ ਕਰਾਂਗੇ, ਅਸੀਂ ਜ਼ਿਮੀਂਦਾਰ ਨੂੰ ਪਹਿਲਾਂ ਇਸ ਗੱਲ ਲਈ ਤਿਆਰ ਕਰਦੇ ਹਾਂ ਕਿ ਵਿਦਿਨ ਲਿਮਿਟ ਜਿਹੜਾ ਹੈ ਉਹਦੇ ਵਿੱਚ ਫਰਟੀਲਾਈਜ਼ਰ ਵਗੈਰਾ ਦੀ ਵਰਤੋਂ ਕਰਨੀ ਹੈ। ਤੇ ਉਹ ਤੋਂ ਬਾਅਦ ਅਸੀਂ ਬਿਲਕੁਲ ਜਿਸ ਤਰ੍ਹਾਂ ਪ੍ਰਧਾਨ ਹੋਣਾ ਨੇ ਜਾਂ ਚਟਾਲਾ ਸਾਹਿਬ ਨੇ ਦੱਸਿਆ ਕਿ ਅਸੀਂ ਬਿਲਕੁਲ ਮਤਲਬ ਜਿਹੜਾ ਹੈ ਉਹਦੀ ਪਿਓਰਿਟੀ ਦਾ ਖਿਆਲ ਰੱਖਦੇ ਹਾਂ। ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਆਮ ਤੌਰ ਤੇ ਮਾਰਕੀਟ ਦੇ ਵਿੱਚ ਜਿਹੜੀ ਹੈ ਤੁਹਾਡੇ ਹਲਦੀ ਪਾਊਡਰ ਮਿਲਦਾ, ਉਹਦੇ ਵਿੱਚ ਜ਼ਿੰਕ ਕਰੋਮੇਟ ਉਹਦਾ ਪੀਲਾ ਰੰਗ ਦੇਣ ਵਾਸਤੇ ਬੜਾ ਜ਼ਹਿਰੀਲਾ ਜਿਹੜਾ ਹੈਗਾ ਆ ਆਪਣੇ ਇੱਕ ਕੈਮੀਕਲ ਲਾਇਆ ਜਾਂਦਾ, ਜਦ ਕਿ ਸਾਡੇ ਇਸ ਤਰ੍ਹਾਂ ਦੀ ਕੋਈ ਵੀ ਮਿਕਸਿੰਗ ਨਹੀਂ ਕੀਤੀ ਜਾਂਦੀ। ਸੋ ਮੈਂ ਤੁਹਾਨੂੰ ਜਿਹੜਾ ਹੈ ਯਕੀਨ ਦਿਵਾਉਣਾ ਕਿ ਜੋ ਵੀ ਆਰਡਰ ਆਏਗਾ ਉਹ ਬਿਲਕੁਲ 100% ਅਸੀਂ ਜਿਹੜਾ ਪਿਓਰ ਉਹਨੂੰ ਤਿਆਰ ਕਰਾਂਗੇ ਤੇ ਅਸੀਂ ਇੰਟਰਨੈਸ਼ਨਲ ਮਾਰਕੀਟ ਵਿੱਚ ਸਪਲਾਈ ਕਰ ਵੀ ਰਹੇ ਹਾਂ, ਕਿਉਂਕਿ ਗਲਫ ਕੰਟਰੀ ਦੇ ਵਿੱਚ ਸਾਡਾ ਮਾਲ ਜਾ ਰਿਹਾ। ਤੇ ਜੇ ਸਾਨੂੰ ਕੈਨੇਡਾ, ਅਮਰੀਕਾ, ਇੰਗਲੈਂਡ ਤੋਂ ਵੀ ਕੋਈ ਬਿਗ ਆਰਡਰ ਆਏਗਾ ਤਾਂ ਬਾਖੂਬੀ ਅਸੀਂ ਜਿਹੜਾ ਹੈਗਾ ਆ ਉਹਨੂੰ ਸਪਲਾਈ ਕਰਾਂਗੇ। ਠੀਕ ਹੈ ਜੀ, ਆਇਓ ਜੀ ਕੈਨੇਡਾ ਵਾਲਿਓ। ਸਰਦਾਰ ਚਰਨਜੀਤ ਸਿੰਘ ਸਰੋਆ ਸਾਹਿਬ ਨੇ ਸਰੋਆ ਸਾਹਿਬ ਮੈਨੂੰ ਇੱਕ ਗੱਲ ਦੱਸਿਓ ਕਿ ਜੇ ਮੈਨੂੰ ਨਹੀਂ ਪਤਾ ਕਿ ਉੱਥੇ ਕੈਨੇਡਾ ਦੇ ਵਿੱਚ ਤੁਸੀਂ ਗੁੜ ਖਾਂਦੇ ਹੋ, ਗੁੜ ਦੀ ਖਪਤ ਕਿੰਨੀ ਕੁ ਹੁੰਦੀ ਹੈ ਆਮ ਪੰਜਾਬੀ ਪਰਿਵਾਰ, ਕਿਉਂਕਿ ਲੱਖਾਂ ਦੀ ਗਿਣਤੀ 'ਚ ਨੇ, ਜੇ ਉੱਥੇ ਆਮ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਭਾਈ ਇਹ 350 ਕਿਸਾਨਾਂ ਦਾ ਇੱਕ ਸਮੂਹ ਹੈ, ਗਰੁੱਪ ਹੈ, ਜਿਹੜਾ ਕਿ ਕੋਸ਼ਿਸ਼ ਕਰਦਾ ਕਿ ਭਾਈ ਅਸੀਂ ਸ਼ੁੱਧ ਚੀਜ਼ ਬਣਾਉਣੀ ਆ, ਚਾਹੇ ਉਹ ਗੁੜ ਹੈ, ਚਾਹੇ ਉਹ ਹਲਦੀ ਹੈ, ਚਾਹੇ ਉਹ ਦਾਲਾਂ ਨੇ, ਇਹ ਜੇ ਉੱਥੇ ਸਪਲਾਈ ਹੋਣ ਤਾਂ ਦੁਕਾਨਾਂ ਦੇ ਉੱਤੇ ਡਿਮਾਂਡ ਹੋਏਗੀ, ਲੋਕ ਇਹਨੂੰ ਖਰੀਦਣਾ ਚਾਹਣਗੇ। ਇਸ ਤਰ੍ਹਾਂ ਹੈਗਾ ਕਿ ਮੈਂ 14 ਸਾਲ ਦਾ ਉੱਥੇ ਹੈਗਾ ਤੇ ਜਿਹੜਾ ਗੁੜ ਹੈਗਾ ਉਹਦੀ ਇੰਨੀ ਜ਼ਿਆਦਾ ਡਿਮਾਂਡ ਹੈ, ਜੇ ਸਹੀ ਗੁੜ ਹੈ ਤਾਂ। ਮੈਂ ਖੁਦ ਪਿਛਲੇ ਮੇਰੇ ਖਿਆਲ 'ਚ 8 ਤੋਂ 10 ਸਾਲ ਹੋ ਗਏ ਸਿਰਫ ਗੁੜ ਵਾਲੀ ਚਾਹ ਪੀਦੀ ਆ, ਤੇ ਜੇ ਗੁੜ ਉੱਥੇ ਸ਼ੁੱਧ ਪਹੁੰਚੇ ਤੇ ਹੱਥੋਂ ਹੱਥੀ ਵਿਕੂਗਾ। ਤੇ ਦੂਸਰੀ ਗੱਲ ਮੈਂ ਇੱਕ ਹੋਰ ਕਹਿਣਾ ਚਾਹੁੰਦਾ, ਜਿਵੇਂ ਸੈਕਟਰੀ ਸਾਹਿਬ ਨੇ ਕਿਹਾ ਕਿ ਜਿਹੜੀ ਇੱਥੇ ਜਿਵੇਂ ਕਿ ਹੁਸ਼ਿਆਰਪੁਰ ਪੜ੍ਹਿਆ ਲਿਖਿਆਂ ਦੀ ਧਰਤੀ ਆ, ਕਿ ਇਸ ਜ਼ਮੀਨ ਦੀ ਜਿਹੜੀ ਪੀਐਚ ਵੈਲਿਊ 6.5 ਆ। ਮੈਂ ਉਹ ਕਲੈਰੀਫਾਈ ਕਰਨਾ ਚਾਹੁੰਦਾ ਕਿ ਜਿਹੜੀ ਪੀਐਚ ਵੈਲਿਊ ਹੈ ਉਹਦਾ ਸਕੇਲ ਹੈਗਾ 1 ਤੋਂ 14। 1 ਹੁੰਦਾ ਐਸਿਡਿਕ, 14 ਹੁੰਦਾ ਬੇਸਿਕ। 6.5 ਮਤਲਬ ਨਿਊਟਰਲ। ਇਹਦਾ ਮਤਲਬ ਇਸ ਇਲਾਕੇ 'ਚ ਪੈਦਾ ਹੋਣ ਵਾਲਾ ਜਿਹੜਾ ਗੁੜ ਹੈਗਾ ਉਹ ਨਿਊਟਰਲ ਜ਼ਮੀਨ ਤੋਂ ਪੈਦਾ ਹੋਇਆ, ਬਿਲਕੁਲ ਸ਼ੁੱਧ ਹੈਗਾ ਤੇ ਉਹ ਬਹੁਤ ਜ਼ਿਆਦਾ ਸਿਹਤਮੰਦ ਹੈਗਾ। ਤੇ ਜੇ ਉੱਥੇ ਪਹੁੰਚ ਜਾਵੇ ਤੇ ਇਹ ਤੋਂ ਵਰਗਾ ਕੋਈ ਵਧੀਆ ਕੰਮ ਨਹੀਂ ਹੋ ਸਕਦਾ। ਬਿਲਕੁਲ ਬਿਲਕੁਲ ਠੀਕ ਹੈ ਜੀ, ਅਸੀਂ ਟੈਸਟ ਟੁਸਟ ਕਰਾ ਲੈਣਾ, ਜਾਣੀ ਕਿ ਹੁਣ ਦਾਅਵਾ ਤਾਂ ਸਾਰਿਆਂ ਨੇ ਕਰ ਦਿੱਤਾ। ਹੋਰ ਕੋਈ ਸੱਜਣ ਜੇ ਕੋਈ ਗੱਲ ਕਰਨਾ ਚਾਹੁੰਦਾ, ਮੈਂ ਚਾਹੁੰਦਾ ਸੀ ਤੁਹਾਡਾ ਸਟੋਰ ਵੀ ਦੇਖੀਏ, ਗੰਨੇ ਵਾਲਾ ਜਗਾੜ ਵੀ ਦੇਖ ਲਈਏ ਤੇ ਕੱਲੀ ਕੱਲੀ ਚੀਜ਼ ਪੁੱਛ ਲਈਏ। ਚੜਾਲਾ ਸਾਹਿਬ ਚਲੀਏ? ਹਾਂਜੀ ਹਾਂਜੀ, ਜਿੱਧਰ ਵੀ ਲੈ ਕੇ ਜਾਣਾ ਅੱਜ ਤੁਸੀਂ ਤੁਰੋ ਜੀ ਸਾਡੇ ਨਾਲ। ਸੋ ਇਹ ਇਸ ਵੇਲੇ ਜਿਸ ਬਿਲਡਿੰਗ ਦੇ ਵਿੱਚ ਆਪਾਂ ਇਲਾਕੇ 'ਚ ਖੜੇ ਆ, ਇੱਥੇ ਹਲਦੀ ਸੁਕਾਉਂਦੇ ਆ ਜੀ। ਇਹ ਜਿਹੜਾ ਫਰਸ਼ ਹੈ ਸਾਰਾ, ਇੱਥੇ ਹਲਦੀ ਸੁਕਾਈ ਜਾਂਦੀ ਹੈ ਤੇ ਹਾਂਜੀ ਹਲਦੀ ਦੀਆਂ ਗੱਠੀਆਂ ਜਿਹੜੀਆਂ ਉਹਨਾਂ ਨੂੰ ਸੁਕਾਉਣਾ ਹੁੰਦਾ।
ਲਓ ਜੀ, ਇਹ 350 ਕਿਸਾਨਾਂ ਦਾ ਸਮੂਹ ਪਿਛਲੇ 23 ਸਾਲ ਤੋਂ ਜਿਸ ਕੰਮ ਦੇ ਵਿੱਚ ਲੱਗਿਆ ਹੋਇਆ, ਤੇ ਅਸੀਂ ਹੁਣ ਜਿਹੜੇ ਪੋਰਸ਼ਨ ਦੇ ਵਿੱਚ ਜਾ ਰਹੇ ਹਾਂ ਇੱਥੇ ਸ਼ਹਿਦ ਦਾ ਕੰਮ ਹੈ ਜੀ। ਜੀ ਆਓ ਜੀ ਅੱਗੇ। ਹਾਂਜੀ, ਸੋ ਹਨੀ ਪ੍ਰੋਸੈਸਿੰਗ ਯੂਨਿਟ ਹੈ ਜੀ। ਹਾਂਜੀ ਦੱਸੋ ਜੀ, ਕੀ ਇਹਦੇ ਬਾਰੇ? ਇੱਥੇ ਕਿਸਾਨ ਜਾਂ ਸਹਾਇਕ ਧੰਦਾ ਕਰਦੇ ਆਪਣਾ ਸ਼ਹਿਦ ਲੈ ਕੇ ਆਉਂਦੇ ਆ ਜੀ। ਜੀ ਇਹ ਕੁਝ ਮਸ਼ੀਨਾਂ ਨੇ ਜਿਹੜੀ ਕਿ ਕਿਸਾਨ ਨੇ ਹੀ ਬਣਾਈਆਂ ਆ। ਕਿਸਾਨਾਂ ਨੇ ਬਣਾਈਆਂ? ਕਿਸਾਨ ਨੇ ਬਣਾਈ ਇੱਕ ਕਿਸਾਨ ਨੇ ਹੀ ਇਹ ਸਾਰੀ ਪ੍ਰੋਸੈਸਿੰਗ ਪਲਾਂਟ ਬਣਾਇਆ। ਅੱਗੇ ਤੁਹਾਨੂੰ ਮਾਸਟਰ ਜੀ ਦੱਸਣਗੇ। ਜੀ ਹਾਂਜੀ ਸਰ, ਇਹ ਪ੍ਰੋਸੈਸਿੰਗ ਪਲਾਂਟ ਹੈ। ਇੱਥੇ ਜਿਹੜਾ ਹੈ ਰਾ ਮਟੀਰੀਅਲ ਅਸੀਂ ਜਿਹੜਾ ਹੈ ਆਪਣੇ ਬੀ ਕੀਪਰ ਜਿਹੜੇ ਸਾਡੇ ਮੈਂਬਰ ਨੇ ਜਾਂ ਨੌਨ ਮੈਂਬਰ ਨੇ ਉਹਨਾਂ ਸਾਰਿਆਂ ਤੋਂ ਜਿਹੜਾ ਅਸੀਂ ਲੈਂਦੇ ਹਾਂ। ਤੁਸੀਂ ਸ਼ਹਿਦ ਖਰੀਦਦੇ ਹੋ? ਹਾਂ, ਅਸੀਂ ਸ਼ਹਿਦ ਖਰੀਦਦੇ ਹਾਂ। ਸਾਡੇ ਕੋਲ ਸਟੀਲ ਦੇ ਵੈਸਲ ਨੇ, ਕਿਉਂਕਿ ਉਹ ਜਿਹੜਾ ਸ਼ਹਿਦ ਦੀ ਨੇਚਰ ਥੋੜ੍ਹੀ ਜਿਹੀ ਐਸਟਿਕ ਹੁੰਦੀ ਆ, ਆਮ ਲੋਹੇ ਦੇ ਨਾਲ ਉਹ ਰਿਐਕਟ ਕਰ ਜਾਂਦਾ, ਤੇ ਅਸੀਂ ਸਟੀਲ ਦੇ ਵੈਸਲ ਉਹਨਾਂ ਨੂੰ ਆਪਣੇ ਕੋਲੋਂ ਦਿੰਦੇ ਹਾਂ, ਤੇ ਉਹਨਾਂ ਵੈਸਲ ਦੇ ਵਿੱਚੋਂ ਜਿਹੜਾ ਹੈ ਉਹ ਸ਼ਹਿਦ ਲੈ ਕੇ ਆਉਂਦੇ ਆ, ਤੇ ਅਸੀਂ ਉਹਨੂੰ ਉਹ ਤੋਂ ਬਾਅਦ ਆ ਜਿਹੜਾ ਸਾਡਾ ਪਲਾਂਟ ਹੈ ਜੀ, ਇਹਦੇ ਵਿੱਚ ਆ ਜਿਹੜਾ ਹੈ ਮੇਨ, ਇਹਦੇ ਵਿੱਚ 5 ਕੁਇੰਟਲ ਦੀ ਇਹਦੀ ਸਮਰੱਥਾ ਹੈ, ਤੇ ਇਹ ਡਬਲ ਲੇਅਰ ਜਿਹੜਾ ਹੈਗਾ ਵੈਸਲ ਹੈ। 5 ਕੁਇੰਟਲ ਸ਼ਹਿਦ ਇਹਦੇ ਵਿੱਚ ਹਾਂ 5 ਕੁਇੰਟਲ ਸ਼ਹਿਦ ਇਹਦੇ ਵਿੱਚ ਪਾ ਦਿੰਦੇ ਆ। ਇਹ ਡਬਲ ਲੇਅਰ ਵੈਸਲ ਹੈ, ਇਹਨੂੰ ਡਾਇਰੈਕਟ ਹੀਟ ਨਹੀਂ ਕਰਦੇ, ਇੱਥੋਂ ਅਸੀਂ ਸਟੀਮ ਦੇ ਨਾਲ ਜਿਹੜਾ ਹੈਗਾ ਆ ਅਸੀਂ ਇਹਨੂੰ ਹੀਟ ਕਰਦੇ ਆ। ਤੇ ਆ ਇਹਦੇ ਵਿੱਚ ਫਿਲਟਰ ਲੱਗੇ ਹੋਏ ਨੇ, 3-4 ਫਿਲਟਰ ਲੱਗੇ ਹੋਏ ਨੇ, ਇਹਨਾਂ ਦੇ ਵਿੱਚ ਅਸੀਂ ਇਹਨੂੰ ਸਾਰਾ ਘੁਮਾਉਣੇ ਆ। ਉਹ ਤੋਂ ਬਾਅਦ ਮਤਲਬ ਜਿਹੜਾ ਹੈਗਾ ਆ, ਜਿਸ ਵੇਲੇ ਇਹਦੀ ਜਿਹੜੀ ਹੈ ਆਪਣੇ ਮੋਇਸਚਰ ਕੰਟੈਂਟਸ ਜਿਹੜੇ ਹੈਗੇ ਆ 20% ਤੇ ਆ ਜਾਂਦੇ ਆ, ਮਤਲਬ 80% ਜਿਹੜਾ ਸ਼ਹਿਦ ਤੇ 20% ਜਿਹੜਾ ਮੋਇਸਚਰ ਕੰਟੈਂਟਸ ਹੁੰਦੇ ਆ, ਉਸ ਵੇਲੇ ਜਿਹੜਾ ਹੈ ਅਸੀਂ ਇਹਨੂੰ ਜਿਹੜਾ ਹੈਗਾ ਸਟੋਰੇਜ ਜਿਹੜਾ ਹੈਗਾ ਹਾਂ ਉਹਦੇ 'ਚ ਕਰ ਦਿੰਦੇ ਆ। ਤੇ ਇੱਕ ਮੈਂ ਹੋਰ ਚੀਜ਼ ਇੱਥੇ ਕਲੀਅਰ ਕਰਾਂਗਾ ਕਿ ਕਈ ਵਾਰ ਮੋਇਸਚਰ ਕੰਟੈਂਟਸ ਜ਼ਿਆਦਾ ਹੁੰਦੇ ਆ, ਉਹਦੇ ਵਾਸਤੇ ਅਸੀਂ ਫਿਰ ਜਿਹੜਾ ਹੈ ਆਹ ਸਾਡੇ ਹੀਟਰ ਲੱਗੇ ਹੋਏ ਨੇ, ਇਹ ਵੀ ਦਿਖਾ ਦਿਓ। ਅਸੀਂ ਮਤਲਬ ਇਹਨੂੰ ਚੱਕ ਕੇ ਉੱਤੋਂ ਕਰਦੇ, ਇਹਦੇ ਵਿੱਚ ਜਿਹੜੇ ਹੀਟਰ ਲੱਗੇ ਉਹ ਉੱਤੋਂ ਫੁਆਰੇ ਦੀ ਤਰ੍ਹਾਂ ਸ਼ਹਿਦ ਥੱਲੇ ਆਉਂਦਾ, ਤੇ ਉਹਦਾ ਜਿਹੜਾ ਹੈਗਾ ਹਾਂ ਉਹ ਜਿਹੜਾ ਹੈਗਾ ਉਹਦੀ ਆਪਣੇ ਜਿਹੜਾ ਹੈਗਾ ਪਾਣੀ ਜਿਹੜਾ ਹੈਗਾ ਉਹ ਸੈੱਟ ਹੋ ਜਾਂਦਾ। ਇਹਦੇ ਤੋਂ ਬਾਅਦ ਫਿਰ ਕਿੱਥੇ ਜੀ? ਇਹ ਤੋਂ ਬਾਅਦ ਆ ਸਟੋਰੇਜ ਟੈਂਕ ਹੈਗੇ ਨੇ, ਇਹਨਾਂ ਦੇ ਵਿੱਚ 3 ਸਟੋਰੇਜ ਟੈਂਕ ਹੈਗੇ, ਇਹਨਾਂ ਦੀ ਕਪੈਸਿਟੀ ਜਿਹੜੀ ਹੈਗੀ ਆ 5-5 6-6 ਲੀਟਰ ਹੈਗੀ ਆ। ਇਹਦੇ ਵਿੱਚ 72 ਘੰਟੇ ਤੱਕ ਅਸੀਂ ਜਿਹੜਾ ਹੈਗਾ ਆ ਉਹਨੂੰ ਸ਼ਹਿਦ ਨੂੰ ਰੱਖਦੇ ਆ, ਤੇ ਉਹ ਤੋਂ ਬਾਅਦ ਫਿਰ ਜਿਹੜਾ ਇਹਦੇ ਉੱਤੇ ਜਿਹੜਾ ਕੋਈ ਮੋਮ ਵਗੈਰਾ ਹੁੰਦਾ ਉਹਨੂੰ ਅਸੀਂ ਲਾ ਲੈਂਦੇ ਆ, ਤੇ ਉਹ ਤੋਂ ਬਾਅਦ ਫਿਰ ਜਿਹੜੀ ਹੈਗੀ ਆ ਸਾਡੀ ਆ ਪੈਕਿੰਗ ਜਿਹੜੀ ਹੈਗੀ ਉਹ ਸ਼ੁਰੂ ਹੋ ਜਾਂਦੀ ਆ। ਆਹ ਜਿਹੜਾ ਹੈਗਾ ਆ ਮੈਨੂਅਲ ਪੈਕਿੰਗ ਕਰਨੀ ਹੋਵੇ ਤੇ ਅਸੀਂ ਆਹ ਕਰਦੇ ਆ। ਇਹਦੇ ਵਿੱਚ ਕਿਲੋ, ਅੱਧਾ ਕਿਲੋ, 250 ਗ੍ਰਾਮ ਦੀ ਪੈਕਿੰਗ ਹੋ ਜਾਂਦੀ ਆ, ਤੇ ਜੇ ਬਿਗ ਆਰਡਰ ਹੋਵੇ ਤੇ ਉਹ ਫਿਰ ਸਾਡਾ ਆਟੋਮੈਟਿਕ ਪਲਾਂਟ ਹੈ। ਹਾਂ, ਉਹ ਜਿਹੜਾ 1 ਮਿੰਟ ਦੀ ਜਿਹੜਾ ਹੈਗਾ ਆ ਸਮਝੋ 18 ਬੋਟਲ ਤੱਕ ਜਿਹੜਾ ਹੈਗਾ ਆ ਉਹਨੂੰ ਕਵਰੇ ਕਰ ਦਿੰਦਾ। ਠੀਕ ਹੈ ਸੈਕਟਰੀ ਸਾਹਿਬ, ਹੁਣ ਮੈਂ ਇੱਕ ਵਾਰੀ ਆਪਣੀ ਪਿੰਡ ਵਾਲੀ ਭਾਸ਼ਾ ਦੇ ਵਿੱਚ ਸਮਝਾ ਦੇਣਾ ਕਿ ਆਹ ਭਾਈ ਇੱਕ ਇਹ ਦੁੱਧ ਵਾਲਾ ਡਰਮ ਇਦਾਂ ਦਾ ਹੁੰਦਾ, ਡੈਰੀਆਂ 'ਚ ਦੇਖਿਆ ਉਹ, ਇਹ ਕਿਸਾਨ ਨੂੰ ਦਿੱਤਾ ਜਾਂਦਾ ਜਾਂ ਉਹ ਬੀ ਕੀਪਰ ਨੂੰ, ਤੇ ਬੀ ਕੀਪਰ ਇਹਦੇ ਵਿੱਚ ਸ਼ਹਿਦ ਲੈ ਕੇ ਇੱਥੇ ਆਉਂਦਾ, ਉਹ ਸ਼ਾਇਦ 5 ਕੁਇੰਟਲ ਤੱਕ ਇੱਥੇ ਪਾਇਆ ਜਾਂਦਾ, ਇਹਨੂੰ ਗੈਸ ਦੇ ਨਾਲ ਜਿਹੜਾ ਤੱਤਾ ਕੀਤਾ ਜਾਂਦਾ ਹਾਂ 40 ਡਿਗਰੀ ਤੇ। ਜਦੋਂ ਉਹ ਠੀਕ ਮਾਤਰਾ ਦੇ ਵਿੱਚ ਜਾਂ ਠੀਕ ਸਪੀਡ ਤੇ ਆ ਜਾਂਦਾ ਤੇ ਫਿਰ ਉਧਰ ਜਾਣਾ ਫਿਲਟਰ ਹੋ ਕੇ, ਸਾਰੇ 3 ਫਿਲਟਰ ਲੱਗੇ ਆ, ਉੱਥੋਂ ਫਿਲਟਰ ਹੋ ਕੇ ਤਾਂ ਫਿਰ ਇਹ ਸਟੋਰੇਜ ਦੇ ਵਿੱਚੋਂ ਇੱਥੇ ਆ ਜਾਣਾ, ਦਿਨਾਂ ਠੰਡਾ ਕਰਨਾ ਉਹਨੂੰ ਇੱਕ ਤਰ੍ਹਾਂ ਦੇ ਨਾਲ, ਤੇ ਉਹਦੇ ਤੋਂ ਬਾਅਦ ਇੱਥੇ ਆਣ ਕੇ ਤਾਂ ਫਿਰ ਇੱਥੋਂ ਆਣ ਕੇ ਆਪਾਂ ਇਹ ਡੱਬੇ ਭਰ ਲੈਣੇ ਆ। ਆ ਲਓ ਜੀ, ਆਹ ਬੋਟਲ, ਆਹ ਸ਼ਹਿਦ ਜਿਹੜਾ ਉਹ ਤਿਆਰ ਹੋਇਆ। ਇਧਰਲੇ ਪਾਸੇ ਮੈਨੂੰ ਲੱਗਦਾ ਕੋਈ ਮਾਰਕਾ ਵੀ ਲੱਗਾ ਕਿਸੇ ਚੀਜ਼ ਦਾ। ਆਹ ਲਓ ਜੀ, ਆਹ ਫੈਪਰੋ ਦਾ ਜੀ, ਆਹ ਨੇੜੇ ਆ ਕੇ ਦਿਖਾ ਲਓ। ਇਹ 2001 ਦੀ ਸੰਸਥਾ ਬਣੀ ਹੈ, ਇਹ ਹੈ ਜੀ ਫੈਪਰੋ, ਜਿਹਦਾ ਮੈਂ FAPRO ਬਾਰ-ਬਾਰ ਜ਼ਿਕਰ ਕਰਦਾ। ਇਹਨਾਂ ਦਾ ਲਓ ਜੀ, ਇਹ ਸੁਸਾਇਟੀ ਦਾ ਆਪਣਾ ਇਹਨਾਂ ਦਾ ਹਨੀ ਹੈ ਜੀ, ਸ਼ਹਿਦ ਹੈ। ਚਟਾਲਾ ਸਾਹਿਬ ਤੋਂ ਪੁੱਛਾਂ, ਗਰੰਟੀ ਲੈਣੀ ਦੋਨਾਂ ਤੋਂ ਇਕੱਠੀ ਲੈ ਲੈਣਾ, ਸਹੀ ਸ਼ਹਿਦ ਹੈ ਇਹ? ਦੇਖੋ, ਇੱਕ ਤੁਸੀਂ ਸਵੇਰੇ ਵੀ ਕਵਰੇਜ ਕੀਤੀ ਸੀ, ਇਹ ਜਿਹੜਾ ਸ਼ਹਿਦ ਆ ਇਹਦੇ ਵਿੱਚ 4 ਕੰਸਟੀਚੁਐਂਟਸ ਨੇ। ਇੱਕ ਹੈ ਗਲੂਕੋਜ਼, ਫਰਕਟੋਜ਼, ਸੁਕਰੋਜ਼ ਤੇ ਮਾਲਟੋਜ਼। ਇਹ ਜਿਹੜਾ ਸ਼ਹਿਦ ਹੈ ਇਹਦਾ ਜੰਮਣਾ ਜਾਂ ਨਾ ਜੰਮਣਾ ਇਹ ਜਿਹੜਾ ਹੈ ਗਲੂਕੋਜ਼ ਤੇ ਫਰਕਟੋਜ਼ ਦੀ ਮਾਤਰਾ ਤੇ ਡਿਪੈਂਡ ਕਰਦਾ। ਯਾਨੀ ਜੰਮਿਆ ਸ਼ਹਿਦ ਵੀ ਠੀਕ ਹੁੰਦਾ? ਮੈਂ ਦੱਸਾਂ, ਜੇ ਇਹਦੇ ਵਿੱਚ ਜਿਹੜੀ ਮਾਤਰਾ ਜਿਹੜੀ ਆ 50% ਤੋਂ ਜ਼ਿਆਦਾ ਗਲੂਕੋਜ਼ ਦੀ ਹੋ ਜਾਏ ਤਾਂ ਇਹਨੇ ਜੰਮ ਜਾਣਾ। ਜੇ ਇਹਦੇ ਵਿੱਚ ਮਾਤਰਾ ਜਿਹੜੀ ਆ ਫਰਕਟੋਜ਼ ਦੀ 50% ਤੋਂ ਵੱਧ ਹੋ ਜਾਏ ਤਾਂ ਇਹਨੇ ਹੀ ਜੰਮਣਾ। ਫੋਰ ਐਗਜ਼ਾਮਪਲ, ਜਿਹੜਾ ਸਰੋਂ ਦਾ ਸ਼ਹਿਦ ਆ ਉਹਦੇ ਵਿੱਚ ਜਿਹੜੀ ਹੈਗੀ ਆ ਮਾਤਰਾ ਗਲੂਕੋਜ਼ ਦੀ ਜ਼ਿਆਦਾ ਹੁੰਦੀ ਤੇ ਉਹ ਜੰਮ ਜਾਂਦਾ। ਇਸ ਕਰਕੇ ਸਾਨੂੰ ਵਹਿਮ ਨੂੰ ਜਿਹੜਾ ਬਿਲਕੁਲ ਦੂਰ ਕਰ ਦੇਣਾ ਚਾਹੀਦਾ ਕਿ ਜੰਮਿਆ ਸ਼ਹਿਦ ਪਿਓਰ ਨਹੀਂ ਹੁੰਦਾ। ਜਿਸ ਤਰ੍ਹਾਂ ਸਫੈਦਾ ਹੈ, ਅਲੀਚੀ ਹੈ,
ਜਾਂ ਬਰਸੀਮ ਹੈ, ਇਹ ਸੂਰਜਮੁਖੀ ਹੈ, ਇਹਨਾਂ ਦੇ ਵਿੱਚ ਜਿਹੜੀ ਹੈਗੀ ਆ ਫਰਕਟੋਜ਼ ਦੀ ਮਾਤਰਾ ਵੱਧ ਹੁੰਦੀ ਆ ਤੇ ਉਹ ਨਹੀਂ ਜੰਮਦਾ। ਸੋ ਇਸ ਕਰਕੇ ਇਹ ਜਿਹੜੀ ਸਾਡੇ ਇੱਕ ਧਾਰਨਾ ਬਣੀ ਪਈ ਹੈ ਵੀ ਜੰਮਿਆ ਸ਼ਾਇਦ ਨਹੀਂ ਠੀਕ ਹੁੰਦਾ, ਉਹ ਬਿਲਕੁਲ ਉਹਦੀ ਕਿਸ ਨੇਚਰ ਦੇ ਫੁੱਲ ਤੋਂ ਉਹਦਾ ਨੈਕਟਰ ਆਇਆ ਉਹ ਤੇ ਡਿਪੈਂਡ ਕਰਦਾ। ਚੜਾਲਾ ਸਾਹਿਬ ਘਰੇ ਵੀ ਇਹੀ ਖਾਂਦੇ ਕਿ ਆਪ ਹੋਰ ਕਿਉਂ ਲਿਆਉਂਦੇ ਆ? ਨਾ ਨਾ, ਘਰੇ ਇਹੋ ਹੀ ਸਾਰੇ ਮੈਂਬਰ 350 ਬੰਦਾ ਘਰੇ ਇਹੋ ਹੀ ਖਾਂਦਾ। ਠੀਕ ਹੈ ਜੀ। ਸੋ ਇਹ ਜੇ ਕਿਤੇ ਵੱਡਾ ਆਰਡਰ ਤੁਸੀਂ ਦੇਣਾ, ਉਹ ਪਰਲੇ ਪਾਸੇ ਮਸ਼ੀਨ ਹੈ ਜੀ, ਉਹ ਬਹੁਤ ਛੇਤੀ ਆਟੋਮੈਟਿਕ ਮਸ਼ੀਨ ਆ, ਉਹਨੇ ਡੱਬੇ ਭਰ ਕੇ ਲੇਬਲ ਲਾ ਕੇ ਤੁਹਾਡੇ ਕੋਲ ਪਹੁੰਚਾ ਦੇਣਾ। ਸੋ ਦਾਵਾ ਕੀਤਾ ਗਿਆ ਕਿ ਭਾਈ ਇਹ ਸ਼ਹਿਦ ਆ ਦੇਖੋ ਛੋਟੀ ਪੈਕਿੰਗ ਆ, ਇਹ ਛੋਟੀ ਪੈਕਿੰਗ ਇਹ ਕਿੰਨੇ ਦੀ 500 ਗ੍ਰਾਮ ਦੀ ਹੈ ਜੀ, ਇਹ 500 ਗ੍ਰਾਮ ਦੀ ਹੈ। ਇਹ ਵੱਡੀ ਪੈਕਿੰਗ ਹੈ ਜੀ, ਆਹ ਲਓ ਜੀ, ਇਹ ਵੱਡੀ ਪੈਕਿੰਗ 1 ਲੀਟਰ ਦੀ ਹੈ ਜੀ, ਇਹ 1 ਕਿਲੋ ਦੀ, ਆਹ 1 ਕਿਲੋ ਹੈ ਜੀ ਇਹਦੇ ਵਿੱਚ ਸ਼ਹਿਦ। ਸੋ ਸ਼ੁੱਧ ਸ਼ਹਿਦ ਦਾ ਜਿਹੜਾ ਉਹ ਦਾਵਾ ਜੇ ਕਿਸੇ ਨੂੰ ਨਹੀਂ ਪਤਾ ਲੱਗਦਾ ਤਾਂ FAPRO FAPRO ਦੇ ਹਿਸਾਬ ਨਾਲ ਅੱਗੇ ਚੱਲਦੇ ਹਾਂ ਜੀ। ਹੁਣ ਆਪਾਂ ਜਿੱਥੇ ਪਹਿਲਾਂ ਸਾਰਾ ਸਮਾਨ ਪਿਆ ਤੁਸੀਂ ਉਹ ਵੀ ਦਿਖਾਉਣਾ ਜੀ, ਕਿਉਂਕਿ ਦਾਲਾਂ ਦੂਲਾਂ ਕਈ ਕੁਝ ਤੁਸੀਂ ਕਿਹਾ ਸੀ। ਲਓ ਜੀ, ਸਾਲ ਇੱਥੋਂ ਆ ਕੇ ਨਾ 300-400 ਸਟੂਡੈਂਟ ਵੱਖ-ਵੱਖ ਯੂਨੀਵਰਸਿਟੀਆਂ ਤੋਂ ਸਾਡੇ ਕੋਲੋਂ ਆ ਕੇ ਇੱਥੇ ਸਾਰੀਆਂ ਚੀਜ਼ਾਂ ਸਿੱਖ ਕੇ ਜਿਹੜੇ ਖੇਤੀਬਾੜੀ ਨਾਲ ਸੰਬੰਧਿਤ ਕੋਰਸਿਸ ਨੇ ਉਹ ਬੱਚੇ ਆਉਂਦੇ ਇੱਥੋਂ ਦੇਖਦੇ ਸਾਰੇ, ਉਹਨਾਂ ਦਾ ਉਤਸ਼ਾਹ ਬਣਦਾ ਵੀ ਅਸੀਂ ਵੀ ਇਹ ਚੀਜ਼ ਉਹ ਲੈ ਕੇ ਵੀ ਜਾਂਦੇ ਆ, ਪਰ ਅਸੀਂ ਵੀ ਅੱਗੇ ਤੋਂ ਇਹ ਚੀਜ਼ਾਂ ਪ੍ਰੋਡਿਊਸ ਕਰੀਏ ਤੇ ਇੱਥੇ ਆ ਕੇ ਉਹਨਾਂ ਨੂੰ ਪਿਉਰੀਫਾਈ ਕਰਾ ਕੇ ਤੇ ਲੋਕਾਂ ਦੇ ਵਿੱਚ ਜਾਂ ਮਾਰਕੀਟ ਵਿੱਚ ਭੇਜੀਏ, ਜਿਹਦੇ ਨਾਲ ਬੱਚਿਆਂ ਨੂੰ ਰੁਜ਼ਗਾਰ ਵੀ ਮਿਲਣ ਦੇ ਚਾਂਸ ਬਣ ਜਾਂਦੇ ਆ, ਔਰ ਉਹ ਬੱਚੇ ਯੂਨੀਵਰਸਿਟੀਆਂ ਵਾਲੇ ਜਿਹੜੇ ਉਹ ਇੱਥੇ ਆ ਕੇ ਫਿਜ਼ੀਕਲੀ ਸਾਰਾ ਕੁਝ ਦੇਖ ਕੇ ਗੇਨ ਕਰਦੇ ਇੱਥੋਂ ਜੀ। ਇਹ ਹੁਣ ਸਾਡਾ ਅੱਗੇ ਸਟੋਰ ਤੁਹਾਨੂੰ ਦਿਖਾਉਣੇ ਜੀ, ਇੱਥੇ ਸਾਡਾ ਸਾਰਾ ਸਮਾਨ ਪਿਆ ਹੁੰਦਾ। ਹਾਂਜੀ। ਅੱਛਾ, ਇੱਕ ਗੱਲ ਹੋਰ ਮੈਨੂੰ ਦੱਸਿਓ ਕਿ ਜੇ ਮੰਨ ਲਓ ਕਿ ਅਬੋਹਰ ਦੇ ਵਿੱਚ ਬੈਠਾ ਬੰਦਾ, ਗੰਗਾ ਨਗਰ ਦੇ ਵਿੱਚ ਬੈਠਾ ਜਾਂ ਰੋਹਤਕ ਦੇ ਵਿੱਚ ਬੈਠਾ, ਉਹਦਾ ਜੀ ਕਰਦਾ ਕਿ ਭਾਈ ਜੀ ਉੱਥੇ ਸ਼ੁੱਧ ਸ਼ਾਇਦ ਉਹ ਮੰਨ ਲਓ ਆਪਣੀ ਗੱਲ ਜੇ ਮੰਨਦਾ, ਉਹਨੇ ਜੇ ਲੈਣ ਆਉਣਾ ਤਾਂ ਉਹ ਕਿੱਥੋਂ ਮੰਗਾ ਸਕਦਾ? ਉਹ ਕਿੱਦਾਂ ਤੁਹਾਨੂੰ ਟੈਲੀਫੋਨ ਕਰਕੇ ਪਤਾ ਕਰ ਲਵੇ ਵੀ ਹੈਗਾ ਵੀ ਆ, ਗੇੜਾ ਨਾ ਕਿਤੇ ਉਹਦਾ ਲੱਗੇ? ਢੰਗ ਤਰੀਕਾ ਕੀ ਹੈ? ਉਹ ਢੰਗ ਤਰੀਕਾ ਇਸ ਤਰ੍ਹਾਂ ਵੀ ਅਸੀਂ ਸਾਨੂੰ ਇੱਥੇ ਬੁਕਿੰਗ ਕਰਾ ਦਿਓ, ਅਸੀਂ ਉੱਥੇ ਭੇਜ ਸਕਦੇ ਹਾਂ, ਅਸੀਂ ਉੱਥੇ ਕੋਈ ਨਾ ਕੋਈ ਸਿਸਟਮ ਬਣਾ ਕੇ ਭੇਜ ਦੇਵਾਂਗੇ, ਜਾਂ ਕਈ ਸਾਡੇ ਲੋਕਲ ਪੰਜਾਬ 'ਚ ਆਊਟਲੈਟਸ ਹੈਗੇ ਆ, ਤੇ ਨਹੀਂ ਤੇ ਆਨਲਾਈਨ ਅਸੀਂ ਸਾਰਾ ਉੱਥੇ ਸਪਲਾਈ ਕਰ ਸਕਦੇ ਹਾਂ। ਤਾਂ ਸਾਨੂੰ ਜਿਹੜਾ ਵੀ ਮਰਜ਼ੀ ਸੱਦ ਲਵੇ, ਪੁੱਛ ਲਵੇ। ਇਹ ਆਮ ਲੋਕਾਂ ਦੇ ਖਰੀਦਣ ਲਈ ਆ ਜੀ? ਹਾਂਜੀ ਹਾਂਜੀ, ਆਮ ਲੋਕਾਂ ਦੇ ਖਰੀਦਣ ਕੋਈ ਵੀ ਆ ਸਕਦਾ ਜੀ। ਠੀਕ ਹੈ। ਹਾਂਜੀ ਹਾਂਜੀ। ਇਹ ਕੀ ਚੀਜ਼ ਆ ਜੀ, ਪਹਿਲਾਂ ਤੁਹਾਨੂੰ ਨਾ ਦਿਖਾਇਓ ਜੀ। ਇਹ ਕੜੀ ਪਕੌੜਾ ਜੀ, ਬੇਸਣ ਤੋਂ, ਪਿਓਰ ਬੇਸਣ ਤੋਂ ਸ਼ੁੱਧ। ਇਹ ਚਾਹ ਲਈ ਵੀ ਆ, ਇਹਦੀ ਸਬਜ਼ੀ ਜੀ ਬਹੁਤ ਵਧੀਆ ਬਣਦੀ ਆ ਜੀ। ਠੀਕ ਹੈ ਜੀ। ਹਾਂਜੀ, ਪਿਓਰ ਬੇਸਣ ਦਾ ਜੀ। ਠੀਕ ਹੈ ਜੀ। ਇੱਥੇ ਮੈਨੂੰ ਦੱਸਦੇ ਡਾਕਟਰ ਸਾਹਿਬ ਕਿੱਧਰ ਗਏ? ਉਧਰ ਉਹਨਾਂ ਨੂੰ ਵੀ ਆਵਾਜ਼ ਮਾਰਿਓ ਜੀ, ਕਿਤੇ ਉਹ ਬਾਹਰਲੇ ਪਾਸੇ ਖੜੇ ਸੀ, ਕਿ ਇਹਦੇ ਵਿੱਚ ਕਹਿੰਦੇ ਜੀ ਕੋਈ ਸ਼ੁੱਧੀ ਅਸ਼ੁੱਧੀ ਦਾ ਵੀ ਕੋਈ ਮਸਲਾ ਜਿਹਾ ਹੁੰਦਾ। ਹਾਂਜੀ ਹਾਂਜੀ, ਉਹਨਾਂ ਨੂੰ ਵੀ ਆਵਾਜ਼ ਮਾਰਿਓ ਜੀ। ਇਹ ਹਲਦੀ ਜੀ ਆਪਣੀ। ਅੱਛਾ ਜੀ, ਇਹ ਹਲਦੀ ਪ੍ਰਧਾਨ ਜੀ ਇਧਰ ਆਓ ਮਾੜਾ ਜਿਹਾ, ਤੁਹਾਡੇ ਤੋਂ ਗਾਰੰਟੀ ਲੈਣੀ, ਅਸੀਂ ਆ ਫੜਨਾ ਹੀ ਤੁਹਾਨੂੰ ਫਿਰ ਮੁੜ ਕੇ। ਬਿਲਕੁਲ ਜੀ, ਬਿਲਕੁਲ, ਖੁਦ ਵੀ ਵਰਤਦੇ ਆ ਔਰ ਪਬਲਿਕ ਨੂੰ ਵਰਤਣ ਵਾਸਤੇ ਇਹ ਕਹਿੰਦੇ ਆ ਨੇ। ਇਹ 100% ਪਿਓਰ ਆ, ਇਹਦੇ ਵਿੱਚ ਕਿਸੇ ਕਿਸਮ ਦੀ ਮਿਲਾਵਟ ਨਹੀਂ। ਤੁਸੀਂ ਬਾਜ਼ਾਰ ਵਾਲੀ ਹਲਦੀ ਤੇ ਆਪਣੀ ਦੋਨੇ ਹਲਦੀ ਇੱਕ ਗਲਾਸ ਪਾਣੀ 'ਚ ਪਾ ਕੇ ਤੁਸੀਂ ਦੇਖਦਾ, ਇੱਕ ਚਮਚਾ ਉਹਦਾ ਪਾ ਦਿਓ, ਇੱਕ ਉਹਦਾ ਪਾ ਦਿਓ, ਇਹਦੇ ਕਲਰ ਦਾ ਆਪਣੇ ਆਪ ਪਤਾ ਲੱਗ ਜਾਂਦਾ ਤੁਹਾਨੂੰ ਕਿਸ ਤਰ੍ਹਾਂ ਦੀ ਚੀਜ਼ ਹੈ। ਕਿ ਇਹਦੇ ਵਿੱਚ ਕੋਈ ਅਡਲਟ੍ਰੇਸ਼ਨ ਨਹੀਂ ਹੈ, ਦੂਜੇ ਉਹਦੇ ਵਿੱਚ ਅਡਲਟ੍ਰੇਸ਼ਨ ਜਿਹੜਾ ਹੋਣਾ ਉਹ ਥੱਲੇ ਜੰਮ ਜਾਂਦੀ ਹੈ, ਇਹ ਜੰਮ ਗਏ ਨੇ। ਇੱਥੇ ਆਓ ਜਰਾ ਡਾਕਟਰ ਸਾਹਿਬ, ਮੈਂ ਹਲਦੀ ਤੇ ਵੀ ਆਉਣਾ। ਆ ਤੁਸੀਂ ਇਹ ਪਿਓਰ ਹੈ? ਬਿਲਕੁਲ ਪਿਓਰ ਜੀ। ਮੈਂ ਤੁਹਾਨੂੰ ਤਾਂ ਲਿਆ ਕਿਉਂਕਿ ਤੁਸੀਂ ਜਣੀ ਘੁੰਮਦੇ ਫਿਰਦੇ ਹੋ, ਤੁਹਾਨੂੰ ਤਾਂ ਅਸੀਂ ਕਿਤੇ ਨਾ ਕਿਤੇ ਡਿੱਕੇ ਲੈ ਆਉਣਾ ਫਿਰ ਜੇ ਪਿਓਰ ਨਾ ਹੋਈ ਤਾਂ। ਨਹੀਂ, ਬਿਲਕੁਲ ਪਿਓਰ ਆ। ਠੀਕ ਹੈ ਜੀ। ਹਾਂਜੀ। ਇਹਦੇ ਵਿੱਚ ਆਮ ਬਾਜ਼ਾਰ ਦੇ ਵਿੱਚ ਮਿਲਾਵਟ ਵੀ ਹੋ ਜਾਂਦੀ ਹੈ? ਬਾਜ਼ਾਰ 'ਚ ਜਿਹੜੀ ਝੋਨੇ ਦਾ ਕਣ ਪਾਉਂਦੇ ਆ, ਇੱਥੇ ਜਿਹੜੇ 99.95% ਪਿਓਰ ਆ, ਉਹ ਉਸ ਬੇਸਣ ਦਾ ਹੀ ਬਣਿਆ ਆ। ਇਹਨਾਂ ਦਾ ਤੇਲ ਵੀ ਆਪਣਾ ਆ, ਕੁਝ ਬਾਹਰੋਂ ਨਹੀਂ ਲੈਂਦੇ, ਇਸ ਕਰਕੇ ਪਿਓਰ ਆ ਸਾਰਾ ਕੁਝ। ਤੇਲ ਵੀ ਆਪਣਾ, ਸਭ ਕੁਝ ਆਪਣਾ, ਬੇਸਣ ਵੀ ਇਹਨਾਂ ਦਾ, ਤੇਲ ਵੀ ਇਹਨਾਂ ਦਾ। ਸੋ ਕੋਈ 100% ਪਿਓਰਟੀ ਹੈ ਇੱਥੇ। ਲੋਕਾਂ ਨੂੰ ਜਾਨੀ ਸੱਦਾ ਦੇ ਦਈਏ ਕਿ ਭਾਈ ਇੱਥੋਂ ਖਰੀਦ ਲਿਆ ਕਰੋ? ਬਿਲਕੁਲ ਬਿਲਕੁਲ, ਸੱਦਣਾ ਚਾਹੀਦਾ ਆ ਤੁਹਾਨੂੰ। ਬਿਲਕੁਲ ਠੀਕ ਹੈ। ਹਾਂਜੀ ਠੀਕ ਹੈ ਜੀ। ਲਓ ਜੀ, ਸੈਕਟਰੀ ਸਾਹਿਬ ਤੁਹਾਡਾ ਗੁੜ ਆ ਗਏ। ਆ ਜਾਓ ਅੱਗੇ ਆ ਜਾਓ। ਅੱਛਾ, ਇਹ ਗੁੜ ਲਾਈਟ ਲੂ ਠੀਕ ਹੈ ਜੀ? ਗੁੜ ਦਿਸੂਗਾ ਕਿ ਨਹੀਂ? ਠੀਕ ਹੈ ਜੀ। ਆ ਲਓ ਜੀ, ਗੁੜ ਚੱਕ ਕੇ ਦਿਖਾਓ ਜੀ। ਆ ਲਓ ਜੀ, ਇਦਾਂ ਦਾ ਗੁੜ ਵੀ ਤਿਆਰ ਕਰਦੇ। ਮੇਰੇ ਖਿਆਲ ਸੌਂਫ ਸੂਫ ਪਾਈ ਲੱਗਦੀ ਹੈ ਇਹ 'ਚ। ਹਾਂਜੀ ਹਾਂਜੀ, ਇਹਦੇ ਵਿੱਚ ਸਾਰਾ ਕੁਝ ਹੈ ਜੀ। ਇਹਦੇ ਵਿੱਚ ਲਗਭਗ 7 ਚੀਜ਼ਾਂ ਆ। ਠੀਕ ਹੈ ਜੀ। ਇਹਦੇ ਵਿੱਚ ਸੁੰਡ ਹੈ, ਅਜਵਾਇਣ ਹੈ, ਮਿੱਠੀ ਸੌਂਫ ਹੈ, ਦੇਸੀ ਘਿਓ ਹੈ, ਤੇ ਮੂੰਗਫਲੀ ਹੈ, ਤਿਲੀ ਹੈ। ਇਸ ਤਰ੍ਹਾਂ ਦੀਆਂ 7 ਚੀਜ਼ਾਂ ਇਹਦੇ ਵਿੱਚ ਪਾਈਆਂ ਆ। ਇਹਦਾ ਟੇਸਟ ਕਰਕੇ ਦੇਖੋ। ਠੀਕ ਹੈ। ਡੱਬਾ ਕਿੰਨੇ ਦਾ ਇਹ?
ਹਾਂਜੀ ਇਹ ਕਿੰਨੇ ਕੁ ਦਾ ਹੋਣਾ ਡੱਬਾ ਇੱਕ? ਇਹ 150 ਰੁਪਏ ਦਾ ਜੀ 150 ਰੁਪਏ ਦਾ? ਹਾਂਜੀ ਹਾਂਜੀ ਠੀਕ ਹੈ ਜੀ। ਇਹ ਲੋਕ ਲਿਜਾਂਦੇ ਆ? ਹਾਂਜੀ ਬਹੁਤ ਲਿਜਾਂਦੇ, ਵਿਆਹ ਸ਼ਾਦੀਆਂ ਲਈ ਵੀ ਵਰਤ ਹੁੰਦਾ ਜੀ। ਡੱਬਿਆਂ ਦੇ ਜਿੱਦਾਂ ਆਪਾਂ ਮਠਿਆਈ ਦੇਈਦੀ ਆ ਕਾਰਡ ਦੇ ਨਾਲ, ਤੇ ਉਹਦੇ ਲਈ ਵੀ ਇਹ ਹੁਣ ਸਾਤੋਂ ਆਰਡਰ ਆ ਰਹੇ ਆ ਜੀ। ਠੀਕ ਹੈ ਜੀ। ਲਓ ਜੀ, ਇੱਕ ਗੱਲ ਇੱਥੇ ਕਿ ਆਮ ਤੌਰ ਦੇ ਉੱਤੇ ਵਿਆਹਾਂ ਤੋਂ ਪਿੱਛੋਂ ਨਾ ਸਾਰੇ ਬੰਦੇ ਮੈਡੀਕਲ ਸਟੋਰ ਦੇ ਉੱਤੇ ਹੁੰਦੇ ਆ ਕਿ ਭਾਈ ਮਾੜੀ ਜੀ ਗੈਸ ਜੀ ਬਣ ਗਈ ਹੈ, ਇੱਕ ਦਵਾਈ ਦੇ ਦਿਓ, ਸਿਹਤ ਜੀ ਖਰਾਬ ਹੋ ਗਈ ਹੈ। ਜੇ ਮੰਨ ਲਓ ਕਿਸੇ ਨੂੰ ਬੁਖਾਰ ਚੜਿਆ, ਕੋਈ ਉਲਟੀਆਂ ਕਰਦਾ, ਕਿਸੇ ਨੂੰ ਲੂਜ਼ ਮੋਸ਼ਨ ਲੱਗੇ, ਕੁਛ ਹੋਇਆ, ਤੇ ਗੁਆਂਢੀਆਂ ਨੂੰ ਪਤਾ ਲੈਂਦਾ ਵੀ ਕਿਤੇ ਵਿਆਹ ਖਾ ਕੇ ਆਏ ਆ, ਕਿਉਂਕਿ ਉਹਦੇ ਵਿੱਚ ਸੌਦਾ ਹੀ ਇਦਾਂ ਦਾ ਹੁੰਦਾ। ਇਸ ਕਰਕੇ ਆਹ ਚੀਜ਼ਾਂ ਆਪਾਂ ਵਿਆਹ ਤੋਂ ਪਹਿਲਾਂ ਵੀ ਦੇਣੀਆਂ, ਕਿਤੇ ਖੁਸ਼ੀ ਦਾ ਮੌਕਾ ਤੇ ਆਹ ਗਿਫਟ ਦੇਣਾ ਚਾਹੀਦਾ। ਮਠਿਆਈ ਤੋਂ ਭੂਰਾ ਕੋ ਗੁਰੇਜ਼ ਕਰ ਲਈਏ। ਹਾਂ, ਮਠਿਆਈਆਂ ਬਣਾਉਣ ਵਾਲੇ ਗੁੱਸੇ ਨਾ ਹੋਣ, ਤੁਸੀਂ ਸਹੀ ਬਣਾਇਆ ਕਰੋ। ਦੂਸਰੀ ਗੱਲ ਕਿ ਇਹਦਾ ਸੇਵਨ ਕਰਨ ਦੇ ਨਾਲ ਹਾਜ਼ਮਾ ਹੂਜਮਾ ਠੀਕ ਰਹਿੰਦਾ। ਬੜੀ ਸਮੱਸਿਆ ਪੰਜਾਬ ਦੇ ਲੋਕਾਂ ਨੂੰ ਕਿ ਭਾਈ ਹਾਂ ਹਾਜ਼ਮਾ ਨਹੀਂ ਠੀਕ ਰਹਿੰਦਾ, ਭੈਣ ਜੀ ਕਰੀਏ ਕੀ? ਤੇ ਭੈਣ ਜੀ ਹੁਣ ਗੁੜ ਖਾਣ, ਇੱਕ ਬੜੀ ਅੱਛਾ ਇੱਕ ਚੀਜ਼ ਹੋਰ ਦੱਸਿਓ, ਜੇ ਕਿਸੇ ਬੰਦੇ ਨੂੰ ਐਂ ਲੱਗਦਾ ਕਿ ਆ ਲਓ ਜੀ ਮੈਨੂੰ 100 ਚਾਹੀਦਾ, 200 ਚਾਹੀਦਾ, 300 ਚਾਹੀਦਾ, ਕਿੰਨੇ ਕੁ ਦਿਨ ਪਹਿਲਾਂ ਤੁਹਾਨੂੰ ਦੱਸਦਾ? ਨਹੀਂ ਮਤਲਬ ਜੇ ਇਹਦਾ ਆਰਡਰ ਤੇ ਡਿਪੈਂਡ ਕਰਦਾ ਜੀ। ਜੇ 3-4 ਕੁਇੰਟਲ ਹੋਵੇ ਤਾਂ ਕਮ ਸੇ ਕਮ ਇੱਕ ਹਫ਼ਤਾ ਜਿਹੜਾ ਹੈਗਾ ਸਾਨੂੰ ਪਹਿਲਾਂ ਇਨਫੋਰਮ ਕਰ ਦਿਓ, ਅਸੀਂ ਤਿਆਰ ਕਰ ਦਾਂਗੇ, ਪੈਕਿੰਗ ਕਰ ਦਾਂਗੇ, ਵਨ ਕਰ ਦਾਂਗੇ। ਠੀਕ ਹੈ ਜੀ। ਹਲਦੀ ਡਾਕਟਰ ਸਾਹਿਬ ਮੈਂ ਤੁਹਾਨੂੰ ਵਿੱਚ ਤਾਂ ਲਿਆਇਆ ਕਿਉਂਕਿ ਗਰੰਟਰ ਚਾਹੀਦਾ ਹੁੰਦਾ ਸਾਨੂੰ। ਇਹ ਕਹਿੰਦੇ ਜੀ ਹਲਦੀ ਬਿਲਕੁਲ ਠੀਕ ਹੈ, ਠੀਕ ਹੁੰਦੀ ਇਹਨਾਂ ਦੀ ਹਲਦੀ? ਬਿਲਕੁਲ ਬਿਲਕੁਲ ਜੀ, ਕਿਉਂਕਿ ਮੈਂ ਵੀ ਇਸ ਸੰਸਥਾ ਨਾਲ ਜੁੜੇ ਨੂੰ 22 ਸਾਲ ਹੋ ਗਏ। ਠੀਕ ਹੈ ਜੀ। ਤੇ ਇਹਨਾਂ ਦੇ ਨਾਲ ਇਹਨਾਂ ਦਾ ਬੜਾ ਧੰਨਵਾਦੀ ਆ ਕਿ ਜਿਹੜੇ ਬੋਰਡ ਆਫ ਡਾਇਰੈਕਟਰਸ ਆ ਇਹ ਸਾਰਾ ਕੰਮ ਆਪ ਕਰਦੇ ਆ, ਨਾ ਇਹ ਤੇਲ ਲੈਂਦੇ ਆ, ਬਹੁਤ ਸੇਵਾ ਕਰਦੇ ਸਮਾਜ ਦੀ। ਅਸੀਂ ਵੀ ਤਾਂ ਹੀ ਨਿਸ਼ਕਾਮ ਸੇਵਾ ਇਹਨਾਂ ਨਾਲ ਆ ਕੇ ਕਰਦੇ ਆ। ਖੇਤੀਬਾੜੀ ਮਹਿਕਮਾ, ਬਾਗਬਾਨੀ ਮਹਿਕਮਾ ਇਹਨਾਂ ਨੂੰ ਸਮੇਂ-ਸਮੇਂ 'ਚ ਇੱਕ ਗਰੰਟਾਂ ਦਿੰਦੇ ਆ ਤੇ ਚੈੱਕ ਰੱਖਦੇ ਆ। ਜਿਹੜੀ ਕੋਈ ਇੱਥੇ ਜਿਹੜਾ ਸਾਂਗਲੀ ਇੰਡੀਆ ਦਾ ਸਭ ਤੋਂ ਵੱਡਾ ਇੰਸਟੀਚਿਊਟ ਆ ਹਲਦੀ ਦਾ, ਉੱਥੇ ਵੀ ਅਸੀਂ ਗਏ ਸੀ, ਉੱਥੋਂ ਸਾਰੀ ਟੈਕਨੋਲੋਜੀ ਲੈ ਕੇ ਇਹਨਾਂ ਨੂੰ ਟਰਾਂਸਫਰ ਕੀਤੀ ਆ। ਤਾਂ ਹੀ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਹਲਦੀ ਸ਼ੁੱਧ ਆ। ਲਓ ਜੀ, ਇਹ ਫੈਪਰੋ ਮੈਂ ਫਿਰ ਕਹਿ ਦਿਆਂ ਕਿ 350 ਕਿਸਾਨਾਂ ਦਾ ਇਕੱਠ ਹੈ। ਇਹ ਕੋਈ ਮਲਟੀਨੈਸ਼ਨਲ ਕੰਪਨੀ ਨਹੀਂ, ਕਿਸੇ ਬਹੁਤ ਵੱਡੇ ਸਰਮਾਏਦਾਰ ਜਿਨ੍ਹਾਂ ਦਾ ਅੱਜ ਕੱਲ੍ਹ ਚਰਚਾ ਚੱਲਦਾ ਹੁੰਦਾ, ਇਹ ਉਹਨਾਂ ਦਾ ਬ੍ਰਾਂਡ ਨਹੀਂ ਹੈ। ਇਹ ਜ਼ਿਲ੍ਹਾ ਹੁਸ਼ਿਆਰਪੁਰ ਦੇ ਖਾਸ ਤੌਰ ਦੇ ਉੱਤੇ 350 ਕਿਸਾਨਾਂ ਦੀ ਸਾਂਝੀ ਸੰਸਥਾ ਹੈ ਫੈਪਰੋ। ਤੁਸੀਂ ਜੇ ਕਿਤੇ ਇਹ ਲਿਖਿਆ ਪੜ੍ਹੋ ਤਾਂ ਤੁਹਾਨੂੰ ਥੋੜ੍ਹਾ ਬਹੁਤ ਯਕੀਨ ਆ ਜਾਣਾ ਚਾਹੀਦਾ ਕਿ ਭਾਈ ਇਹ ਸੌਦਾ ਥੋੜ੍ਹਾ ਜਿਹਾ ਖਰਾ ਹੋ ਸਕਦਾ। ਹੋਰ ਚੀਜ਼ਾਂ ਵੀ ਦਿਖਾ ਲਿਓ ਜੀ 2-4 ਜੀ। ਆਹ ਲਓ ਜੀ, ਆ ਬੇਸਣ ਹੈ ਫੈਪਰੋ ਦਾ। ਦੂਸਰੇ ਪਾਸੇ ਆ ਬੂੰਦੀ ਵੀ ਪਈ ਹੈ ਜੀ। ਹਾਂਜੀ ਲਿਆਓ ਜੀ। ਇਹ ਕਾਹ 'ਚ ਪਾਈ ਦੀ ਆ ਜੀ? ਇਹ ਦਹੀਂ 'ਚ ਜੀ। ਦਹੀਂ 'ਚ ਜੀ। ਅੱਛਾ ਆਹ ਲਓ ਜੀ ਦਹੀਂ 'ਚ। ਠੀਕ ਹੈ ਜੀ। ਇਹ ਵੀ ਆਪਣੀ ਹੈ, ਇਹਦੇ ਉੱਪਰ ਲਿਖਿਆ, ਇਹਦੇ ਉੱਪਰ ਲਿਖਿਆ ਨਹੀਂ, ਮੈਂ ਕਿਹਾ ਕਿਤੇ। ਅੱਛਾ ਠੀਕ ਹੈ। GST ਠੀਕ ਹੈ ਜੀ। ਲੇਡੀਜ਼ ਦੇ ਗਰੁੱਪ ਆ ਜੀ, ਉਹਨਾਂ ਨੂੰ ਪ੍ਰਮੋਸ਼ਨ ਦੇ ਰਹੇ ਆ ਜੀ ਆਪਾਂ। ਠੀਕ ਹੈ ਜੀ। ਹਾਂਜੀ, ਅਚਾਰ, ਮੁਰੱਬੇ, ਜੂਸ ਵਗੈਰਾ, ਇਹ ਲੇਡੀਜ਼ ਆਪਣੇ ਘਰ ਕੰਮ ਕਰਦੀਆਂ, ਸਵੈ ਸਹਾਇਤਾ ਗਰੁੱਪ ਬਣਾਇਓ ਆ, ਉਹਨਾਂ ਨੂੰ ਸੁਸਾਇਟੀ ਪਲੇਟਫਾਰਮ ਦੇ ਰਹੀ ਆ। ਅੱਛਾ ਵੀ ਤੁਹਾਡਾ ਉਹਨਾਂ ਦਾ ਸਮਾਨ ਇੱਥੇ ਰੱਖਿਆ? ਹਾਂਜੀ ਹਾਂਜੀ ਠੀਕ ਹੈ ਜੀ। ਹਾਂਜੀ। ਉਹਨਾਂ ਨੂੰ ਵੀ ਮਾੜਾ ਮੋਟਾ ਦੱਸਿਆ ਜਾਂਦਾ ਹੋਊਗਾ ਜੀ ਕਿ ਕਿੱਦਾਂ ਦਾ ਬਣਾਉਣਾ, ਜਾਨੀ ਕਿ ਜਿਹੜਾ ਮਰਜ਼ੀ ਰੱਖ ਲੈਣੋ ਸਮਾਨ ਇੱਥੇ ਪ੍ਰਧਾਨ ਜੀ? ਉਹਨਾਂ ਨੇ ਵੀ ਪੂਰਾ ਪ੍ਰੋਪਰ ਟ੍ਰੇਨਿੰਗ ਲਈ ਹੋਊਗਾ। ਪ੍ਰੋਸੈਸਿੰਗ ਪਲਾਂਟ ਉਹਨਾਂ ਦੇ ਪ੍ਰੋਪਰ ਆ, ਇਹਨਾਂ ਦਾ ਐਕਸਚੇਂਜ ਪ੍ਰੋਗਰਾਮ ਆ। ਇਹ ਆਪਣੇ ਪ੍ਰੋਡਕਟ ਉਹਨਾਂ ਨੂੰ ਦਿੰਦੇ, ਉਹ ਇਹਨਾਂ ਨੂੰ ਦਿੰਦੇ ਆ। ਤੇਲ ਵੀ ਚੱਕਿਓ ਜੀ, ਮਤਲਬ ਤੇਲ ਸੋਹਣੇ ਵਾਲਿਆਂ ਦਾ ਆ। ਠੀਕ ਹੈ ਜੀ। ਇਹ ਆਪਣਾ ਨਹੀਂ ਇੱਥੇ ਬਣਿਆ? ਹਾਂ ਨਹੀਂ, ਇਹ ਸੋਹਣੇ ਵਾਲਾ। ਠੀਕ ਹੈ ਜੀ, ਇਹਦਾ ਕੋਈ ਗੱਲ ਨਹੀਂ ਫਿਰ। ਤੇ ਆਹ ਦਾਲਾਂ ਦਾ ਕੀ ਮਸਲਾ ਜੀ, ਇਹ ਵੀ ਸਮਝਾਇਓ। ਇਹ ਕੀ ਹੈ ਜੀ? ਇਹ ਰਾਜਮਾ। ਇਹ ਰਾਜਮਾ ਆ। ਠੀਕ ਹੈ ਜੀ। ਇਹ ਵੀ ਆਪਣੇ ਆ? ਆਪਣੇ ਅਸੀਂ ਜ਼ਿਮੀਦਾਰ ਕੋਲ ਖਰੀਦੀ ਦੇ, ਜਿੱਥੇ ਪਿਓਰਿਟੀ ਸਾਨੂੰ ਲੱਗੇ। ਰਾਜਮਾ, ਫਿਰ ਜਿੰਨੀਆਂ ਦਾਲਾਂ ਆ ਕੰਢੀ ਏਰੀਏ ਦੇ ਵਿੱਚ ਬਹੁਤ ਮਤਲਬ ਸਾਫ਼ ਸੁਥਰੀਆਂ। ਚਨਾ ਬੜਾ ਵਧੀਆ ਹੁੰਦਾ, ਕਿਉਂਕਿ ਇਹਨੂੰ ਆਪ ਜਾ ਕੇ ਦੇਖ ਕੇ ਹਾਈਜੈਨਿਕਲੀ ਉਹਨਾਂ ਨੂੰ ਦੱਸਣਾ ਵੀ ਇਹਦੇ ਵਿੱਚ ਖਾਦ ਘੱਟ ਪਾਓ, ਜੋ ਵੀ ਆ। ਤੇ ਅਸੀਂ ਤੁਹਾਡੇ ਖਰੀਦਦਾਰ ਆ, ਅਸੀਂ ਮਹਿੰਗੀ ਕੀਮਤ ਤੇ ਵੀ ਖਰੀਦੀ ਦੀ ਆ। ਜਾਨੀ ਉਹਨਾਂ ਨੂੰ ਪਹਿਲਾਂ ਹੀ ਦੱਸ ਦੇਣਾ ਕਿ ਤੁਹਾਡਾ ਸੌਦਾ ਆਹ ਖਰੀਦਾਂਗੇ, ਪਰ ਇਹਦੇ ਵਿੱਚ ਸੌਦਾ ਇੰਨਾ ਕੁ ਪਾਇਓ, ਇਹਦੇ ਵਿੱਚ ਖਾਦ ਇੰਨੀ ਕੁ ਪਾਓ, ਇਹਨੂੰ ਸਪਰੇਅ ਨਾ ਕਰਿਓ। ਉਹ ਚੀਜ਼ਾਂ ਦਾ ਅਸੀਂ ਧਿਆਨ ਰੱਖੀਦਾ ਮੇਨ। ਔਰ ਇਹ ਸਾਡੇ ਜਿੰਨੇ ਰਾਜਮਾ, ਚਨੇ ਹੋਏ, ਸਾਡੀਆਂ ਜਿੰਨੀਆਂ ਦਾਲਾਂ ਵਾ, ਸਾਰੀਆਂ ਹੀ ਇਹ ਪਿਓਰ ਹੋਣਗੀਆਂ ਔਰ ਬਿਲਕੁਲ ਇਹ ਹਾਈਜੈਨਿਕ ਹੋਣਗੀਆਂ। ਕੋਈ ਇਹਨਾਂ ਦੇ ਵਿੱਚ ਕੋਈ ਕਿਸੇ ਤਰ੍ਹਾਂ ਨਾ ਲੱਗੀ ਹੋਊਗੀ, ਨਾ ਕੋਈ ਕਿਸੇ ਤਰ੍ਹਾਂ ਦੀ ਇਹਦੇ ਵਿੱਚ ਅਡਲਟੇਸ਼ਨ ਹੈ। ਪ੍ਰਧਾਨ ਜੀ ਮੈਂ ਤੁਹਾਡੇ ਤੋਂ ਇੱਕ ਗੱਲ ਪੁੱਛਣੀ, ਕੋਈ ਹੋਰ ਵੀ ਸੱਜਣ ਗੱਲ ਕਰਨਾ ਚਾਹੇ ਤਾਂ ਜ਼ਰੂਰ ਕਰ ਸਕਦਾ ਜੀ। ਜੇ ਕੋਈ ਕਿਸਾਨ ਤੁਹਾਡੇ ਤੋਂ ਹਾਂਜੀ ਆਓ ਜੀ, ਆਓ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ? ਠੀਕ ਠਾਕ। ਤੁਹਾਨੂੰ ਕਿੱਦਾਂ ਦਾ ਲੱਗਦਾ ਜੀ ਇਹ ਸਾਰਾ? ਬਹੁਤ ਵਧੀਆ ਲੱਗਦਾ ਜੀ। ਇੱਥੇ ਇਲਾਕੇ ਦੇ ਵਿੱਚ ਜਿਹੜਾ ਇਹ ਕੰਮ ਸੁਸਾਇਟੀ ਨੇ ਚਲਾਇਆ ਹੈਗਾ ਜੀ, ਔਰ ਕਿਸਾਨਾਂ ਨੇ ਇਕੱਠਿਆ ਹੋ ਕੇ ਚਲਾਇਆ। ਨਾ ਕੋਈ ਇਹਨਾਂ ਨੂੰ ਕੋਈ ਇਹਨਾਂ ਲਾਭ ਨਹੀਂ, ਵੀ ਕੋਈ ਤਨਖਾਹ ਨਹੀਂ, ਕੋਈ ਹੋਰ ਨਹੀਂ ਹੈਗਾ। ਪਿਓਰ ਚੀਜ਼ਾਂ ਹੈਗੀਆਂ,
A to Z ਸਾਰੀਆਂ ਇਹਨਾਂ ਦੀਆਂ ਜੋ ਵੀ ਇਹਨਾਂ ਦੀਆਂ ਹੈਗੀਆਂ, ਇਹਨਾਂ ਦਾ ਮਾਰਕਾ ਜੋ ਹੈਗਾ ਬਹੁਤ ਵਧੀਆ ਚਲਾ ਰਹੇ ਨੇ। ਵੱਧ ਤੋਂ ਵੱਧ ਡਾਕਟਰ ਸਾਹਿਬ ਦੀ ਵੀ ਸਲਾਹ ਲੈਂਦੇ ਆ, ਇੱਥੇ ਲਾਗੇ ਦਫ਼ਤਰ ਹੈ ਇਹਨਾਂ ਦਾ ਹਾਰਟੀਕਲਚਰ ਐਗਰੀਕਲਚਰ, ਉਹਨਾਂ ਦੀ ਵੀ ਸਲਾਹ ਲੈਂਦੇ ਆ। ਬਾਕੀ ਬੜੇ ਕਿਸਾਨ ਜਿਹੜੇ ਆ ਬੜੇ ਤਜਰਬੇਕਾਰ ਆ। ਹਾਂਜੀ। ਅੱਛਾ, ਜੇ ਪੰਜਾਬ ਦੇ ਬਾਕੀ ਇਲਾਕਿਆਂ ਦੇ ਵਿੱਚ ਵੀ ਕਿਸਾਨ ਇਕੱਠੇ ਹੋ ਕੇ ਇਦਾਂ ਦੀਆਂ ਸੰਸਥਾਵਾਂ ਚਲਾਉਣ, ਕੁਝ ਭਲਾ ਹੋ ਸਕਦਾ? ਬਹੁਤ ਭਲਾ ਹੋ ਸਕਦਾ। ਜਿਹੜੀਆਂ ਗਾਂ ਬਿਮਾਰੀਆਂ ਲੱਗਦੀਆਂ ਜਾਂ ਜਿੱਦਾਂ ਕਿ ਉਹ ਪਿਓਰ ਚੀਜ਼ਾਂ ਨਹੀਂ ਮਿਲਦੀਆਂ, ਉਹ ਲੋਕਾਂ ਨੂੰ ਮਿਲਣਗੀਆਂ, ਸਿਹਤਮੰਦ ਹੋਣਗੇ। ਪ੍ਰਧਾਨ ਜੀ, ਜੇ ਹੋਰ ਇਲਾਕੇ ਦੇ ਕਿਸੇ ਦੇ ਅਬੋਹਰ, ਫਾਜ਼ਿਲਕਾ, ਸ਼੍ਰੀ ਮੁਕਤਸਰ ਸਾਹਿਬ, ਅੰਮ੍ਰਿਤਸਰ ਦਾ ਕੋਈ ਬੰਦਾ 20 ਕਿਸਾਨ ਕਹਿਣ ਕਿ ਸਾਨੂੰ ਜੀ 2 ਘੰਟੇ ਮੜ ਜਾ ਦਿਖਾ ਦਿਓ, ਸਾਨੂੰ ਢੰਗ ਤਰੀਕਾ ਦੱਸ ਦਿਓ ਕਿ ਚਲਾਈ ਦਾ ਕਿਵੇਂ ਹੈ, ਕੀ ਕਰੀਦਾ, ਦੱਸ ਦਿੰਦੇ ਹੋ ਕਿ ਬੂਹੇ 'ਚ ਵੜਨ ਨਹੀਂ ਦਿੰਦੇ? ਬਿਲਕੁਲ ਜੀ, ਅਸੀਂ ਤਾਂ ਖੁਦ ਵੀ ਚਾਹੁੰਦੇ ਆ ਵੀ ਇਦਾਂ ਹੋਰ ਵੀ ਸੰਸਥਾ ਹੋਣ ਤੇ ਹੁਣ ਜ਼ਿਮੀਂਦਾਰ ਸਮੂਹ ਵਿੱਚ ਕੰਮ ਕਰਨ ਤਾਂ ਸਾਡੇ ਦੇਸ਼ ਦਾ ਜਿਹੜਾ ਮਤਲਬ ਭਲਾ ਹੋ ਸਕਦਾ। ਇਹਦੇ ਵਿੱਚ ਆਮਦਨ ਵਿੱਚ ਵੀ ਵਾਧਾ ਹੋ ਸਕਦਾ। ਆਮ ਤੌਰ 'ਤੇ ਜ਼ਿਮੀਂਦਾਰ ਕੀ ਕਰਦਾ, ਸਮਾਨ ਆਪਣਾ ਜਾਂ ਜੋ ਪ੍ਰੋਡਕਟ ਆ ਉਹ ਕਹਿੰਦਾ ਮੈਂ ਮੰਡੀ ਸਿੱਟਣ ਚੱਲਾਂ, ਅਸੀਂ ਕਹਿੰਦੇ ਸਿੱਟਣ ਨਾ, ਵੇਚੋ। ਅਗਰ ਵੇਚੋਗੇ ਤਾਂ ਤੁਹਾਡੇ ਕੋਲ ਪੈਸੇ ਵਟੋਗੇ, ਸਿੱਟੋਗੇ ਤਾਂ ਪੈਸੇ ਨਹੀਂ ਵਟ ਹੁੰਦੇ, ਉਹ ਆੜ੍ਹਤੀਏ ਦੀ ਮਰਜ਼ੀ ਨਾਲ ਕੰਮ ਵਿਕਦਾ। ਤੋ ਅਸੀਂ ਇਸ ਕਰਕੇ ਪ੍ਰੋਸੈਸ ਕਰਨ ਦਾ ਸਾਡਾ ਮਕਸਦ ਹੀ ਇਹ ਆ, ਤੇ ਵੇਚਣ ਦਾ ਪਬਲਿਕ ਨੂੰ ਇਹ ਮਕਸਦ ਆ ਵੀ ਜ਼ਿਮੀਂਦਾਰ ਦੀ ਆਮਦਨ ਵਿੱਚ ਵਾਧਾ ਹੋਵੇ। ਕੰਮ ਵੈਸੇ ਚੰਗਾ ਹੀ, ਨਹੀਂ ਤਾਂ ਕਿਉਂਕਿ ਆਮ ਤੌਰ 'ਤੇ ਫਸਲ ਹੁੰਦੀ ਤਾਂ ਫਸਲ ਅਸੀਂ ਟਰਾਲੀ ਸਿੱਧੀ ਸਿੱਟ ਕੇ ਤਾਂ ਮੰਡੀ ਸਿੱਟਤੀ। ਹੁਣ ਤੁਸੀਂ ਵਧੀਆ ਪੈਕਿੰਗ ਕਰਕੇ, ਵਧੀਆ ਉੱਤੇ ਲੇਬਲ ਲਾ ਕੇ, ਵਧੀਆ ਤਰੀਕੇ ਦੇ ਨਾਲ, ਜਦੋਂ ਮਾਣ ਤਾਂ ਹੁੰਦਾ ਹੀ ਹੋਊਗਾ ਨਾ ਕਿ ਭਾਈ ਅਸੀਂ 4 ਪੈਸੇ ਵੱਟ ਕੇ ਦਿੰਨੇ ਕਿਸਾਨ ਨੂੰ। ਦੇਖੋ ਜੀ, ਗੱਲ ਇਸ ਤਰ੍ਹਾਂ ਆ ਵੀ ਅਸੀਂ ਜ਼ਿਮੀਂਦਾਰ ਨੂੰ ਇੱਕ ਗੱਲ ਕਹਿੰਦੇ ਆ ਵੀ ਜਿਹੜੀ ਪੈਦਾਵਾਰ ਕਰਨੀ ਆ ਉਹ ਕੁਆਲਿਟੀ ਵਾਈਜ਼ ਹੋਣੀ ਚਾਹੀਦੀ ਆ। ਜਦੋਂ ਅਸੀਂ ਪ੍ਰੋਡਕਟ ਉਹਦੇ ਕੋਲ ਖਰੀਦਦੇ ਆ, ਸਾਡੀ ਕਮੇਟੀ ਬੈਠਦੀ ਆ ਔਰ ਜ਼ਿਮੀਂਦਾਰ ਬੈਠਦਾ, ਉਹਦੇ ਸਾਹਮਣੇ ਬਹਿ ਕੇ ਉਹਦਾ ਰੇਟ ਤੈਅ ਹੁੰਦਾ ਪ੍ਰੋਡਕਟ ਦਾ। ਹਾਂ, ਨਹੀਂ ਅਸੀਂ ਮਾੜਾ ਸਮਾਨ ਲੈਂਦੇ ਨਹੀਂ, ਅਗਰ ਉਹਨੇ ਮਾੜਾ ਸਮਾਨ ਪੈਦਾ ਕੀਤਾ ਤਾਂ ਅਸੀਂ ਉਹਨੂੰ ਜਵਾਬ ਦੇ ਦਿੱਤਾ। ਇਸ ਕਰਕੇ ਸਾਡੀ ਕੋਸ਼ਿਸ਼ ਹੁੰਦੀ ਆ ਵੀ ਅਸੀਂ ਕੁਆਲਿਟੀ ਵਾਈਜ਼ ਚੀਜ਼ ਹਰ ਕੋਲ ਪਹੁੰਚ ਕਰੀਏ। ਤੁਹਾਡੇ ਸਮਾਨ ਤੁਸੀਂ ਖਰੀਦ ਲਿਆ, ਤੁਹਾਡਾ ਸਮਾਨ ਵਿਕਦਾ ਕਿੱਦਾਂ? ਇਸੇ ਸਟੋਰ ਤੋਂ ਜਾਂ ਹੋਰ ਢੰਗ ਤਰੀਕਾ ਵੀ ਹੈ? ਦੇਖੋ, ਇਹ ਸਾਡੇ ਸਮਾਨ, ਇਹ ਸਾਡੇ ਇੱਕ ਆਊਟਲੈਟ ਬਾਹਰ ਵੀ ਹੈ ਕਿ ਅੰਦਰ ਵੀ ਆ। ਉਸ ਤੋਂ ਇਲਾਵਾ ਅਸੀਂ ਅਲੱਗ-ਅਲੱਗ ਸ਼ਹਿਰਾਂ ਵਿੱਚ ਜਾਂ ਪਿੰਡਾਂ ਵਿੱਚ ਵੀ ਸਾਡੇ ਕੋਲ ਆਊਟਲੈਟ ਰਾਹੀਂ ਜਿਹੜਾ ਸਮਾਨ ਸਾਡੇ ਮੈਂਬਰ ਆ ਉਹ ਸਮਾਨ ਵੇਚਦੇ ਆ। ਜਾਂ ਬੁੱਲ੍ਹਵਾਲ ਵਿੱਚ ਵੀ ਆ ਸਾਡੇ, ਉੱਥੇ ਆਊਟਲੈਟ ਖੁੱਲ੍ਹਾ, ਸਾਡੇ ਮੈਂਬਰ ਆ ਸਹਿਬਾਨ ਆ, ਉਹ ਜਿਹੜਾ ਉੱਥੇ ਸਾਡਾ ਸਮਾਨ ਵੇਚਦੇ ਆ, ਤੇ ਉੱਥੇ ਪਬਲਿਕ ਉੱਥੋਂ ਲਿਆ ਕੇ ਵੀ ਲਿਆ ਸਕਦੀ ਆ। ਕਿਸੇ ਨੇ ਕੋਈ ਆਰਡਰ ਦੇਣਾ ਹੋਵੇ, ਕੋਈ ਬਾਹਰਲੇ ਬੰਦੇ ਨੇ ਪਤਾ ਕਰਨਾ ਹੋਵੇ, ਗੁੜ ਚਾਹੀਦਾ ਇੱਧਰ ਉੱਧਰ, ਕੋਈ ਟੈਲੀਫੋਨ ਨੰਬਰ, ਕੋਈ ਈਮੇਲ, ਇੱਦਾਂ ਦਾ ਕੋਈ ਸਿਸਟਮ? ਸਾਰਾ ਕੁਛ ਸਾਡੇ ਕੋਲ ਸੁਵਿਧਾ ਆਨਲਾਈਨ ਸੁਵਿਧਾ ਹੈਗੀ ਆ। ਸਾਡੇ ਮੈਨੇਜਰ ਸਾਹਿਬ ਸਾਰਾ ਕੁਛ ਹੈਗਾ। ਜੇ ਫੈਪਰੋ ਭਰ ਦਾਂਗੇ ਗੂਗਲ ਤੇ ਆਜੂ ਸਭ ਕੁਝ? ਸਭ ਕੁਛ ਆ ਜਾਊਗਾ ਜੀ। ਆ ਜਾਊਗਾ ਜੀ? ਹਾਂਜੀ, ਫੇਸਬੁੱਕ ਪੇਜ ਬਣਿਆ ਆ, ਫਾਰਮ ਪ੍ਰੋਡਿਊਸ ਪ੍ਰੋਮੋਸ਼ਨ ਸੁਸਾਇਟੀ। ਠੀਕ ਹੈ ਜੀ। ਹਾਂਜੀ। ਬਾਕੀ ਸਾਡਾ ਫੋਨ ਨੰਬਰ ਹੈਗਾ fapprohoney@yahoo.co.in। ਫੋਨ ਨੰਬਰ ਹੈਗਾ 9463310479। ਲਓ ਜੀ। ਹਾਂਜੀ, ਤੁਸੀਂ ਮਹਾਰਾਜ ਕੋਈ ਸੌਦਾ 'ਚ ਫੜਿਆ? ਹਾਂ, ਮੈਂ ਕਿਹਾ ਇਹ ਵੀ ਦਿਖਾ ਦਿਆਂ। ਇਹ ਸਾਡਾ ਗਰਮ ਮਸਾਲਾ ਜੀ, ਇਹਦੇ 'ਚ 10 ਜਿਹੜੀਆਂ ਆਈਟਮਸ ਪਾਈਆਂ ਆ, ਤੇ ਬਿਲਕੁਲ ਉਹ ਪਿਓਰ ਆਈਟਮਸ ਨੇ। ਰੀਜ਼ਨੇਬਲ ਰੇਟ ਤੇ ਅਸੀਂ ਜਿਹੜਾ ਹੈਗਾ ਇਹ ਗਰਮ ਮਸਾਲਾ ਜਿਹੜਾ ਹੈਗਾ ਉਹ ਦੇ ਰਹੇ ਹੈਗੇ ਆ। ਸਲਾਦ ਤੇ ਪਾਉਣਾ ਹੁੰਦਾ, ਕਾਹ 'ਚ ਲੱਸੀ 'ਚ ਪਾਉਣਾ? ਜਿਹਦੇ ਤੇ ਮਰਜ਼ੀ ਇਹ ਪਾਓ, ਮਤਲਬ ਦਾਲ ਸਬਜ਼ੀ ਦੇ ਵਿੱਚ, ਸਲਾਦ ਤੇ, ਜਿਹਦੇ ਤੇ ਵੀ ਮਰਜ਼ੀ ਇਹ ਪਾਇਆ ਜਾ ਸਕਦਾ। ਚੀਜ਼ ਦਾ ਟੇਸਟ ਵੀ ਵਧਾਊਗਾ ਤੇ ਆਪਣਾ ਜਿਹੜੀ ਤਾਕਤ ਵੀ ਜਿਹੜਾ ਹੈ ਉਸ ਚੀਜ਼ ਨੂੰ ਦੇਗਾ, ਉਹਦੀ ਫ੍ਰੈਗਰੈਂਸ ਵੀ ਪੂਰੀ ਕਰੇਗਾ। ਠੀਕ ਹੈ ਜੀ। ਇੱਕ ਗੱਲ ਦੱਸਿਓ, ਇਹ ਆਪੇ ਹੀ ਵੇਚੀ ਬੂਚੀ ਆ ਨਾ ਕਿ ਸਰਕਾਰ ਤੋਂ ਕੋਈ ਮਾਨਤਾ ਮੂਨਤਾ ਹੈਗੀ ਆ? ਨਹੀਂ, ਸਰਕਾਰ ਤੋਂ ਮਾਨਤਾ ਕਿਉਂ ਨਹੀਂ ਹੈ? ਸਾਡੇ ਕੋਲ ਸਰਕਾਰ ਦਾ ਅਦਾਰਾ ਜ਼ਿਮੀਂਦਾਰ ਚਲਾ ਰਹੇ ਆ। ਰੀਜ਼ਨੇਬਲ ਰੇਟ ਤੇ ਅਸੀਂ ਜਿਹੜਾ ਹੈਗਾ ਆ ਕੰਜ਼ਿਊਮਰ ਨੂੰ, ਉਹਨੂੰ ਅਸੀਂ ਚੀਜ਼ ਪਿਓਰ ਚੀਜ਼ ਦੇ ਰਹੇ ਆ ਰੀਜ਼ਨੇਬਲ ਰੇਟ ਤੇ। ਨਹੀਂ ਮਾਸੇ, ਬਹੁਤ ਵਧੀਆ ਲੱਗਾ। ਆਓ ਜੀ ਫਿਰ ਅੱਗੇ ਆਓ ਜੀ। ਲਓ ਜੀ, ਹੁਣ ਮੈਨੂੰ ਮਾੜਾ ਜਿਹਾ ਨਾ ਗੰਨੇ ਵਾਲਾ ਜੋ ਜੁਗਾੜ ਦਿਖਾ ਲਿਓ ਜੀ। ਕਿਸਾਨਾਂ ਦਾ ਸਮੂਹ ਹੈ ਨਾ ਜੀ। ਹਾਂਜੀ, ਉਹ ਸਾਰੇ ਗਰੋਰਸ ਨੇ। ਠੀਕ ਹੈ ਜੀ। ਉਹ ਚੀਜ਼ ਰॉ ਮਟੀਰੀਅਲ ਸਾਨੂੰ ਦਿੰਦੇ ਨੇ, ਉਹ ਆਪ ਬੀਜਦੇ ਆ। ਹਾਂ, ਵਧੀਆ। ਤੇ ਜਿਹੜੇ ਉਹ ਗਰੋਰਸ ਦੇ ਵਿੱਚੋਂ ਜਿਹੜੇ ਹੋਰ ਜਿਹੜੇ ਜਿਹੜਾ ਇੱਥੇ ਸੁਸਾਇਟੀ ਜਿਹੜੀ ਇੰਸਟਾਲ ਹੋਈ ਆ, ਉਹਦੇ ਵਿੱਚ ਬੋਰਡ ਆਫ ਡਾਇਰੈਕਟਰ ਇਲੈਕਟ ਹੋ ਗਏ। ਠੀਕ ਹੈ ਜੀ। ਉਹ ਕਿਸਾਨਾਂ ਦੀ ਆਵਾਜ਼ ਅੱਗੇ ਪਹੁੰਚਾ ਰਹੇ, ਉਹਨਾਂ ਦਾ ਪ੍ਰੋਡਕਟ ਪਰਚੇਜ਼ ਕਰਦੇ ਪਏ ਆ। ਇੱਥੇ ਪ੍ਰੋਸੈਸ ਹੁੰਦਾ, ਉਹ ਜਿਹੜਾ ਪ੍ਰੋਸੈਸਿੰਗ ਦੇ ਜਿਹੜਾ ਕਹਿੰਦੇ ਆਪਣੇ ਸੇਲ ਦੇ ਵਿੱਚੋਂ ਜੋ ਵੀ ਕੁਝ ਮਿਲਦਾ ਹੈਗਾ, ਇਹ ਸੁਸਾਇਟੀ ਨੂੰ ਮਿਲਦਾ। ਬਿਲਕੁਲ ਠੀਕ ਹੈ ਜੀ, ਬਿਲਕੁਲ। ਇਸ ਕਰਕੇ ਕਿਸਾਨ ਨੂੰ ਨਹੀਂ ਦਿੱਤਾ ਜਾਂਦਾ ਜੀ। ਸੁਸਾਇਟੀ ਕਿਸਾਨਾਂ ਦੀ ਆ ਜੀ। ਸੁਸਾਇਟੀ ਕਿਸਾਨਾਂ ਦੀ ਹਾਂ, ਬਿਲਕੁਲ ਠੀਕ ਹੈ ਜੀ। ਆਓ ਜੀ, ਆ ਜਾਓ ਜੀ, ਗੰਨੇ ਦਾ ਦੇਖੀਏ। ਇਹ ਚੜਲਾ ਸਾਹਿਬ ਗ੍ਰਾਂਟ ਮਿਲੀ ਕੋਈ? ਸਰਕਾਰ ਨੇ ਗ੍ਰਾਂਟ? ਗਵਰਨਮੈਂਟ ਨੇ ਸਾਨੂੰ ਜਿਹੜਾ ਪਲਾਂਟ ਦਿੱਤਾ ਜੀ, ਪਲਾਂਟ ਸਰਕਾਰ ਵੱਲੋਂ ਆਇਆ। ਠੀਕ ਹੈ ਜੀ। ਗ੍ਰਾਂਟ ਸਰਕਾਰ ਵੱਲੋਂ ਆਈ ਆ, ਡੀਸੀ ਸਾਹਿਬ ਦੇ ਕੇ ਗਏ ਸਾਨੂੰ। ਠੀਕ ਹੈ ਜੀ। ਔਰ ਉਹਦੇ ਨਾਲ ਉਹਨਾਂ ਨੇ ਕਿਹਾ ਵੀ ਬਿਲਕੁਲ ਹਾਈਜੀਨਿਕ, ਕਿਉਂਕਿ ਉਹਨਾਂ ਨੂੰ ਪਿਓਰਿਟੀ ਦਾ ਪਤਾ ਸੀ। ਉਹ ਕਹਿੰਦੇ ਹਾਈਜੀਨਿਕ ਵੀ ਹੋਵੇ, ਮੱਖੀ ਨਾ ਹੋਵੇ, ਮੱਛਰ ਨਾ ਹੋਵੇ। ਇਸ ਕਰਕੇ ਅਸੀਂ ਸਾਰਾ ਹੀ ਇਹਨੂੰ ਕਵਰ ਕਰਕੇ ਜਾਲੀ ਲਾ ਕੇ ਥੱਲੇ ਬਕਾਇਦਾ ਟਾਇਲ ਲੱਗ ਰਹੀਆਂ ਆ। ਹੁਣ ਕੰਮ ਰੁਕਿਆ, ਅਸੀਂ
ਤੇ ਕਰਕੇ ਬਿਲਕੁਲ ਅਸੀਂ ਗਰੰਟਡ ਆ ਵੀ ਸਾਡਾ ਹਾਈਜੀਨਿਕ ਵੀ ਹੋਊਗਾ, ਕੋਈ ਕਿਸੇ ਤਰ੍ਹਾਂ ਦਾ ਰਲਾ ਨਹੀਂ ਹੋਊਗਾ। ਉਹ ਉੱਥੋਂ ਨਿਕਲਦੀ ਹੈ ਰਸ, ਉੱਥੋਂ ਨਿਕਲ ਕੇ ਇਹਦੇ ਵਿੱਚ ਦੀ ਉਹ ਫਿਲਟਰ ਨੇ, ਉੱਥੇ ਫਿਲਟਰ ਲੱਗੇ ਆ, ਉੱਥੋਂ ਰਸ ਸਾਡੀ ਮੋਟਰਾਂ ਥਰੂ ਇੱਥੇ ਆਉਂਦੀ ਆ, ਅੱਗੇ ਜਾ ਕੇ ਉਹ ਵੱਡਾ ਮੇਨ ਆ ਉਹ ਕੜਾਹਾ, ਇਹਦੇ ਵਿੱਚ ਰਸ ਨੇ ਜਾਣਾ, ਇੱਥੋਂ ਫਿਰ ਉਹਨੇ ਬੋਇਲ ਇੱਥੇ ਵੀ ਹੁੰਦੀ ਰਹਿਣਾ, ਇੱਥੇ ਅੱਗੇ ਹੋਣਾ, ਹਾਂਜੀ ਪਾਈਪਾਂ ਰਾਹੀਆਂ ਉਹਦੇ ਵਿੱਚ ਅੱਗੇ ਜਾਣਾ, ਉੱਥੋਂ ਫਿਰ ਅਸੀਂ ਯਾਨੀ ਕਿ 8 ਪੀਪਿਆਂ ਦੀ ਪੱਤ ਜਿਹੜੀ ਸਾਡੀ ਬਣਦੀ ਆ, ਤੇ ਉਹ ਬਕਾਇਦਾ ਤੌਰ ਤੇ ਇੱਥੇ ਫਿਰ ਐਨ ਹਾਈਜੀਨਿਕ ਇਹਦੇ ਉੱਪਰ ਆ ਲੱਗ ਰਹੀ ਆ, ਹੁਣ ਆ ਜਾਲੀ ਲੱਗ ਗਈ, ਇਹਦੇ ਉੱਪਰ ਵੀ ਬਕਾਇਦਾ ਸਾਰੇ ਜਾਲੀ ਹੋਣੀ ਆ, ਕੋਈ ਮੱਖੀ ਨਹੀਂ ਹੋਊ, ਕੋਈ ਮੱਛਰ ਨਹੀਂ ਹੋਊ, ਕੋਈ ਧੂੜ ਮਿੱਟੀ ਨਹੀਂ, ਕਿਸੇ ਤਰ੍ਹਾਂ ਦਾ ਬਿਲਕੁਲ ਗਰੰਟੀ ਸਾਡੀ, ਸਫਾਈ ਦੀ ਵੀ ਗਰੰਟੀ ਹੋਊਗੀ। ਠੀਕ ਹੈ ਜੀ। ਇਸ ਕਰਕੇ ਇਹ ਜਿਹੜਾ ਜੋ ਤੁਸੀਂ ਦੇਖ ਲਓ, ਕਿਉਂਕਿ ਅੰਡਰ ਕੰਸਟਰਕਸ਼ਨ ਹੈ ਥੋੜਾ, ਤੇ ਥੋੜੇ ਦਿਨਾਂ 'ਚ ਕਿਉਂਕਿ ਡੀਸੀ ਸਾਹਿਬ ਨੇ ਜਦੋਂ ਗ੍ਰਾਂਟ ਦਿੱਤੀ ਉਸ ਤੋਂ ਬਾਅਦ ਇਹ ਸਾਡਾ ਪ੍ਰੋਗਰਾਮ ਜਿਹੜਾ ਸ਼ੁਰੂ ਹੋਇਆ, ਤੇ ਬਿਲਕੁਲ ਬਕਾਇਦਾ ਤੌਰ ਤੇ ਆ ਥੋੜੇ ਦਿਨਾਂ ਦੇ ਵਿੱਚ ਹੀ ਜਿਹੜਾ ਟਾਈਲਸ ਵਗੈਰਾ ਲੱਗ ਕੇ ਇਹਨੂੰ ਮੇਰਾ ਖਿਆਲ ਵਿਦਨ 1 ਵੀਕ ਅਸੀਂ ਦੁਬਾਰਾ ਫਿਰ ਇੱਥੇ ਜਿਹੜਾ ਇਹ ਪ੍ਰੋਡਕਸ਼ਨ ਸ਼ੁਰੂ ਕਰ ਦੇਣੀ ਹੈ। ਠੀਕ ਹੈ ਜੀ। ਹਾਂਜੀ, ਇੱਕ ਤਾਂ ਮੈਂ ਹੁਣ ਸਾਰੇ ਸੱਜਣਾਂ ਨੂੰ ਬੇਨਤੀ ਕਰਦਾ, ਆਪਾਂ ਸਮਾਪਤੀ ਵਾਲੇ ਪਾਸੇ ਨੂੰ ਵਧਣਾ ਕਿ ਕੁੱਲ ਮਿਲਾ ਕੇ ਇੱਕ ਤਾਂ ਹਲਦੀ ਵਾਲਾ, ਜਾਣੀ ਹਲਦੀ ਦਾ ਮਸਲਾ ਮੈਨੂੰ ਜ਼ਰੂਰ ਸਮਝਾ ਦਿਓ ਕਿ ਹਲਦੀ ਕਿਸਾਨ, ਅੱਛਾ ਹੈਗਾ ਜੀ ਅੱਗੇ ਚਲੋ ਆਪਾਂ ਉਧਰ ਨੂੰ ਚੱਲਦੇ ਹਾਂ। ਸੋ ਆ ਜੀ ਗੁੜ ਵਾਲਾ ਇੱਥੇ ਸੌਦਾ ਲੱਗਣ ਆਇਆ, ਟਾਈਲਾਂ ਟੋਇਲਾਂ ਥੱਲੇ ਲੱਗ ਗਈਆਂ, ਇਧਰਲੇ ਪਾਸੇ ਆ ਦੇਖੋ ਜਾਲੀ ਲੱਗੀ ਹੈ, ਕਿਉਂਕਿ ਇਹ ਸ਼ੁਰੂ ਹੋ ਜਾਣਾ, ਗ੍ਰਾਂਟ ਨਵੀਂ ਮਿਲੀ ਆ, ਇਹ ਜਾਲੀ ਲੱਗ ਗਈ ਹੈ, ਉੱਪਰ ਤੱਕ ਲੱਗ ਜਾਣੀ, ਇਹਦਾ ਮਤਲਬ ਕਿ ਮੱਖੀ ਇੱਥੇ ਨਹੀਂ ਆਊਗੀ, ਟਾਈਲਾਂ ਲੱਗ ਗਈਆਂ, ਬਿਲਕੁਲ ਸਫਾਈ ਹੋਊਗੀ, ਸ਼ੁੱਧ ਸਾਫ ਸੁਥਰਾ ਗੁੜ ਜਿਹੜਾ ਉਹ ਤੁਹਾਡੇ ਤੱਕ ਅੱਪੜਦਾ ਕਰਨਗੇ ਫੈਪਰ ਵਾਲੇ। ਇੱਧਰ ਦੀ ਲੰਘ ਜਾਈਏ ਜੀ। ਹਾਂਜੀ ਹਾਂਜੀ ਠੀਕ ਹੈ ਜੀ। ਜੀ ਆ ਜਾਓ ਜੀ, ਆ ਜਾਓ ਜੀ। ਜੀ ਭਾਜੀ ਕੀ ਹਾਲ ਚਾਲ ਨੇ? ਠੀਕ ਠਾਕ ਹੋ? ਆ ਜਾਓ ਤੁਸੀਂ ਵੀ ਅੱਗੇ। ਤੇ ਤੁਸੀਂ ਤਾਂ ਲੀਡਰ ਬੰਦੇ ਆ। ਹਾਂਜੀ ਲੀਡਰ ਆਈ ਆ ਸਾਡੇ ਚਟਾਲਾ ਸਾਹਿਬ। ਹਾਂ ਸਾਡੇ ਅੱਛਾ, ਇਹ ਪ੍ਰੋਜੈਕਟ ਤੁਸੀਂ ਵੀ ਮੈਂਬਰ ਹੋ ਜੀ ਇਹਦੇ? ਨਹੀਂ ਮੈਂਬਰ ਆਪਾਂ ਨਹੀਂ ਮੈਂਬਰ। ਠੀਕ ਹੈ ਜੀ। ਤੁਹਾਨੂੰ ਚੰਗਾ ਲੱਗਦਾ ਜੋ ਤੁਸੀਂ ਸੁਣਿਆ ਅੱਜ? ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਇਲਾਕੇ ਦੀ ਬਹੁਤ ਵਧੀਆ ਕਮੇਟੀ ਹੈ, ਬੜੇ ਪਿਆਰ ਸਤਿਕਾਰ ਨਾਲ ਚੱਲ ਰਹੀ ਕਮੇਟੀ ਹੈ ਜੀ। ਕੋਈ ਇਹਨਾਂ ਨੂੰ ਆਪਣਾ ਲਾਲਚ ਨਹੀਂ ਜੀ ਇਹਨਾਂ ਨੂੰ ਕੋਈ ਵੀ ਜੀ। ਤੇ ਇਹ ਸਾਰੇ ਬਿਨਾਂ ਤਨਖਾਹ ਹੀ ਆ ਸਭ। ਹਾਂ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ? ਠੀਕ ਠਾਕ ਹੋ? ਤੇ ਤੁਹਾਨੂੰ ਕਿਵੇਂ ਲੱਗਦਾ ਜੀ ਇਲਾਕੇ 'ਚ, ਯਾਨੀ ਕਿਤੇ ਸਾਡੇ ਆਉਣ ਤੇ ਤਾਂ ਨਹੀਂ ਪਤਾ ਲੱਗਾ ਕਿ ਪਹਿਲਾਂ ਵੀ ਪਤਾ ਸੀ? ਨਹੀਂ ਪਹਿਲਾਂ ਪਤਾ ਜੀ, ਅੱਜ ਜਾਣਿਆ ਵੀ ਇੱਥੇ ਸੇਵਾ ਤੇ ਸ਼ੁੱਧਤਾ ਦੋ ਚੀਜ਼ਾਂ ਫ੍ਰੀ 'ਚ ਮਿਲਦੀਆਂ। ਠੀਕ ਹੈ ਜੀ। ਜਿਹੜੀ ਸ਼ੁੱਧਤਾ ਆ ਉਹ ਆਮ ਨਹੀਂ ਮਿਲਦੀ ਜੀ, ਸ਼ੁੱਧਤਾ ਨਾਲ ਸਿਹਤ ਬਣਦੀ ਆ, ਤੇ ਸੇਵਾ ਇੱਕ ਸਾਡਾ ਮਿਸ਼ਨ ਹੈ ਜੀ। ਅਸੀਂ ਬਹੁਤ ਖੁਸ਼ ਹਾਂ ਔਰ ਅਸੀਂ ਚਾਹਾਂਗੇ ਵੀ ਇਹ ਸੰਸਥਾ ਤਰੱਕੀ ਕਰੇ, ਲੋਕੀ ਫਾਇਦਾ ਲੈ। ਮਿਹਰਬਾਨੀ ਮਿਹਰਬਾਨੀ ਜੀ। ਆਓ ਜੀ। ਲਓ ਜੀ, ਹਲਦੀ ਵਾਲੇ ਪਾਸੇ ਜਿਹੜਾ ਚੱਲਦੇ ਆ, ਸ਼ੁਰੂ ਹਲਦੀ ਤੋਂ ਹੀ ਹੋਇਆ ਸੀ ਜੀ ਇਹ? ਹਾਂਜੀ ਹਾਂਜੀ ਸਰ, ਇਹ ਜਿਹੜਾ ਹੈਗਾ ਆ ਉਹ ਸਾਡੇ ਕੋਲ ਪਲਾਂਟ ਹੈਗਾ ਆ ਜੀ। ਹਾਂ ਉਹ ਸਾਹਮਣੇ ਹੈਗਾ, ਹਾਂਜੀ ਪੀਲੇ ਰੰਗ ਦਾ। ਠੀਕ ਹੈ ਜੀ। ਇਹ ਜਿਹੜਾ ਹੈਗਾ ਲਗਭਗ ਸਾਡੀਆਂ 3 ਸਟੇਟਾਂ ਨੂੰ ਕਵਰ ਕਰ ਲੈਂਦਾ, ਪੰਜਾਬ, ਹਰਿਆਣਾ ਤੇ ਈਵਨ ਯੂਪੀ ਨੂੰ ਵੀ ਕਵਰ ਕਰਦਾ ਰਿਹਾ। ਤੇ ਗੰਗਾ ਨਗਰ ਵਿੱਚ ਉਹਦੇ ਵਿੱਚ ਇਹ ਆ, ਅਸੀਂ ਖੇਤ ਦੇ ਵਿੱਚੋਂ ਜਿਹੜੀ ਹਲਦੀ ਪੱਟ ਕੇ ਉਹਦੇ ਸਾਹਮਣੇ ਜਿਹੜਾ ਵਾਟਰ ਟੈਂਕ ਹੈ, ਸਾਈਡਾਂ ਤੇ ਉਹ ਦੋ ਹੈਗੇ ਆ, ਉਹਨਾਂ ਦੀ 2.5 ਕੁਇੰਟਲ ਦੀ ਕਪੈਸਿਟੀ ਹੈ। ਇੱਕ ਪਾਸੇ 5 ਕੁਇੰਟਲ ਪੈਂਦਾ, ਦੂਏ ਪਾਸੇ 5 ਕੁਇੰਟਲ ਪੈਂਦਾ। ਉਹਦਾ ਇੱਕ ਵਾਲਵ ਖੋਲ ਦਿੰਨੇ ਆ, ਉਹਦੀ ਸਟੀਮ ਜਾਂਦੀ ਆ, ਉਹਨੂੰ ਬੋਇਲ ਕਰ ਦਿੰਦੀ ਆ। ਫਿਰ ਅਸੀਂ ਜਿਹੜਾ ਹੈਗਾ ਜਿਸ ਵੇਲੇ ਬੋਇਲ ਹੋ ਜਾਂਦਾ ਉਹਦੇ ਵਿੱਚ ਪ੍ਰੈਸ਼ਰ, ਗੰਢਾਂ, ਹਾਂਜੀ ਹਾਂਜੀ ਹਲਦੀ ਦੀਆਂ, ਹਾਂ ਪੱਟੀ ਹੋਈ ਦੀ। ਤਾਂ ਮਿੱਟੀ ਮੁੱਟੀ ਲੱਗੀ ਹੋਣੀ? ਨਹੀਂ, ਉਹ ਆਟੋਮੈਟਿਕਲੀ ਜਿਹੜੀ ਸਟੀਮ ਹੈਗੀ ਆ ਉਹਨੂੰ ਸਾਫ਼ ਕਰ ਦਿੰਦੀ ਆ। ਸਟੀਮ ਜਿਹੜਾ ਪੈਂਦੀ ਆ ਨਾ ਜੀ, ਉਹ ਸਾਰਾ ਉਹਨੂੰ ਸਾਫ਼ ਕਰ ਦਿੰਦੀ ਆ। ਜਿਸ ਵੇਲੇ ਮਤਲਬ ਜਿਹੜਾ ਇੱਕ ਪਾਸਾ ਜਿਹੜਾ ਬੋਇਲ ਹੋ ਗਿਆ, ਅਸੀਂ ਉਹਦਾ ਵਾਲ ਬੰਦ ਕਰ ਦਿੰਦੇ, ਦੂਏ ਪਾਸੇ ਸ਼ੁਰੂ ਕਰ ਦਿੰਦੇ ਆ। ਤੇ ਇੱਕ ਦਿਨ ਦੇ ਵਿੱਚ 125 ਕੁਇੰਟਲ ਤੋਂ 150 ਕੁਇੰਟਲ ਤੱਕ ਜਿਹੜੀ ਆ ਇਹਨੂੰ ਕੁਇੰਟਲ, ਹਾਂ ਇੱਕ ਦਿਨ ਤੇ, ਇੱਕ ਦਿਨ ਚ ਕਰ ਦਿੰਦੀ ਆ। ਉਹ ਤੋਂ ਬਾਅਦ ਆ ਜਿਹੜਾ ਹੈਗਾ ਸਾਡੇ ਕੋਲ ਫਰਸ਼ ਹੈਗਾ, ਇਹਦੇ ਤੇ ਜਿਹੜਾ ਅਸੀਂ ਸੁਕਾ ਦਿੰਦੇ ਆ। ਸਾਡੇ ਕੋਲ ਸੋਲਰ ਡਰਾਇਰ ਵੀ ਹੈ, ਤੇ ਅਸੀਂ ਇਹਦੇ ਤੇ ਵੀ ਸੁਕਾਉਂਦੇ ਆ। 10 ਤੋਂ 15 ਦਿਨ ਦੇ ਵਿੱਚ ਉਹ ਸੁੱਕ ਜਾਂਦੀ ਆ। ਉਹ ਤੋਂ ਬਾਅਦ ਜਿਸ ਵੇਲੇ ਸੁੱਕ ਜਾਂਦੀ ਆ, ਉਹਦੀ ਫਿਰ ਅਸੀਂ ਡੀ ਸਕਿਨਿੰਗ ਕਰਦੇ ਆ। ਆਹ ਸਾਹਮਣੇ ਉਹ ਆਪਣੇ ਲੱਗਾ ਆ, ਉਹਦੀ 2.5 ਕੁਇੰਟਲ ਦੀ ਕਪੈਸਿਟੀ ਹੈਗੀ ਆ। 1 ਘੰਟੇ ਦੇ ਵਿੱਚ ਘੁੰਮ ਕੇ ਉਹਦੇ ਵਿੱਚ ਜਿਹੜਾ ਰਾਫ ਮਟੀਰੀਅਲ ਜਾਂ ਸਕਿਨਿੰਗ ਹੁੰਦੀ ਆ ਜਾਂ ਜੜ੍ਹਾਂ ਹੁੰਦੀਆਂ, ਉਹ ਸਾਰਾ ਲਿੱਥ ਕੇ ਹਲਦੀ ਦੀ ਵਧੀਆ ਗੱਠੀ ਬਣ ਜਾਂਦੀ ਹੈ। ਉਹ ਗੱਠੀ ਜਿਹੜੀ ਹੈਗੀ ਆ, ਉਹ ਤੋਂ ਬਾਅਦ ਫਿਰ ਆ ਸਾਡੇ ਕੋਲ ਹੈਗਾ ਆ ਸਾਡੇ ਕੋਲ ਪੋਲਰਾਈਜ਼ਰ ਲੱਗਾ ਆ ਜੀ। ਅੱਛਾ, ਆ ਬਣ ਜਾਂਦੀ ਹੈ ਜੀ, ਬਣ ਕੇ ਆ ਜਾਂਦੀ ਆ। ਲਓ ਜੀ, ਸ਼ੁਰੂ ਦੇ ਵਿੱਚ ਆ ਗੱਠੀ ਜਿਹੜੀ ਆ ਜਾਂਦੀ ਹੈ ਜੀ। ਨਹੀਂ, ਹਾਂ ਇੱਥੇ ਮੰਨ ਲਓ ਉਦੋਂ ਸੁਕਾ ਕੇ ਤੇ ਡੀ ਸਕਿਨਿੰਗ, ਹਾਂ ਐਨ ਜੀ ਜੀ, ਡੀ ਸਕਿਨਿੰਗ ਹੋ ਕੇ ਆ ਗੱਠੀ ਬਣ ਗਈ ਆ। ਇਹ ਤੋਂ ਬਾਅਦ ਫਿਰ ਆ ਸਾਡੇ ਕੋਲ ਪਲਵਰਾਈਜ਼ਰ ਲੱਗਾ ਹੈਗਾ, ਅਸੀਂ ਇਹਦੇ ਵਿੱਚ ਪਾਉਨੇ ਆ।
ਤੇ ਇਹਦੇ ਵਿੱਚ ਜਿਹੜਾ ਹੈਗਾ ਆ ਤੁਸੀਂ ਇੱਥੇ ਇਕੱਠੀ ਪਾ ਦੇਣੀ ਹਾਂ ਇੱਥੇ ਆ ਗੱਠੀ ਪਾ ਦੇਣੀ ਆ ਤੇ ਇਹਦਾ ਪਾਊਡਰ ਜਿਹੜਾ ਹੈਗਾ ਸਾਡੇ ਇੱਥੇ ਥੱਲੇ ਆ ਜਾਂਦਾ। ਜਿਹੜਾ ਕੋਈ ਵੇਸਟ ਮਟੀਰੀਅਲ ਆ ਉਹ 에ਅਰ ਪ੍ਰੈਸ਼ਰ ਦੇ ਨਾਲ ਸੈਂਟਰੀਫਿਊਗਲ ਫੋਰਸ ਦੇ ਨਾਲ ਉਹ ਬਾਹਰ ਚਲੇ ਜਾਂਦਾ। ਅੱਛਾ, ਜਾਨੀ ਉਹ ਆ ਜਿਹੜੀ ਗੱਠੀ ਆ ਉਹ ਇੱਥੇ ਪਾਉਣੀ ਹੈ, ਇੱਥੋਂ ਇਹ ਹੋ ਕੇ ਤੇ ਇੱਥੇ ਤੁਸੀਂ ਉਹ ਭਰ ਲੈਣਾ ਉਹਨੂੰ। ਹਾਂ ਆ ਇਹਦੇ ਇੱਥੇ ਭਰ ਹੋ ਹਲਦੀ ਤਿਆਰ ਹੈ। ਹਾਂ ਇੱਥੇ ਤਿਆਰ ਆ ਤੇ ਸਾਡੇ ਕੋਲ ਹੁਣ ਉਹ ਤੋਂ ਬਾਅਦ ਅਸੀਂ ਇਹਦੀ ਪੈਕਿੰਗ ਕਰ ਦਿੰਦੇ ਆ। ਕੋਈ ਸਾਡੇ ਕੋਲ ਹੈ ਲਿਫਾਫਾ ਜੀ, ਇਹ ਤੋਂ ਬਾਅਦ ਫਿਰ ਅਸੀਂ ਇਹਨਾਂ ਲਿਫਾਫਿਆਂ ਦੇ ਵਿੱਚ ਜਿਹੜੀ ਹੈ ਜੀ ਅਸੀਂ ਇਹਦੀ ਪੈਕਿੰਗ ਕਰ ਦਿੰਦੇ। ਪੈਕਿੰਗ ਕਰ ਦੇਣੀ ਤੇ ਇਹਦੇ ਉੱਪਰ ਕੋਈ ਮਸ਼ੀਨ ਨਾਲ ਇਹਨੂੰ ਬੰਦ ਕਰ ਦੇਣਾ। ਹਾਂ ਉਹ ਸਾਡੇ ਕੋਲ ਮਸ਼ੀਨ ਹੈਗੀ ਆ, ਮਸ਼ੀਨ ਦੇ ਨਾਲ ਇਹਨੂੰ ਆਟੋਮੈਟਿਕ ਬੰਦ ਹੋ ਜਾਂਦੀ। ਠੀਕ ਹੈ, ਜਿਹੜਾ ਸਮਾਨ ਇਹ ਚ ਪੈ ਗਿਆ ਉਹਦੀ ਫਿਰ ਤੁਹਾਡੀ ਗਾਰੰਟੀ। ਹਾਂ ਉਹਦੀ ਸਾਡੀ ਗਾਰੰਟੀ। ਲਓ ਜੀ, ਸੋ ਇਹ ਹਲਦੀ ਵਾਲਾ ਪਲਾਂਟ ਵੀ ਲੱਗਾ। ਸੋ 350 ਕਿਸਾਨਾਂ ਦਾ ਇਕੱਠ, ਇਹ ਸਾਰਾ ਪ੍ਰੋਜੈਕਟ ਜਿਹੜਾ ਉਸ ਇਕੱਠ ਦਾ, ਉਸ ਸਮੂਹਿਕਤਾ ਦੀ ਜਿਹੜੀ ਉਹ ਨਿਸ਼ਾਨੀ ਹੈ। ਹੁਣ ਮੈਂ ਇੱਕ ਬੇਨਤੀ ਜਿਹੜੀ ਇੱਥੇ ਜ਼ਰੂਰ ਕਰਦੇ ਹਾਂ ਕਿ ਜੇ ਇੰਨੀ ਵੱਡੀ ਪੱਧਰ ਦੇ ਉੱਤੇ ਇਹ ਸਾਰੇ ਕੰਮ ਜਿਹੜੇ ਉਹ ਹੋ ਸਕਦੇ ਆ, ਜਿਵੇਂ ਪਹਿਲਾਂ ਇੱਕ ਬੇਨਤੀ ਕੀਤੀ ਗਈ ਸੀ ਕਿ ਭਾਈ ਸਾਨੂੰ ਜੂਸ ਦਾ ਪਲਾਂਟ ਦੇ ਦਿਓ, ਸਿਰਫ 1 ਕਰੋੜ ਰੁਪਈਆ ਲੱਗਦਾ, ਜਾਂ ਹੋਰ ਕੁਝ ਗ੍ਰਾਂਟਾਂ ਦੇ ਕੇ ਕੰਮ ਅੱਗੇ ਵਧਾਇਆ ਜਾ ਸਕਦਾ, ਤੇ ਉਧਰਲੇ ਪਾਸੇ ਸਰਕਾਰ ਨੂੰ ਸੋਚਣਾ ਚਾਹੀਦਾ। ਸੋ ਇੱਕ ਕਮਰਾ ਇੱਧਰ ਵੀ ਆ ਜੀ, ਗ੍ਰਾਈਂਡਿੰਗ ਰੂਮ ਜਿਹੜਾ। ਵੇਸਣ ਜੀ ਸਾਡਾ ਇੱਥੇ ਵੇਸਣ, ਠੀਕ ਹੈ ਜੀ, ਵੇਸਣ ਚਨੇ ਲਿਆ ਕੇ ਵੇਸਣ ਇੱਥੇ ਤਿਆਰ ਹੁੰਦਾ। ਜਿਹੜਾ ਆਪਾਂ ਪੈਕਟ ਉੱਥੇ ਦੇਖਿਆ। ਹਾਂ ਜਿਹੜਾ ਉਹ ਸਾਰਾ ਵੇਸਣ ਇਦਾਂ ਬਕਾਇਦਾ ਤੌਰ ਤੇ। ਠੀਕ ਹੈ ਜੀ, ਸਾਰਾ ਇਹਦੇ ਵਿੱਚ ਆਪਣਾ ਚਨੇ ਦੀ ਦਾਲ ਪਾ ਦਿੰਦੇ ਆ ਤੇ ਬੇਸਣ ਤਿਆਰ ਹੋ ਕੇ ਥੱਲੇ ਉਹਦੀ ਪੈਕਿੰਗ ਹੋ ਜਾਂਦੀ। ਫਿਰ ਆਪਾਂ ਉਹ ਪੈਕਿੰਗ ਦਿਖਾਈ ਤੁਹਾਨੂੰ। ਬਿਲਕੁਲ ਠੀਕ ਹੈ। ਸੋ ਇਹ ਉਹਦਾ ਵੱਖਰਾ ਕਮਰਾ। ਹਾਂ ਇਹ ਵੱਖਰਾ ਕਮਰਾ। ਹਾਂ ਲਓ ਜੀ, ਸੋ ਚਟਾਲਾ ਸਾਹਿਬ ਹੁਣ ਆਪਾਂ ਸਮਾਪਤੀ ਕਰੀਏ ਜੀ। ਬਿਲਕੁਲ ਜੀ, ਬਿਲਕੁਲ। ਸੋ ਕੁੱਲ ਮਿਲਾ ਕੇ ਅਸੀਂ ਉਮੀਦ ਕਰਦੇ ਹਾਂ ਕਿ ਪਹਿਲੀ ਗੱਲ ਕਿ ਜਿਹੜੀ ਸਿੱਖਣ ਦੀ ਲੋੜ ਹੈ ਇਸ ਫੈਪਰੋ ਸੰਸਥਾ ਤੋਂ, ਕਿਸਾਨਾਂ ਦੇ ਇਕੱਠ ਤੋਂ, ਕਿ ਭਾਈ ਪੰਜਾਬੀਆਂ ਨੂੰ ਇਕੱਠੇ ਹੋਣਾ ਚਾਹੀਦਾ, ਤਾਂ ਫਿਰ ਰਿਜ਼ਲਟ ਬਹੁਤ ਵਧੀਆ। ਇਹ 350 ਬੰਦੇ ਇਕੱਲੇ ਹੁੰਦੇ, ਨਾ ਹਲਦੀ ਵਾਲਾ ਪਲਾਂਟ ਲੱਗਣਾ ਸੀ, ਨਾ ਬੇਸਣ ਵਾਲਾ ਲੱਗਣਾ ਸੀ, ਨਾ ਸਰਕਾਰ ਨੇ ਪੈਸੇ ਦੇ ਕੇ ਗੁੜ ਵਾਲਾ ਵੇਲਣਾ ਦੇਣਾ ਸੀ, ਤੇ ਨਾ ਇਸ ਤਰੀਕੇ ਦੇ ਨਾਲ ਸ਼ੁੱਧਤਾ ਦੀ ਜਿਹੜੀ ਹੈ ਉਹ ਗਰੰਟੀ ਦਿੱਤੀ ਜਾਣੀ ਸੀ, ਪਰ ਇੱਥੇ ਉਹ ਦਿੱਤੀ ਜਾ ਰਹੀ ਹੈ। ਦੂਸਰੀ ਗੱਲ, ਜਿਵੇਂ ਇੱਕ ਗੱਲ ਆਈ ਸੀ ਕਿ ਭਾਈ ਕਿੰਨੂ ਬਹੁਤ ਹੈ, ਹੁਸ਼ਿਆਰਪੁਰ ਦੇ ਵਿੱਚ ਹੈ, ਭੁੰਗੇ ਹਰਿਆਣੇ ਦੇ ਕੋਲ ਆ। ਜੇ ਆਪਾਂ ਹੁਸ਼ਿਆਰਪੁਰ ਤੋਂ ਦਸੂਹੇ ਵਾਲੀ ਸੜਕ ਤੇ ਜਾਈਏ ਤਾਂ ਫਿਰ ਇੱਥੇ ਬ੍ਰੇਕ ਜਿਹੜੀ ਉਹ ਵੱਜ ਸਕਦੀ ਹੈ। ਔਨ ਰੋਡ ਹੈ ਸੱਜੇ ਹੱਥ, ਜੇ ਤੁਸੀਂ ਹੁਸ਼ਿਆਰਪੁਰ ਤੋਂ ਦਸੂਹੇ ਨੂੰ ਜਾਂਦੇ ਹੋ। ਕੰਗਮਾਈ ਪਿੰਡ ਹੈ ਨਾਲ ਦੀ ਨਾਲ। ਜੇ ਉਹ 1 ਕਰੋੜ ਰੁਪਈਏ ਦਾ ਕੀ 2 ਕਰੋੜ ਕੀ 10 ਕਰੋੜ ਦਾ ਵੀ ਜੇ ਪਲਾਂਟ ਜੂਸ ਵਾਲਾ ਲੱਗੇ ਤਾਂ ਲਾ ਲੈਣਾ ਚਾਹੀਦਾ। ਫੂਡ ਪ੍ਰੋਸੈਸਿੰਗ ਤਾਂ ਕਰਨੀ ਪਊਗੀ। ਰਾ ਮਟੀਰੀਅਲ ਅਸੀਂ ਵੇਚ ਕੇ ਉਹਨੂੰ ਖਰਾਬ ਕਰਕੇ ਕਿੰਨੀ ਕੁ ਦੇਰ ਅੱਖਾਂ ਦੇ ਵਿੱਚ ਘਸੁੰਨ ਦੇ ਕੇ ਰੋਂਦੇ ਰਹਾਂਗੇ। ਜੇ ਬਾਕੀ ਸਾਰਾ ਕੰਮ ਇਹਨਾਂ ਨੇ ਸਫਲਤਾਪੂਰਵਕ ਚਲਾਇਆ ਤੇ ਉਹ ਜੂਸ ਵਾਲਾ ਪਲਾਂਟ ਵੀ ਚਲਾ ਲੈਣਗੇ। ਬਾਕੀ ਵੀ ਜਿੰਨੀਆਂ ਸਰਕਾਰ ਦੀਆਂ ਸਕੀਮਾਂ ਨੇ ਇਧਰਲੇ ਪਾਸੇ ਧਿਆਨ ਦੇ ਕੇ, ਮੈਂ ਤਾਂ ਕਹਿੰਦਾ ਇਹਨੂੰ ਇੱਕ ਮਾਡਲ ਦੇ ਤੌਰ ਤੇ ਵਰਤਿਆ ਜਾਵੇ। ਬੜੀਆਂ ਹਨੇਰੀਆਂ ਆਈਆਂ ਪਿਛਲੇ 23 ਸਾਲਾਂ ਦੇ ਵਿੱਚ, ਪਰ ਜੇ ਇਹ ਖੜੇ ਨੇ ਤੇ ਇਹਨਾਂ ਦੇ ਮੈਂਬਰਾਂ ਦੀ ਗਿਣਤੀ ਵੱਧ ਰਹੀ ਹੈ, ਜੇ ਸ਼ੁੱਧਤਾ ਦੀ ਅਜੇ ਵੀ ਗਰੰਟੀ ਦਿੰਦੇ ਆ, ਤਾਂ ਮੈਨੂੰ ਲੱਗਦਾ ਕਿ ਇੱਕ ਮਾਡਲ ਦੇ ਤੌਰ ਦੇ ਉੱਤੇ ਮੌਜੂਦਾ ਸਰਕਾਰ ਨੂੰ ਵੀ ਅਪਣਾ ਲੈਣਾ ਚਾਹੀਦਾ। ਵਿਰੋਧੀ ਧਿਰਾਂ ਵੀ ਚੱਕਰ ਮਾਰਨ, ਸਾਰਿਆਂ ਨੂੰ ਕਿਤੇ ਪਤਾ ਲੱਗੇ ਕੋਈ ਬੰਦਾ, ਕੋਈ ਨਿੱਕੇ ਨਿਆਣੇ ਕੰਮ ਧੰਦੇ ਦੇ ਉੱਤੇ ਲੱਗਣ, ਜੇ 4 ਪੈਸੇ ਬਚ ਸਕਣ ਤਾਂ ਚੰਗਾ। ਮੈਂ ਹੁਣ ਸਮਾਪਤੀ ਕਰਨ, ਚਟਾਲਾ ਸਾਹਿਬ ਜਾਂਦੇ ਕੁਝ ਹੋਰ ਰੱਖਣਾ ਹੋਵੇ। ਬਸ ਤੁਸੀਂ ਸਾਡੀ ਇਹ ਸੰਸਥਾ ਦਾ, ਕਿਉਂਕਿ ਅਸੀਂ ਸਾਰਿਆਂ ਨੇ ਰਲ ਕੇ ਇਹੋ ਜਿਹਾ ਨੌਜਵਾਨ ਸੇਧ ਲੈ ਸਕਦੇ ਆ। ਬੱਚੇ ਬਾਹਰ ਜਾਣ ਤੋਂ ਪ੍ਰਵਾਸ ਜਿਹੜੀ ਇੱਕ ਬੜੀ ਵੱਡੀ ਸਮੱਸਿਆ ਉਹ ਵੀ ਰੁਕ ਸਕਦੀ ਆ, ਕਿਉਂਕਿ ਜੇ ਬੱਚੇ ਪੈਦਾ ਕਰਨਗੇ ਚੀਜ਼ ਉਹਦਾ ਸਹੀ ਮੁੱਲ ਮਿਲੂਗਾ ਔਰ ਪਿਓਰ ਚੀਜ਼ ਲੋਕਾਂ ਕੋਲ ਜਾਊਗੀ ਤੇ ਲੋਕਾਂ ਨੂੰ ਉਤਸ਼ਾਹ ਮਿਲੂਗਾ। ਇਸ ਕਰਕੇ ਅਸੀਂ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਬੇਨਤੀ ਕਰਦੇ ਹਾਂ, ਭਾਈ ਆਪਣਾ ਪੰਜਾਬ ਆ, ਇਸ ਨੂੰ ਸਾਂਭੀਏ, ਇਸ ਨੂੰ ਬਚਾਈਏ ਰਲ ਮਿਲ ਕੇ। ਚਲੋ ਬਾਹਰ ਵੀ ਜਿਹੜੇ ਜਾਣਾ ਜ਼ਰੂਰ ਜਾਣ, ਪੜ੍ਹਨ ਲਿਖਣ ਵਾਸਤੇ ਬਾਹਰ ਜਾਣਾ ਵੀ ਜ਼ਰੂਰੀ ਆ, ਲੇਕਿਨ ਜੇ ਇੱਥੇ ਵੀ ਕਿਤੇ ਜੇ ਕਰਾਂਗੇ ਬਾਹਰ ਜਿੰਨੀ ਇਨਕਮ ਜੇ ਇੱਥੇ ਹੋਣ ਲੱਗ ਪਵੇ ਤੇ ਮੈਂ ਸਮਝਦਾ ਹਾਂ ਮਜਬੂਰੀ ਵਾਲਾ ਪ੍ਰਵਾਸ ਨਾ ਹੋਵੇ ਵੀ ਰੁਜ਼ਗਾਰ ਲੱਭਣ ਲਈ ਉੱਥੇ ਰੁਜ਼ਗਾਰ ਇੱਥੇ ਪੈਦਾ ਕੀਤਾ ਜਾ ਸਕਦਾ। ਜੇ ਸਰਕਾਰ ਦੇਖੋ, ਜੇ ਸਾਡੇ ਕਿੰਨੂ ਸੰਤਰੇ ਦਾ ਜੂਸ ਦੇ ਪਲਾਂਟ ਲੱਗ ਜਾਣ, ਮੈਂ ਕਹਿੰਦਾ ਵੀ ਹਜ਼ਾਰਾਂ ਹੀ ਲੋਕ ਜਿਹੜੇ ਉਹ ਕਿੰਨੂ ਦੇ ਬਾਗ ਲਾਉਣਗੇ। 2-4 ਏਕੜ ਵਾਲਾ ਵੀ ਜਿਹੜਾ 5-7 ਲੱਖ ਰੁਪਈਆ ਕਮਾ ਸਕਦਾ। ਜੂਸ ਬਣਾ ਕੇ ਵੇਚੋ ਔਰ ਉਹਦੇ ਨਾਲ ਬੱਚਿਆਂ ਨੂੰ ਰੁਜ਼ਗਾਰ ਵੀ ਮਿਲੂਗਾ। ਕਿੰਨੇ ਬੱਚਿਆਂ ਨੂੰ ਰੁਜ਼ਗਾਰ ਮਿਲੂਗਾ ਔਰ ਵਧੀਆ ਜੀਵਨ ਜਿਹੜਾ ਆ ਜਸਟ ਲਾਈਕ ਅਮਰੀਕਾ ਕੈਨੇਡਾ ਇੱਥੇ ਕਰ ਸਕਦੇ। ਪਰ ਸਰਕਾਰ ਵੱਲੋਂ ਜੇ ਸਾਨੂੰ ਗ੍ਰਾਂਟ, ਚਲੋ ਕਰੋੜ ਲੱਗ ਜਾਏ, 2 ਲੱਗ ਜਾਏ, ਜਿਵੇਂ ਤੁਸੀਂ ਕਿਹਾ, ਜਿੰਨੇ 'ਚ ਵੀ ਲੱਗਦਾ ਇੱਥੇ ਫਰੈਸ਼ ਜੂਸ ਵਾਲਾ ਜਿਹੜਾ ਪਲਾਂਟ ਲਾਤਾ ਜਾਵੇ ਤਾਂ ਉਹਨੂੰ ਚਲਾਉਣ ਦੀ ਗਰੰਟੀ ਸਾਡੀ, ਅਸੀਂ ਬੋਰਡ ਆਫ ਡਾਇਰੈਕਟਰਸ ਜਿੰਨੇ ਆ, ਸਾਡੇ ਪ੍ਰਧਾਨ ਜੀ ਨੇ, ਮੈਂ ਸੀਨੀਅਰ ਵਾਈਸ ਪ੍ਰਧਾਨ ਆ, ਸਾਡੇ ਜਨਰਲ ਸਕੱਤਰ ਸਾਹਿਬ ਆ, ਸਾਡੇ ਮੈਨੇਜਰ ਬਹੁਤ ਵਧੀਆ ਨੇ ਪਨੂ ਸਾਹਿਬ। ਸੋ ਇਹ ਆ ਵੀ ਰਲ ਮਿਲ ਕੇ ਸਾਰੇ ਆਪਾਂ ਜਿਹੜੇ ਆ ਇਸ ਚੀਜ਼ ਨੂੰ ਹੋਰ ਵੀ ਅੱਗੇ ਵਧਾ ਸਕਦੇ, ਨੌਜਵਾਨਾਂ ਨੂੰ
ਰੁਜ਼ਗਾਰ ਵੀ ਦੇ ਸਕਦੇ ਹਾਂ। ਸੋ ਇਸ ਗੱਲ ਨੂੰ ਸਾਡੀ ਨੂੰ ਸਰਕਾਰੇ ਦਰਬਾਰੇ ਜਿੱਥੇ ਵੀ ਤੁਸੀਂ ਕਰ ਸਕਦੇ ਹੋ ਕਰੋ। ਅਸੀਂ ਵੀ ਜੋ ਸਾਡੇ ਜ਼ਿੰਮੇ ਲਾਓਗੇ ਉਹ ਡਿਊਟੀ ਅਸੀਂ ਵੀ ਨਿਭਾਵਾਂਗੇ ਔਰ ਨੌਜਵਾਨਾਂ ਨੂੰ ਰੁਜ਼ਗਾਰ ਜਿਹੜਾ ਮਿਲੂਗਾ। ਪੰਜਾਬ ਜਿਹੜਾ ਇਸੇ ਤਰ੍ਹਾਂ ਹੀ ਵਸਦਾ ਰਸਦਾ ਰਹੂਗਾ। ਇਹਦੇ ਵਿੱਚ ਇਹ ਸਾਰੀ ਸਾਡੀ ਨੌਨ ਪੋਲੀਟੀਕਲ ਸੰਸਥਾ ਆ, ਇੱਥੇ ਕੋਈ ਸਿਆਸੀ ਕਿਸੇ ਦਾ ਦਖਲ ਨਹੀਂ। ਇਹ ਸਾਰੇ ਬੰਦੇ ਕੋਈ ਕਿਸੇ ਪਾਰਟੀ ਨਾ ਹੋਵੇ, ਲੇਕਿਨ ਐਜ਼ ਕਿਸਾਨ ਇੱਥੇ ਸਾਰੇ ਇਕੱਠੇ ਨੇ। ਐਜ਼ ਇੱਕ ਬੋਰਡ ਆਫ ਡਾਇਰੈਕਟਰ ਜਿਹੜਾ ਯੂਨੈਨੀਮਸਲੀ ਸਾਡੇ ਇੱਥੇ ਫੈਸਲੇ ਹੁੰਦੇ ਆ ਔਰ ਪਿਓਰਿਟੀ ਦਾ ਮੇਨ ਆ। ਸਾਰੇ ਬੰਦਿਆਂ ਨੇ ਬੈਠ ਕੇ ਰੇਟ ਤੈਅ ਕਰਨੇ ਹੁੰਦੇ ਆ, ਪ੍ਰੋਡਕਟ ਦੇ ਰੇਟ ਤੈਅ ਕਰਨੇ ਹੁੰਦੇ ਆ ਅਤੇ ਪਿਓਰਿਟੀ ਦੀ ਗਰੰਟੀ ਜਿਹੜੀ ਆ ਉਹ ਸਾਡੀ ਆ। ਇਸ ਕਰਕੇ ਅਸੀਂ ਸਾਰੇ ਬੇਨਤੀ ਕਰਦੇ ਵੀ ਜਿਹਨੇ ਵੀ ਖਾਣਾ ਹੈ ਆਪਣੀ ਸਿਹਤ ਦਾ ਧਿਆਨ ਰੱਖਣਾ ਤਾਂ ਉਹ ਸਾਡੇ ਫੈਪਰੋ ਦੇ ਪ੍ਰੋਡਕਟਸ ਜਿਹੜੇ ਆ ਉਹਨਾਂ ਨੂੰ ਵਰਤੇ। ਇਹਨਾਂ ਅਸੀਂ ਤੁਹਾਡਾ ਆਉਣ ਲਈ ਬਾਠ ਸਾਹਿਬ ਤੁਸੀਂ ਅਤੇ ਸਾਡੇ ਜਿੰਨੇ ਕਿਸਾਨ ਆਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਅਸੀਂ ਤੁਹਾਨੂੰ ਇਸੇ ਤਰ੍ਹਾਂ ਹੀ ਤੁਸੀਂ ਗਾਹੇ ਬਗਾਹੇ ਜਦੋਂ ਵੀ ਟਾਈਮ ਮਿਲਦਾ ਤੁਸੀਂ ਸਾਨੂੰ ਟਾਈਮ ਦਿਆ ਕਰੋ। ਔਰ ਸਾਡੀ ਜਿਹੜੀ ਇਹ ਸੰਸਥਾ ਦੀ ਇਹ ਗੱਲ ਆ, ਸਾਡਾ ਬਕਾਇਦਾ ਤੌਰ 'ਤੇ ਔਨਲਾਈਨ ਅਸੀਂ ਸੇਵਾਵਾਂ ਦੇ ਸਕਦੇ ਹਾਂ। ਫੈਪਰੋ ਪਾਉਂਦੇ ਹੋ ਤੁਸੀਂ ਅਤੇ ਉਹਦੇ ਵਿੱਚ ਇੰਟਰਨੈਟ 'ਤੇ ਫੋਨ ਦੇ ਉੱਤੇ ਆਪਣੇ ਤੁਹਾਨੂੰ ਸਾਰਾ ਹੀ ਇੱਥੋਂ ਲੱਗ ਸਕਦਾ। ਸਾਡੇ ਫੋਨ ਨੰਬਰ ਆ, ਸਾਡੇ ਮੈਨੇਜਰ ਸਾਹਿਬ ਸੁਖਵਿੰਦਰ ਸਿੰਘ ਜੀ ਨੇ, ਇਹਨਾਂ ਦਾ ਤੁਹਾਨੂੰ ਸਾਰਾ ਤੁਹਾਨੂੰ ਜਾਣਕਾਰੀ ਦੇਣਗੇ। ਕਿਉਂਕਿ ਅਸੀਂ ਤਾਂ ਕੋਈ ਕਿਸੇ ਬੰਨੇ ਗਿਆ ਹੁੰਦਾ ਜਦੋਂ ਮੀਟਿੰਗ ਵਾਲੇ ਦਿਨ ਇਕੱਠਿਆਂ ਹੋਈਦਾ ਜਾਂ ਜਿੱਦਣ ਕੋਈ ਪ੍ਰੋਡਕਟ ਦੀ ਅਸੀਂ ਸਿਲੈਕਸ਼ਨ ਕਰਨੀ ਉਦੋਂ ਇਕੱਠਿਆਂ ਹੋਈਦਾ, ਜਦੋਂ ਰੇਟ ਤੈਅ ਕਰਨਾ ਹੁੰਦਾ। ਲੇਕਿਨ ਸਾਡੇ ਮੈਨੇਜਰ ਸਾਹਿਬ ਜਿਹੜੇ ਸੁਖਵਿੰਦਰ ਸਿੰਘ ਜੀ ਆ ਇਹ ਹਮੇਸ਼ਾ ਹੀ ਇੱਥੇ ਹਰ ਵੇਲੇ 24 ਘੰਟੇ ਇਹ ਤਕਰੀਬਨ ਆਪਣੀ ਡਿਊਟੀ 'ਤੇ ਹੁੰਦੇ ਆ। ਸੋ ਸਾਰਿਆਂ ਦਾ ਤੁਹਾਡਾ ਆਉਣ 'ਤੇ ਬਹੁਤ ਬਹੁਤ ਧੰਨਵਾਦ। ਵਿਸ਼ੇਸ਼ ਤੌਰ 'ਤੇ ਸਾਡੇ ਚਰਨਜੀਤ ਸਿੰਘ ਜੀ ਭਾਜੀ ਜਿਹੜੇ ਕੈਨੇਡਾ ਤੋਂ ਆਏ ਨੇ, ਉਹਨਾਂ ਦਾ ਵੀ ਅਸੀਂ ਬੜੇ ਧੰਨਵਾਦੀ ਹਾਂ ਕਿਉਂਕਿ ਇਹ ਵੀ ਸਾਨੂੰ ਗਾਹੇ ਬਗਾਹੇ ਸਾਡੇ ਇੱਥੇ ਕਿਸਾਨਾਂ ਨੂੰ ਜਿਹੜੀ ਆ ਉਹ ਉਤਸ਼ਾਹ ਦਿੰਦੇ ਰਹਿੰਦੇ ਨੇ ਔਰ ਇਸ ਸੰਸਥਾ ਦੇ ਨਾਲ ਜੁੜ ਕੇ ਰਹਿੰਦੇ ਨੇ। ਸਾਰਿਆਂ ਦਾ ਤੁਹਾਡਾ ਆਉਣ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਸੋ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬੀ ਇਕੱਠੇ ਰਹਿਣ, ਇਸ ਤਰ੍ਹਾਂ ਦੇ ਉੱਦਮ ਕਰਦੇ ਰਹਿਣ ਅਤੇ ਸਰਕਾਰਾਂ ਇਸ ਤਰ੍ਹਾਂ ਦੇ ਉੱਦਮਾਂ ਨੂੰ ਥਾਪੜਾ ਦਿੰਦੀਆਂ ਰਹਿਣ। ਅਤੇ ਸਭ ਤੋਂ ਵੱਡੀ ਗੱਲ ਹੈ ਕਿ ਖਪਤ ਦੀ ਪਾਈ, ਜੇ ਚੰਗੀ ਚੀਜ਼ ਹੈ ਤਾਂ ਉਹਨੂੰ ਉਤਸ਼ਾਹ ਦਿਓ, ਹੌਸਲਾ ਦਿਓ ਕਿ ਭਾਈ ਅਸੀਂ ਚੰਗੀ ਚੀਜ਼ ਜਿਹੜੀ ਹੈ ਉਹ ਖਰੀਦਣਾ ਚਾਹੁੰਦੇ ਹਾਂ। ਆਮ ਲੋਕਾਂ ਦੇ ਲਈ ਵੀ ਇਹ ਇੱਕ ਜਿਹੜਾ ਉਹ ਵੱਡਾ ਮਸਲਾ ਹੈ ਕਿ ਤੁਸੀਂ ਉਸ ਚੀਜ਼ ਨੂੰ ਉਤਸ਼ਾਹ ਦਿਓ, ਉਹਦੇ ਗਾਹਕ ਬਣੋ। ਸਰੀਰ ਚੰਗੇ ਰਹਿਣਗੇ ਤਾਂ ਸਾਰਾ ਕੁਝ ਹੀ ਠੀਕ ਹੋਊਗਾ। ਸੋ ਮੈਂ ਠੀਕ ਟਿੱਪਣੀਆਂ ਦੀ, ਚੰਗੀਆਂ ਟਿੱਪਣੀਆਂ ਦੀ, ਚੰਗੇ ਸੁਝਾਵਾਂ ਦੀ ਉਮੀਦ ਕਰਦਾ। ਜੇ ਪ੍ਰੋਗਰਾਮ ਠੀਕ ਲੱਗੇ ਤਾਂ ਲਾਈਕ ਸ਼ੇਅਰ ਕਰ ਦੇਣਾ। ਇੱਥੇ ਦਿਓ ਪਰਮਜੀਤ ਸਿੰਘ ਬਾਠ ਨੂੰ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।